आप फायदा उठा सकते हैं हमारे 23 ऑनलाइन चर्चेस का, जो कि भारत की सारी प्रमुख भाषाओं में उपलब्ध हैं। और इसके अलावा हमारे पास 3 विशेष चर्च हैं। एक टीनेजर्स के लिए जिसका नाम है तूफानी योग यानी 3, बच्चों के लिए हमारे पास ऑनलाइन चर्च है, और गूंगे और बहरों के लिए भी हमारे पास चर्च है, साइन लैंग्वेज का चर्च। उसके अलावा आप हमारे ऑनलाइन चर्चेस को देख सकते हैं उड़िया में, तेलुगु में, तमिल में, गुजराती में, कन्नड़ा में, तुलु में, इंग्लिश में, हिंदी में, छत्तीसगढ़ी में, राठौरी बरेली में, आसामीज में, मराठी में, पंजाबी में, नेपाली में, कोंकणी, मलयालम, सिंधी, भोजपुरी, बंगाली और मालवानी में। इनका फायदा उठाइए और पूरे भारत में लोगों को सुसमाचार सुनाइए। गॉड ब्लेस यू। हालेलुया। मेरी जिंदगी की हर खुशी तू ही है मसीह, अंधेरी रातों की रोशनी तू है। मेरी जिंदगी की हर खुशी तू ही है ए मसीह, अंधेरी रातों की रोशनी तू ही है ए मसीह। मेरी जिंदगी की हर खुशी तू ही है ए मसीह, अंधेरी रातों की रोशनी तू ही है ए मसीह। तू मिल गया तो मिट गई है हर कमी, तू मिल गया तो मिल गई है जिंदगी। तू मिल गया तो मिट गई है हर कमी। अब मैं पूरा हूँ। तू मिल गया तो मिल गई है जिंदगी। मेरे साथ गाइए। यीशु मसीह की हो जय। यीशु मसीह की हो जय। यीशु मसीह की हो जय। तेरे ही नाम की जय गाए सदा। तू ही है, तू ही हमारा है प्रभु, हमारा खुदा। तेरे नाम की जय हम गाए सदा। तू ही हमारा है प्रभु, हमारा खुदा। तू मिल गया तो मिट गई है हर कमी, तू मिल गया तो मिल गई है जिंदगी। तू मिल गया तो मिट गई है हर कमी। अब कोई भी कमी नहीं है। हालेलुया। हम मिल के गाएंगे। यीशु मसीह की हो जय। 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 यीशु मसीह की, यीशु मसीह की जय। प्रेज़ द लॉर्ड। ਅਤੇ ਤੁਹਾਨੂੰ ਸਭ ਨੂੰ ਸਵਾਗਤ ਹੈ ਅੱਜ ਦੇ ਵਿਸ਼ੇਸ਼ ਐਤਵਾਰ ਦੇ ਸਭਾ ਵਿੱਚ। ਮੈਨੂੰ ਨੀਅਤ ਹਨ ਤੁਸੀਂ ਸਾਰੇ ਉਤਸ਼ਾਹਿਤ ਸੀ। ਅਸੀਂ ਪੂਰੀ ਤਿਆਰੀ ਦੇ ਨਾਲ ਬੈਠੇ ਤੇ ਆਪਣੇ ਦੋਸਤਾਂ ਦੇ ਨਾਲ ਅਤੇ ਆਪਣੇ ਪਰਿਵਾਰ ਦੇ ਨਾਲ ਅਤੇ ਸਮਾਂ ਹਨ ਪ੍ਰਾਰਥਨਾ ਦਾ। ਤੁਸੀਂ ਜਿੱਥੇ ਕਿਤੇ ਖੜੇ ਹੁੰਦੇ ਅਸੀਂ ਆਪਣੇ ਅੱਖਾਂ ਨੂੰ ਬੰਦ ਕਰਕੇ ਆਪਣੇ ਪਵਿੱਤਰ ਹੱਥਾਂ ਨੂੰ ਸਵਰਗ ਤੋਂ ਉਠਾਉਂਦੇ ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦਿੰਦੇ। ਪਰਮੇਸ਼ਵਰ ਨੂੰ ਧੰਨਵਾਦ ਦਿੰਦੇ ਸਾਲ ਦੇ ਲਈ ਅਤੇ ਬਾਦਲ ਇਕੱਠਾ ਹੋਣ ਦੇ ਸਾਲ ਦੇ ਲਈ। ਹਾਲੇਲੂਇਆ। ਅਤੇ ਆਪਣੇ ਅੱਖਾਂ ਨੂੰ ਬੰਦ ਕਰਕੇ ਆਪਣੇ
ਪਵਿੱਤਰ ਹੱਥਾਂ ਨੂੰ ਸਵਰਗ ਦੇ ਉਠਾਂ ਦੇ ਆਪਣੇ ਰੂਹ ਵਿੱਚ ਪ੍ਰਾਰਥਨਾ ਕਰਦੇ ਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਓ ਸ਼ਲਮਾਂਗ ਰਬਾ ਰਡੂਸ ਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਅਤੇ ਆਪਣੇ ਮੂੰਹ ਤੋਂ ਖੋਲ ਕੇ ਪਰਾਇਆ ਭਾਸ਼ਾ ਵਿੱਚ ਬੋਲਦੇ ਸੇ ਆਪਣੀ ਰੂਹ ਨੂੰ ਤਿਆਰ ਕਰਦੇ ਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਓ ਪ੍ਰਖੜਾ ਬਜ਼ੋ ਪੜੀ ਕਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਓ ਪ੍ਰਖੜਾ ਬਜ਼ੋ ਪੜੀ ਕਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਓ ਧੰਨਵਾਦ ਕਰਦਾ ਪਰਮੇਸ਼ਰ ਤੁਹਾਡੇ ਵਰਗਾ ਕੋਈ ਨਹੀਂ ਸੀ ਤਾਂ ਪਰਮੇਸ਼ਰ ਤੁਸੀਂ ਮਹਾਨ ਸਰਵ ਸ਼ਕਤੀਮਾਨ ਪਰਮੇਸ਼ਰ ਸੀ ਓ ਧੰਨਵਾਦ ਕਰ ਪਰਮੇਸ਼ਰ ਤੁਸੀਂ ਵਫਾਦਾਰ ਪਰਮੇਸ਼ਰ ਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਤੁਹਾਡਾ ਨਾਮ ਨੂੰ ਉੱਚਾ ਉਠਾਉਣ ਤੁਹਾਡੇ ਨਾਮ ਨੂੰ ਮਹਿਮਾ ਦੇਣੇ ਧੰਨਵਾਦ ਕਰਦਾ ਪਰਮੇਸ਼ਰ ਤੁਸੀਂ ਆਦਿ ਅਤੇ ਅੰਤ ਲਿਗਾ ਸਾਕ ਟਾਟ ਰੜੇ ਓ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਓ ਪ੍ਰਗੜਾ ਬਸ ਪੜੀ ਕਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਓ ਧੰਨਵਾਦ ਕਰ ਪਰਮੇਸ਼ਰ ਤੁਹਾਡੇ ਅਨੰਤ ਪ੍ਰੇਮ ਦੇ ਲਈ ਤੁਹਾਡੀ ਭਲਾਈ ਦੇ ਲਈ ਤੁਹਾਡੀ ਕਿਰਪਾ ਦੇ ਲਈ ਧੰਨਵਾਦ ਕਰ ਪਰਮੇਸ਼ਰ ਪਵਿੱਤਰ ਆਤਮਾ ਦੇ ਉਪਾਰ ਦੇ ਲਈ ਤੁਹਾਡਾ ਲੱਖ ਲੱਖ ਧੰਨਵਾਦ ਕਰ ਲਿਗਾ ਸਾਕ ਟਾਟ ਰੜੇ ਓ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਧੰਨਵਾਦ ਕਰ ਪਰਮੇਸ਼ਰ ਅਸੀਂ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਅਤੇ ਅੱਜ ਦੀ ਪਹਿਲੀ ਪ੍ਰਾਰਥਨਾ ਵਿੰਦੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਾਰਥਨਾ ਅਤੇ ਪਰਮੇਸ਼ਰ ਨੂੰ ਧੰਨਵਾਦ ਦੇ ਅਤੇ ਬਾਦਲ ਇਕੱਠਾ ਹੋਣ ਦੇ ਸਾਲ ਦੇ ਲਈ ਹਾਲੇਲੂਇਆ ਅਤੇ ਜ਼ਬੂਰ ਦੀ ਪੋਥੀ 48 ਅਧਿਆਇ ਅਤੇ 1 ਤੇ 2 ਆਇਤ ਕਹਿੰਦਾ ਹੈ ਸਾਡੇ ਪਰਮੇਸ਼ਰ ਦੇ ਸ਼ਹਿਰ ਵਿੱਚ ਅਤੇ ਉਸ ਦੇ ਪਵਿੱਤਰ ਪਹਾੜ ਉੱਤੇ ਯਹੋਵਾ ਮਹਾਨ ਅਤੇ ਮਹਾਨ ਉਸਤਤ ਦੇ ਯੋਗ ਹਾਂ ਸਿਯੋਨ ਪਹਾੜ ਉਚਾਈ ਵਿੱਚ ਸੁੰਦਰ ਹੈ ਅਤੇ ਸਾਰੀ ਧਰਤੀ ਦੀ ਖੁਸ਼ੀ ਰਾਜਾ ਦੀ ਰਾਜ ਦਾ ਸ਼ਹਿਰ ਉੱਤਰੀ ਸਿਰੇ ਹਾਂ ਹਾਲੇਲੂਇਆ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਅਸੀਂ ਘੋਸ਼ਣਾ ਕਰੋ ਪਰਾਇਆ ਕੌਮਾਂ ਵਿੱਚ ਉਹਦੀ ਮਹਿਮਾ ਦਾ ਸਾਰੇ ਦੇਸ਼ ਵਿੱਚ ਉਸ ਦੇ ਅਚਰਜ ਕਾਮਾਂ ਦਾ ਘੋਸ਼ਣਾ ਕਰਦੇ ਹਨ ਸਾਡੇ ਬਾਦਲਾਂ ਦੇ ਇਕੱਠੇ ਹੋਣ ਦੇ ਸਾਲ ਦੇ ਲਈ 2022 ਦੇ ਲਈ ਨਬੀ ਦੇ ਸ਼ਬਦਾਂ ਨੂੰ ਸਾਡੇ ਕੋਲ ਲਿਆਉਣ ਦੇ ਲਈ ਪ੍ਰਸ਼ੰਸਾ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਨ ਦੇ ਲਈ ਆਪਣੇ ਹੱਥ ਚੁੱਕੋ ਘੋਸ਼ਣਾ ਕਰੋ ਕਿ ਅਸੀਂ ਇਸ ਸਾਲ ਦੇ ਬਚਨ ਦੇ ਨਾਲ ਚੱਲ ਰਹੇ ਹਾਂ ਅਤੇ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਅਸਾਧਾਰਨ ਨਤੀਜੇ ਲਿਆ ਰਿਹਾ ਹਾਂ ਹਾਲੇਲੂਇਆ ਅਸੀਂ ਪ੍ਰਾਰਥਨਾ ਕਰ ਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਓ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਓ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਲਿਗਾ ਸਾਕ ਟਾਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲਾ ਕੋ ਪ੍ਰੇਸ਼ ਧੰਨਵਾਦ ਕਰ ਪਰਮੇਸ਼ਵਰ ਇਸ 2022 ਦੇ ਸਾਲ ਦੇ ਲਈ ਤੁਹਾਨੂੰ ਲੱਖ ਲੱਖ ਧੰਨਵਾਦ ਕਰ ਲਿਗਾ ਸਾਕ ਟਾਟ rede o shalamang rabala bao sakola ko praishli ka sak tat rede shalamang rabala bao sakola ko praishli ka sak tat rede o shalamang rabala bao sakola ko praishli ka sak tat rede shalamang rabala bao sakola ko praishli ka sak tat rede ਅਸੀਂ ਘੋਸ਼ਣਾ ਕਰਦੇ ਤਾਂ ਪਰਮੇਸ਼ਰ ਸਾਰੇ ਬਰਾਵਾ ਦੇ ਲਈ ਤਾਂ ਪਰਮੇਸ਼ਰ ਇਸ ਸਾਲ ਦੇ ਲਈ ਹਾਂ ਤਾਂ ਪਰਮੇਸ਼ਰ ਤੁਹਾਡੇ ਬਚਨ ਵਿੱਚ ਚੱਲ ਰਹੇ ਯਿਸੂ ਮਸੀਹ ਦੇ ਨਾਮ ਵਿੱਚ ਅਸਾਧਾਰਨ ਨਤੀਜੇ ਨੂੰ ਪੈਦਾ ਕਰਦੇ ਯਿਸੂ ਮਸੀਹ ਦੇ ਨਾਮ ਵਿੱਚ ਧੰਨਵਾਦ ਕਰਨ ਲਈ ਸਾਕ ਟਾਟ ਰੇਸ਼ ਲਮਾਂਗ ਰਬਾਲਾ ਬਾਉ ਸਕੋਲਾ ਕੋ ਪ੍ਰੇਸ਼ਠਾ ਉਹ ਪ੍ਰਕੜਾ ਬਜ਼ੋ ਪੜੀ ਕਲੀ ਸਾਕ ਟਾਟ ਰੇਸ਼ ਲਮਾਂਗ ਰਬਾਲਾ ਬਾਉ ਸਕੋਲਾ ਕੋ ਪ੍ਰੇਸ਼ ਲਈ ਸਾਕ ਟਾਟ ਰੇ ਉਹ ਰੇ 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 ਬਾਬਾ ਬਾਬਾ ਹੋਂਗੇ ਬਰਬਸਾ ਲਈ ਬਰਬਸਾ ਨਾ ਗਸਾਨੇ ਨੇ ਬੋ ਨਾ ਬਲੀ ਸਾਕ ਟਾਟ ਰੇ ਉਹ ਸ਼ਲਮਾਂਗ raba ho sakula ko praisha liga sak tat re shlamang raba redus laba ho sakula ko praisha o re 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 baba baba honge bara basali ga bara liga sak tat re shlamang raba laba ho sakula ko praisha o ਧੰਨਵਾਦ ਕਰ ਪਰਮੇਸ਼ਵਰ ਧੰਨਵਾਦ ਕਰਦੇ ਅਤੇ ਸਾਰੇ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਹਾਲੇਲੂਇਆ ਅਤੇ ਅੱਜ ਦੀ ਦੂਜੀ ਪ੍ਰਾਰਥਨਾ ਬਿੰਦੀ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਰੇ ਮਨੁੱਖਾਂ ਦੇ ਲਈ ਅਤੇ ਵਿਸ਼ਵ ਦੇ ਨੇਤਾਵਾਂ ਦੇ ਲਈ ਖਾਸ ਕਰਕੇ ਭਾਰਤ ਵਿੱਚ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ ਅਸੀਂ ਬਾਈਬਲ ਦੇ ਅਧਿਐਨ ਪਹਿਲਾ ਤਿਮੋਥਿਉਸ ਦੂਸਰਾ ਅਧਿਆਇ ਤੇ 1 ਤੇ 4 ਆਇਤ ਕਹਿੰਦਾ ਹੈ ਹੁਣ ਮੈਂ ਸਭ ਤੋਂ ਪਹਿਲੇ ਬੇਨਤੀ ਕਰਦਾ ਹਾਂ ਕਿ ਬੇਨਤੀਆਂ ਪ੍ਰਾਰਥਨਾਵਾਂ ਮੱਧਿਅਸਥਤਾ ਅਤੇ ਧੰਨਵਾਦ ਸਾਰੇ ਮਨੁੱਖ ਦੇ ਲਈ ਕੀਤੀਆਂ ਜਾਣ ਰਾਜੇ ਅਤੇ ਉਹ ਉੱਚੇ ਅਹੁਦੇ ਤੇ ਲਈ ਸਾਰੇ
ਮਨੁੱਖਾਂ ਦੇ ਲਈ ਖਾਤਰ, ਤਾਂ ਜੋ ਅਸੀਂ ਪੂਰੀ ਸ਼ਰਧਾ ਤੇ ਗੰਭੀਰਤਾ ਦੇ ਨਾਲ ਆਰਾਮ ਅਤੇ ਸ਼ਾਂਤੀ ਵਿੱਚ ਰਹਿ ਸਕੀਏ। ਇਹ ਸਾਡੇ ਮੁਕਤੀਦਾਤਾ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹਾਂ। ਉਹ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹਨਾਂ ਨੂੰ ਸੱਚਾਈ ਚੰਗੀ ਤਰ੍ਹਾਂ ਜਾਣ ਦਿਓ। ਹਾਲੇਲੂਇਆ। ਅਤੇ ਪ੍ਰਾਰਥਨਾ ਕਰਦੇ ਹਾਂ ਸਾਰੀਆਂ ਕੌਮਾਂ ਦੇ ਲਈ, ਨੇਤਾਵਾਂ ਦੇ ਲਈ ਅਤੇ ਸਾਰੇ ਮਨੁੱਖਾਂ ਦੇ ਲਈ, ਖਾਸ ਕਰਕੇ ਭਾਰਤ ਦੇਸ਼ ਵਿੱਚ ਆਤਮਾ ਦੇ ਨਾਲ ਪ੍ਰਾਰਥਨਾ ਕਰਦੇ ਹਾਂ, ਇਹ ਘੋਸ਼ਣਾ ਕਰਦੇ ਹੋਏ ਕਿ ਖੁਸ਼ਖਬਰੀ 2022 ਦੇ ਸਾਲ ਵਿੱਚ ਪੂਰੀ ਦੁਨੀਆ ਵਿੱਚ ਨਿਰੰਤਰ ਅਤੇ ਤੇਜ਼ੀ ਨਾਲ ਫੈਲ ਰਿਹਾ। ਯਿਸੂ ਮਸੀਹ ਦੇ ਨਾਮ ਵਿੱਚ ਆਮੈਨ। ਹਾਲੇਲੂਇਆ। ਅਸੀਂ ਆਪਣੇ ਰੂਹ ਵਿੱਚ ਪ੍ਰਾਰਥਨਾ ਕਰਦੇ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾਰ ਡੁਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਓ ਸ਼ਲਮਾਂਗ ਰਬਾਰ ਡੁਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾਰ ਡੁਸ ਓ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਲਬਾ ਹੋ ਸਕੁਲਾ ਕੋ ਪ੍ਰੇਸ਼ਟਾ ਓ ਪ੍ਰਕਾੜਾ ਬਜ਼ੋ ਪੜੀ ਕਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾਰ ਡੁਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਓ ਪ੍ਰਕਾੜਾ ਬਜ਼ੋ ਪੜੀ ਕਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ। ਅਸੀਂ ਪ੍ਰਾਰਥਨਾ ਕਰਦੇ ਸਾਰੇ ਮਨੁੱਖਾਂ ਦੇ ਲਈ ਅਤੇ ਵਿਸ਼ਵ ਦੇ ਸਾਰੇ ਨੇਤਾਵਾਂ ਦੇ ਲਈ ਅਤੇ ਜੋ ਉੱਚ ਅਹੁਦਿਆਂ ਤੇ ਹਨ ਉਹਨਾਂ ਦੇ ਲਈ, ਸਾਰੇ ਮਨੁੱਖਾਂ ਦੇ ਲਈ ਪ੍ਰਾਰਥਨਾ ਕਰਦੇ ਲਿਗਾ ਸਾਕ ਟਾਂਟ ਰੜੀ ਓ ਸ਼ਲਮਾਂਗ ਰਬਾ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਲਬਾ ਹੋ ਸਕੁਲਾ ਕੋ ਪ੍ਰੇਸ਼ਟਾ ਓ ਪ੍ਰਕਾੜਾ ਬਜ਼ੋ ਪੜੀ ਕਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਓ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਓ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਓ ਰੇ 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 ਬਾਬਾ 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 ਹੋਂਗੇ ਬਰਬਸਾ ਲਿਗਾ ਬਰਬਸਾ ਨੰਗਾ ਸਾਨੇ ਨੇ ਬੋਨਾ ਬਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਓ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਅਤੇ ਇਸ ਘੋਸ਼ਣਾ ਕਦੇ ਇਸ 2022 ਦੇ ਸਾਲ ਦੇ ਲਈ ਖੁਸ਼ਖਬਰੀ ਤੇਜ਼ੀ ਨਾਲ ਫੈਲ ਰਿਹਾ। ਯਿਸੂ ਮਸੀਹ ਦੇ ਨਾਮ ਵਿੱਚ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਓ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਓ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਓ ਰੇ 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 ਬਾਬਾ ਬਾਬਾ ਹੋਂਗੇ ਬਰਬਸਾ ਲਿਗਾ ਬਰਬਸਾ ਨਾ ਕਸਾਨੇ ਨੇ ਬੋਨਾ ਬਲਿਗਾ ਸਾਕ ਟਾਂਟ ਰੜੀ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ। ਅਤੇ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਨ ਆਮੈਨ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਅਤੇ ਅੱਜ ਦੀ ਤੀਜੀ ਪ੍ਰਾਰਥਨਾ ਬਿੰਦੂ ਇਹ ਅਸੀਂ ਪ੍ਰਾਰਥਨਾ ਕਰਦੇ ਹਾਂ ਬਾਈਬਲ ਦੇ ਅਧਿਐਨ 1 ਤਿਮੋਥਿਉਸ 2 ਅਧਿਐਨ ਅਤੇ 4 ਆਇਤ ਕਹਿੰਦਾ ਹੈ, ਜੋ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਸਾਰੇ ਸੱਚਾਈ ਨੂੰ ਜਾਣ ਸਕਿਆ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰੇ ਆਪਣੇ ਪਰਿਵਾਰ ਦੇ ਲਈ ਅਤੇ ਆਪਣੇ ਦੋਸਤਾਂ ਦੇ ਲਈ ਪ੍ਰਾਰਥਨਾ ਕਰੋ ਜੋ ਬਚਾਏ ਨਹੀਂ ਜਾਣਦੇ ਹਨ ਕਿ ਉਹ ਮੁਕਤੀ ਪ੍ਰਾਪਤ ਕਰ ਰਹੇ ਹਨ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਸੱਚਾਈ ਦੇ ਗਿਆਨ ਵਿੱਚ ਆ ਰਹੇ ਹਨ। ਪ੍ਰਾਰਥਨਾ ਕਰੋ ਕਿ ਉਹ ਯਿਸੂ ਨੇ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਪ੍ਰਾਪਤ ਕਰਨ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਅਸੀਂ ਪ੍ਰਾਰਥਨਾ ਕਰ ਆਪਣੇ ਰੂਹ ਵਿੱਚ ਪ੍ਰਾਰਥਨਾ ਕਰ ਪਰਾਇਆ ਭਾਸ਼ਾ ਵਿੱਚ ਪ੍ਰਾਰਥਨਾ ਆਪਣੇ ਰੂਹ ਨੂੰ ਤਿਆਰ ਕਰ ਲਿਗਾ ਸਾਕ ਟਾਂਟ ਰੜੀ ਓ ਸ਼ਲਮਾਂਗ ਰਬਾ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ਟਾ ਓ ਪ੍ਰਕਾੜਾ ਬਜ਼ੋ ਪੜੀ ਕਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਓ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਓ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਓ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ। ਅਸੀਂ ਪ੍ਰਾਰਥਨਾ ਕਰੇ ਆਪਣੇ ਪਰਿਵਾਰ ਦੇ ਲਈ ਅਤੇ ਆਪਣੇ ਦੋਸਤਾਂ ਦੇ ਲਈ ਜਿਨ੍ਹਾਂ ਦਾ ਮੁਕਤੀ ਪ੍ਰਾਪਤ ਕਰ ਨਹੀਂ ਹੋਣ ਉਹਨਾਂ ਦਾ ਮੁਕਤੀ ਪ੍ਰਾਪਤ ਕਰੇ ਯਿਸੂ ਮਸੀਹ ਦੇ ਨਾਮ ਵਿੱਚ। ਧੰਨਵਾਦ ਕਰੇ ਤੇ ਪਰਮੇਸ਼ਵਰ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਲਬਾ ਹੋ ਸਕੁਲਾ ਕੋ ਪ੍ਰੇਸ਼ਟਾ ਓ ਪ੍ਰਕਾੜਾ ਬਜ਼ੋ ਪੜੀ ਕਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਹੋ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਹੋ ਲਬਾ ਹੋ ਸਕੁਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੁਲਾ ਕੋ ਪ੍ਰੇਸ਼ਟਾ ਓ ਰੇ 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 ਬਾਬਾ 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 ਹੋਂਗੇ ਬਰਬਸਾ ਲਿਗਾ ਬਰਬਸਾ ਨਾ ਕਸਾਨੇ ਨੇ ਬੋਨਾ ਬਲਿਗਾ ਸਾਕ ਟਾਂਟ ਰੜੀ
ਧੰਨਵਾਦ ਕਰਦੇ ਪਰਮੇਸ਼ਵਰ ਤੁਹਾਡੀ ਸਤਿਨਿਸ਼ਠਾ ਪ੍ਰਬਲ ਹੁੰਦੇ ਤੇ ਵਿਸ਼ਵ ਦੇ ਦੇਸ਼ਾਂ ਅਤੇ ਲੋਕਾਂ ਦਾ ਹਿਰਦੇ ਵੀ ਸਥਾਪਿਤ ਹੁੰਦੇ ਯਿਸੂ ਮਸੀਹ ਦੇ ਨਾਮ ਵਿੱਚ। ਉਹ ਧੰਨਵਾਦ ਕਰਦੇ ਪਰਮੇਸ਼ਵਰ ਲਿਖਾ ਸਾਕ ਟਾਟੜੇ ਸ਼ਲਮਾਂਗ ਰਬਾ ਲਬਾ ਹੋ ਸਕੋਲਾ ਕੋ ਪ੍ਰੇਸ਼ ਲਿਖਾ ਸਾਕ ਟਾਟੜੇ ਉਹ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ ਲਿਖਾ ਸਾਕ ਟਾਟੜੇ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ ਲਿਖਾ ਸਾਕ ਟਾਟੜੇ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਟਾ। ਧੰਨਵਾਦ ਕਰ ਪਰਮੇਸ਼ਵਰ ਭਾਰਤ ਦੇਸ਼ ਵਿੱਚ ਕੇਵਲ ਤੁਹਾਡੀ ਸਤਿਨਿਸ਼ਠਾ ਰਾਜ ਕਰ। ਧੰਨਵਾਦ ਕਰ ਲਿਖਾ ਸਾਕ ਟਾਟੜੇ ਉਹ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਟਾ। ਉਹ ਪ੍ਰਕਾੜਾ ਬਦੋ ਬੜੀ ਕਲਿਕਾ ਸਾਕ ਟਾਟੜੇ ਸ਼ਲਮਾਂਗ ਰਬਾ ਰਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ ਲਿਖਾ ਸਾਕ ਟਾਟੜੇ। ਉਹ ਧੰਨਵਾਦ ਕਰ ਪਰਮੇਸ਼ਵਰ ਕੇਵਲ ਤੁਹਾਡੀ ਸਿੱਧ ਇੱਛਾ ਪੂਰੀ ਹੋਣੀ। ਧੰਨਵਾਦ ਕਰਦੇ ਅਤੇ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਨ, ਆਮੈਨ, ਹਾਲੇਲੂਇਆ, ਪ੍ਰੇਜ਼ ਦ ਲਾਰਡ। ਅਤੇ ਸਮਾਂ ਹਨ ਵਰਸ਼ਿਪ ਟੀਮ ਨੂੰ ਸਵਾਗਤ ਕਰਦੇ ਹਨ, ਹਾਲੇਲੂਇਆ। पवित्र आत्मा, पवित्र आत्मा, हम तेरी स्तुति करते, तेरी महिमा करते। तूने मेरी आंखें खोली उन सारी चीजों को देखने की। पवित्र आत्मा, हाँ, पवित्र आत्मा, पवित्र आत्मा, पवित्र आत्मा, तेरी स्तुति करूं। तूने मेरी आंखें खोली, तूने मेरी आंखें खोली। पवित्र आत्मा, पवित्र आत्मा, तूने मेरी आंखें खोली, तूने मेरी आंखें पवित्र आत्मा, पवित्र आत्मा, पवित्र आत्मा, पवित्र आत्मा, पवित्र आत्मा, पवित्र आत्मा, तेरी स्तुति करूं, तेरी स्तुति करूं। तूने मेरी आंखें खोली, ओ धन्यवाद, धन्यवाद, धन्यवाद। तूने मेरी आंखें खोली उन सारी चीजों को देखने जो परमेश्वर ने हमारे लिए। तूने मेरी आंखें खोली, तूने मेरी आंखें खोली, तूने मेरी आंखें खोली। पवित्र आत्मा, पवित्र आत्मा, पवित्र आत्मा, पवित्र आत्मा, पवित्र आत्मा, हाँ, तुझसे प्यार करूं, मुझे मार्गदर्शन करता तू, मुझे मार्गदर्शन करता। पवित्र आत्मा, पवित्र आत्मा, तू मुझे मार्गदर्शन करता है, हर चीजों मेरा मार्गदर्शन करता है। ओ धन्यवाद, धन्यवाद, धन्यवाद। पवित्र आत्मा, पवित्र आत्मा, पवित्र आत्मा, पवित्र आत्मा, ओ पवित्र आत्मा, पवित्र आत्मा, तुझसे प्यार करूं, तुझसे प्यार करूं। तूने मेरी आंखें खोली, तूने मेरी आंखें खोली, तूने मेरी आंखें खोली। पवित्र आत्मा, पवित्र आत्मा, मेरी आंखें खोली, तूने मेरी
ओ पवित्र आत्मा तेरा धन्यवाद। ओ हालेलुया हालेलुया हालेलुया। Praise the Lord. ਅਤੇ ਅੱਜ ਦਾ ਆਇਤ ਪਾਸਟਰ ਕ੍ਰਿਸ ਦੀ ਔਰ ਸੇ ਹਨ ਅਤੇ ਅੱਜ ਦਾ ਆਇਤ ਦਾ ਟਾਈਟਲ ਹਨ ਉਹਨਾਂ ਨੂੰ ਆਪਣੇ ਨਾਂ ਦੇ ਜਵਾਬ ਦੇਣਾ ਪਵੇਗਾ। ਅਤੇ ਅੱਜ ਦਾ ਆਇਤ ਯਸ਼ਾਹ 10 ਅਧਿਆਇ ਤੇ 7 ਆਇਤ ਵਿੱਚ ਲਿਆ ਗਿਆ ਹਨ। ਅਤੇ ਉਸ ਦਿਨ ਯੋ ਹੋਵੇਗਾ ਕਿ ਉਹ ਦਾ ਬਾਰ ਤੇਰੇ ਮੁੰਡਿਆਂ ਤੋਂ ਅਤੇ ਉਹ ਦਾ ਜੁੱਲਾ ਤੇਰੀ ਗਰਦਨ ਤੋਂ ਲਾਹ ਦਿੱਤਾ ਜਾਵੇਗਾ ਅਤੇ ਉਹ ਜੁੱਲਾ ਸਮਾਂ ਦੇ ਕਾਰਨ ਤੋੜਿਆ ਜਾਵੇਗਾ। ਇੱਕ ਵਾਰ ਮੈਂ ਇੱਕ ਸ਼ੈਤਾਨ ਨੂੰ ਇੱਕ ਨਿਸ਼ਚਿਤ ਸਾਥੀ ਤੋਂ ਬਾਹਰ ਆਉਣ ਲਈ ਕਿਹਾ ਅਤੇ ਸ਼ੈਤਾਨ ਨੇ ਕਿਹਾ ਮੈਂ ਨਹੀਂ ਜਾ ਰਿਹਾ ਅਤੇ ਹਿੰਸਕ ਹੋ ਗਿਆ। ਉਪਦੇਸ਼ਕ ਉਸ ਆਦਮੀ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸਨ ਪਰ ਮੈਂ ਉਹਨਾਂ ਨੂੰ ਉਸ ਨੂੰ ਚੜ੍ਹਨ ਲਈ ਇਸ਼ਾਰਾ ਕੀਤਾ ਜਿਵੇਂ ਕਿ ਉਸਨੇ ਗੁੱਸੇ ਨਾਲ ਮੇਰੇ ਤੇ ਦੋਸ਼ ਲਗਾਇਆ। ਮੈਂ ਸ਼ਾਂਤ ਰਿਹਾ ਅਤੇ ਕਿਹਾ ਤੂੰ ਜਾ ਚੁੱਕਾ ਹਾਂ। ਅਚਾਨਕ ਉਹ ਆਦਮੀ ਬਹੁਤ ਸ਼ਾਂਤ ਹੋ ਗਿਆ ਅਤੇ ਜਿਵੇਂ ਹੀ ਸ਼ੈਤਾਨ ਨੇ ਉਸ ਨੂੰ ਛੁੜਿਆ ਉਹ ਹੇਠਾਂ ਡਿੱਗ ਪਿਆ। ਮੇਰੇ ਨਾਲ ਮੌਜੂਦ ਅਧਿਕਾਰੀਆਂ ਵਿੱਚ ਇੱਕ ਨੇ ਬਾਅਦ ਵਿੱਚ ਮੈਨੂੰ ਕਿਹਾ ਪਾਸਟਰ ਜੀ ਮੈਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਹੈ ਕਿ ਉਹ ਹੋਇਆ ਹੈ। ਤੁਸੀਂ ਸ਼ੈਤਾਨ ਨੂੰ ਜਾਣ ਲਈ ਕਹਿ ਸੀ ਪਰ ਉਹ ਨਹੀਂ ਗਿਆ। ਫਿਰ ਤੁਸੀਂ ਕਿਹਾ ਤੁਸੀਂ ਚਲਾ ਗਿਆ ਹੈ ਅਤੇ ਫਿਰ ਉਹ ਬਾਹਰ ਚਲਾ ਗਿਆ। ਇਸ ਲਈ ਮੈਂ ਕਿਹਾ ਠੀਕ ਹੈ ਪਰਮੇਸ਼ਵਰ ਦਾ ਹਰ ਬਚਨ ਇੱਕ ਨਾਮ ਹੈ ਅਤੇ ਜੋ ਉਹ ਕਹਿੰਦਾ ਹੈ ਉਹ ਬਣਦਾ ਹੈ। ਹਾਲੇਲੂਇਆ। ਸਾਨੂੰ ਮਰਕੁਸ 7 ਅਧਿਆਇ ਅਤੇ 25 ਤੇ 30 ਆਇਤ ਕਹਿੰਦਾ ਹੈ ਯਿਸੂ ਦੇ ਨਾਲ ਇੱਕ ਬਹੁਤ ਹੀ ਪ੍ਰੇਰਨਾਦਾਇਕ ਸਮਾਨ ਦ੍ਰਿਸ਼ ਮਿਲਦਾ ਹੈ। ਇੱਕ ਸੁਰਫਨੀਕੀ ਔਰਤ ਯਿਸੂ ਕੋਲ ਆਈ ਅਤੇ ਉਸ ਦੀ ਵਿੱਚ ਸ਼ੈਤਾਨ ਨੂੰ ਕੱਢਣ ਲਈ ਉਸ ਨੂੰ ਬੇਨਤੀ ਕੀਤਾ। ਯਿਸੂ ਨੇ ਉਸ ਨੂੰ ਕਿਹਾ ਆਪਣੇ ਰਾਹ ਜਾ ਤੇਰੀ ਦੀ ਵਿੱਚ ਸ਼ੈਤਾਨ ਨਿਕਲ ਗਿਆ ਹਾਂ। ਮਰਕੁਸ 7 ਅਧਿਆਇ ਤੇ 29 ਆਇਤ। ਉਸ ਸ਼ੈਤਾਨ ਨੂੰ ਉਸ ਨਾਮ ਦਾ ਜਵਾਬ ਦੇਣਾ ਪਿਆ ਜਿਸ ਨੂੰ ਯਿਸੂ ਨੇ ਹੁਣ ਪੁਕਾਰਿਆ ਸੀ ਬਾਹਰ ਚਲਾ ਗਿਆ ਹਾਂ। ਬਾਈਬਲ ਕਹਿੰਦੀ ਹੈ ਕਿ ਔਰਤ ਘਰ ਆਈ ਅਤੇ ਦੇਖਿਆ ਕਿ ਸ਼ੈਤਾਨ ਉਸ ਦੀ ਤੋਂ ਚਲਾ ਗਿਆ ਸੀ। ਕਈ ਵਾਰ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਜਦੋਂ ਤੁਸੀਂ ਉਹਨਾਂ ਨੂੰ ਬਾਹਰ ਕੱਢਦੇ ਹੋ ਤਾਂ ਸ਼ੈਤਾਨ ਨੂੰ ਕਿਵੇਂ ਸੂਚਿਤ ਕਰਨਾ ਹੈ। ਕਈ ਵਾਰ ਤੁਸੀਂ ਉਸ ਸ਼ੈਤਾਨ ਨੂੰ ਕਹਿਣ ਲਈ ਆਤਮਾ ਦੀ ਅਗਵਾਈ ਪਾਉਂਦੇ ਹੋ ਬਾਹਰ ਆ ਅਤੇ ਫਿਰ ਵਾਪਸ ਨਾ ਆ। ਇੱਥੇ ਤੱਕ ਕਿ ਕੌਮਾਂ ਵਿੱਚ ਉਸ ਦੀਆਂ ਗਤੀਵਿਧੀਆਂ ਦੇ ਵਿਰੋਧ ਪ੍ਰਾਰਥਨਾ ਕਰਨ ਵਿੱਚ ਸਹੀ ਗੱਲਾਂ ਕਹਿਣਾ ਮਹੱਤਵਪੂਰਨ ਹੈ। ਆਪਣੀ ਕੌਮਾਂ ਉੱਤੇ ਉਹਨਾਂ ਦਾ ਪ੍ਰਭਾਵ ਖਤਮ ਕਰੋ ਅਤੇ ਉਹਨਾਂ ਨੂੰ ਕਹੋ ਤੂੰ ਇਸ ਕੌਮ ਤੋਂ ਚਲਾ ਗਿਆ ਹੈ, ਤੇਰਾ ਪ੍ਰਭਾਵ ਟੁੱਟ ਗਿਆ ਹੈ, ਤੇਰਾ ਰਾਜ ਬੰਦ ਹੋ ਗਿਆ ਹੈ। ਹਾਲੇਲੂਇਆ। ਕਿਸੇ ਨੇ ਕਹਾ ਜੋ ਅਸੀਂ ਦੁਨੀਆ ਭਰ ਵਿੱਚ ਦੇਖਦੇ ਹਾਂ ਸ਼ੈਤਾਨਾਂ ਦੀਆਂ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ ਉਹ ਸਿਰਫ ਇੱਕ ਮਰ ਰਹੇ ਘੋੜੇ ਦੀਆਂ ਲੱਤਾਂ ਹਨ ਪਰ ਅਸੀਂ ਸਾਮਰਥ ਨਾਲ ਭਰੇ ਹੋਏ ਹਾਂ ਅਤੇ ਸਾਡੇ ਕੋਲ ਉਹਨਾਂ ਉੱਤੇ ਰਾਜ ਹਾਂ। ਉਹ ਨਿਰਾਸ਼ ਅਧਰੰਗੀ ਹਨ, ਉਹਨਾਂ ਦੇ ਕਾਮਾਂ ਨੂੰ ਨਸ਼ਟ ਕਰ ਦਿੱਤਾ ਗਿਆ ਹਾਂ। ਅਸੀਂ ਜੇਤੂ ਹਾਂ, ਅਸੀਂ ਫਤਿਹਮੰਦ ਹਾਂ। ਅਸੀਂ ਪਵਿੱਤਰ ਆਤਮਾ ਦੀ ਸਾਮਰਥ ਦੇ ਦੁਆਰਾ ਸ਼ੈਤਾਨ ਅਤੇ ਉਸ ਦੇ ਹਨੇਰੇ ਦੀ ਸਮੂਹ ਉੱਤੇ ਮਸੀਹ ਦੇ ਦੁਆਰਾ ਰਾਜ ਕਰ ਰਿਹਾ ਹਾਂ। ਹਾਲੇਲੂਇਆ। ਅਤੇ ਸਮਾਂ ਹਨ ਪ੍ਰਾਰਥਨਾ ਦਾ। ਤੁਸੀਂ ਜਿੱਥੇ ਕਿਤੇ ਖੜੇ ਹੁੰਦੇ ਐਸੇ ਆਪਣੇ ਅੱਖਾਂ ਨੂੰ ਬੰਦ ਕਰਕੇ ਆਪਣੇ ਪਵਿੱਤਰ ਹੱਥਾਂ ਨੂੰ ਸਵਰਗ ਦੇ ਉਠਾਉਂਦੇ ਅਤੇ ਪ੍ਰਾਰਥਨਾ ਅਸੀਂ ਮੇਰੇ ਪਿੱਛੇ ਕਹਿੰਦੇ ਹਨ। ਪਿਆਰੇ ਪਿਤਾ ਮਸੀਹ ਵਿੱਚ ਸਾਨੂੰ ਦਿੱਤੇ ਗਏ ਅਧਿਕਾਰ ਦੇ ਲਈ ਤੁਹਾਡਾ ਧੰਨਵਾਦ ਜਿਸ ਨਾਲ ਅਸੀਂ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਉੱਤੇ ਰਾਜ ਕਰਦੇ ਹਾਂ। ਉਹਨਾਂ ਦਾ ਪ੍ਰਭਾਵ ਕੌਮਾਂ ਤੋਂ ਕੱਟਿਆ ਜਾਂਦਾ ਹਾਂ। ਅਸੀਂ ਉਹਨਾਂ ਦੇ ਗੁੱਸੇ ਨੂੰ ਖਤਮ ਕਰ ਦਿੱਤਾ ਹਾਂ।
ਕਲੀਸਿਆ ਜੇਤੂ ਹੈ। ਯੀਸ਼ੂ ਦੇ ਨਾਮ ਵਿੱਚ ਪਵਿੱਤਰ ਆਤਮਾ ਦੀ ਸਾਮਰਥ ਦੇ ਦੁਆਰਾ ਧਰਤੀ ਉੱਤੇ ਮਸੀਹ ਦੁਆਰਾ ਰਾਜ ਕਰ ਰਿਹਾ ਹਾਂ। ਆਮੀਨ, ਹਾਲੇਲੂਇਆ। ਅਤੇ ਤੁਸੀਂ ਆਗੇ ਪੜ੍ਹ ਸਕਦੇ ਹਨ ਉਪਦੇਸ਼ਕ ਦੀ ਪੋਥੀ 8ਵਾਂ ਅਧਿਆਇ ਤੇ 4 ਆਇਤ NLT ਆਇਤ ਵਿੱਚ, ਅਤੇ ਯਸ਼ਯਾਹ 3 ਅਧਿਆਇ ਅਤੇ 31 ਆਇਤ, ਯਸ਼ਯਾਹ 10 ਅਧਿਆਇ ਅਤੇ 24 ਤੇ 27 ਆਇਤ। ਹਾਲੇਲੂਇਆ, ਪ੍ਰੇਜ਼ ਦ ਲਾਰਡ। हालेलुया, प्रेज द लॉर्ड। मैं धन्यवाद देना चाहता हूँ हमारे परमेश्वर के जन पास्टर क्रिस का और हमारे परमेश्वर के जन पास्टर आइजक सर का। मेरी गवाही है मेरे सेल की। मेरे सेल में एक सिस्टर आती है और कुछ महीनों पहले वो प्रेग्नेंट थी, और जब वो प्रेग्नेंट थी तो उनके पति ने उनको एक्सेप्ट करने के लिए मना कर दिया था, उनकी डिलीवरी को एक्सेप्ट करने के लिए मना कर दिया था। तो उनके लिए सेल में प्रार्थना हुई और साथ ही साथ उनकी माँ ने भी उनके लिए प्रार्थना की, उस सिस्टर के लिए। और जैसे ही वो डिलीवरी हुई उसी तुरंत उनके पति ने उनको एक्सेप्ट किया और उनके पति ने उनसे माफी भी मांगी, जो उन्होंने कहा था कि उस बच्चे को वो एक्सेप्ट नहीं करते हैं। इसके लिए मैं परमेश्वर का धन्यवाद देता हूँ, हमारे परमेश्वर के जन पास्टर आइजक सर का धन्यवाद देता हूँ, क्योंकि वो हमारे परमेश्वर के जन जो सिखाते हैं, हम अपने सेल में उन वचनों को लगाते हैं, अपने सेल के मेंबर्स उन वचनों को लगाते हैं और हम अपने जीवन में गवाहियां पाते हैं। हालेलुया, प्रेज द लॉर्ड। थैंक यू, गॉड ब्लेस यू। मत सोचिएगा कि आपने कोई गलती कर दी या आपने कुछ इतना बड़ा काम कर दिया कि परमेश्वर का प्रेम आपके लिए खत्म हो गया, और कभी मत होने दीजिएगा कि आप अपने आप को बेकार समझें। जब आप 24 घंटे प्रेम में चल रहे हो तो आप 24 घंटे किसमें चल रहे हो? परमेश्वर की भरपूरी में। प्रेज द लॉर्ड, हालेलुया। अगर आपको उद्धार में चलना है तो आपको प्रेम करना पड़ेगा। प्रेज द लॉर्ड। तो प्रेम केवल मुंह का नहीं है, प्रेम में आप एक कदम उठाते हो। जैसे परमेश्वर ने जब हमसे प्रेम किया तो उसने कुछ किया। जो सम्मान परमेश्वर ने यीशु मसीह को दिया, जो मौका परमेश्वर ने यीशु मसीह को दिया, वही मौका उसने मुझे और आपको दिया। हालेलुया। उसने हमें उसके पास बुला लिया। हालेलुया। उसने हमारा उसके बीच का जो संबंध टूट गया था उसको क्या कर दिया? जोड़ दिया। ग्लोरी। किसकी वजह से? प्रेम की वजह से। हालेलुया। मैं आदेश देता हूं बीमारी को उनके शरीरों से जाने का यीशु मसीह के नाम। मैं उन अशुद्ध आत्माओं को, उन दुर्बलता की आत्माओं को, उन बीमारी फैलाने वाली आत्माओं को आदेश देता हूं उनके शरीरों से जाने का और वापस नहीं आने का यीशु मसीह के नाम। तुझसे करता शुरू है कोई का, शुक्रिया करता हूँ मैं लेके तेरा नाम, आदर और धन्यवाद आज तेरे नाम। शुक्रिया 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 तेरा, शुक्रिया
कुछ पाया मैंने, कहता हूँ दिल से शुक्रिया। क्या नहीं दिया, क्या नहीं दिया तूने, सब कुछ पाया, सब कुछ पाया मैंने, पूरे दिल से कहता हूँ दिल से शुक्रिया। शुक्रिया 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 तेरा, शुक्रिया 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 यीशु तेरा। सारी दुनिया तेरी है, सब कुछ तूने रचाया है, मुझको भी तूने बनाया है, तेरे जैसा किया है। क्या नहीं दिया तूने, सब कुछ पाया मैंने, कहता हूँ दिल से शुक्रिया। क्या नहीं दिया तूने, क्या नहीं दिया तूने, सब कुछ पाया मैंने, कहता हूँ दिल से शुक्रिया। शुक्रिया 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 तेरा, शुक्रिया 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 यीशु तेरा। शुक्रिया 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 तेरा, शुक्रिया 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 तेरा, शुक्रिया 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 यीशु तेरा। शुक्रिया 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 यीशु तेरा। Hallelujah. Praise the Lord. ਹਾਲੇਲੂਇਆ। ਆਪਣੇ ਹੱਥਾਂ ਨੂੰ ਉਠਾਵਾਂਗੇ, ਉਹਦਾ ਧੰਨਵਾਦ ਕਰਾਂਗੇ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ। ਇਹ ਜੋ ਧੰਨਵਾਦ ਹੈ ਤੁਹਾਡੀ ਆਤਮਾ ਤੋਂ ਆਵੇ, ਆਪਣੀ ਆਤਮਾ ਤੋਂ ਉਹਦਾ ਧੰਨਵਾਦ ਕਰਾਂਗੇ, ਉਹਦੇ ਧੰਨਵਾਦ ਨਾਲ ਭਰ ਜਾਵਾਂਗੇ। ਉਹ ਮਹਾਨ ਕੰਮ ਜਿਹੜੇ ਪਰਮੇਸ਼ਰ ਨੇ ਸਾਡੇ ਵਿੱਚ ਸਾਡੇ ਦੁਆਰਾ ਕੀਤੇ ਆ, ਉਹਨਾਂ ਵਾਸਤੇ ਧੰਨਵਾਦ ਕਰਾਂਗੇ। ਉਹਨਾਂ ਦੀ ਜਿੱਤਾਂ ਵਾਸਤੇ ਧੰਨਵਾਦ ਕਰਾਂਗੇ। ਸਾਨੂੰ ਸੁਰੱਖਿਅਤ ਰੱਖਿਆ, ਇਸ ਵਾਸਤੇ ਉਹਦਾ ਧੰਨਵਾਦ ਕਰਾਂਗੇ। ਆਪਣੇ ਹੱਥਾਂ ਨੂੰ ਉੱਪਰ ਉਠਾਵਾਂਗੇ ਔਰ ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਸੁਰੱਖਿਅਤ ਰੱਖਿਆ। ਮੇਰੇ ਦੁਆਰਾ ਤੁਸੀਂ ਮੇਰੀ ਦੁਨੀਆ ਨੂੰ ਬਚਾਇਆ ਤੇ ਰਾਤ
ਧੰਨਵਾਦ ਕਰਦੇ ਹਾਂ। ਆਪਣੇ ਵਚਨਾਂ ਦੀ ਸਮਝ ਦੇਣ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਨੂੰ ਆਪਣਾ ਆਤਮਾ ਦਿੱਤਾ, ਉਸ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਨੂੰ ਆਪਣਾ ਵਚਨ ਦਿੱਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਮੈਨੂੰ ਇੱਕ ਬੁਲਾਹਟ ਦਿੱਤੀ, ਇੱਕ ਉਦੇਸ਼ ਦਿੱਤਾ ਔਰ ਬੁੱਧੀ ਦਿੱਤੀ, ਮੈਂ ਉਸ ਉਦੇਸ਼ ਨੂੰ ਪੂਰਾ ਕਰ ਸਕਾਂ। ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਇਸ ਸਮੇਂ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਕਹਿੰਦੇ ਹਾਂ ਸਾਡੀ ਆਤਮਾਵਾਂ, ਸਾਡੇ ਦਿਮਾਗ ਖੁੱਲੇ ਆ ਤੁਹਾਡੇ ਵਚਨ ਨੂੰ ਸੁਣਨ ਵਾਸਤੇ ਔਰ ਗ੍ਰਹਿਣ ਕਰਨ ਵਾਸਤੇ। ਤੁਹਾਡਾ ਧੰਨਵਾਦ ਕਰਦੇ ਹਾਂ। ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਪ੍ਰੇਜ਼ ਦ ਲਾਰਡ। ਬੈਠ ਸਕਦੇ ਹੋ ਤੁਸੀਂ ਔਰ ਜ਼ੋਰ ਨਾਲ ਚਲਾ ਸਕਦੇ ਹੋ ਮਹਿਮਾ। ਖੁਸ਼ ਹੋ ਕੇ ਚਲਾ ਸਕਦੇ ਹੋ ਮਹਿਮਾ। ਕਿੰਨੇ ਲੋਕ ਖੁਸ਼ ਹੈ ਔਰ ਬੋਲ ਸਕਦੇ ਆ ਪੜੋਸੀ ਨੂੰ ਹੈਪੀ ਨਿਊ ਈਅਰ, ਹੈਪੀ ਨਿਊ ਈਅਰ। ਇਹ ਸਾਡਾ ਸਾਲ ਹੈ ਬਦਲਾਂ ਦੇ ਇਕੱਠਾ ਹੋਣ ਦਾ। ਬੋਲੋ, ਇਹ ਸਾਡਾ ਸਾਲ ਹੈ ਬਦਲਾਂ ਦੇ ਇਕੱਠਾ ਹੋਣ ਦਾ। ਪ੍ਰੇਜ਼ ਦ ਲਾਰਡ। ਕਿੰਨੇ ਲੋਕ ਸੀ 31 ਤਾਰੀਖ ਦੀ ਸਰਵਿਸ ਵਿੱਚ? ਕਿੰਨੇ ਲੋਕ ਸੀ 31 ਤਰੀਕ ਦੀ ਸਰਵਿਸ ਵਿੱਚ? ਪ੍ਰੇਜ਼ ਦ ਲਾਰਡ, ਹਾਲੇਲੂਇਆ। ਕਿਉਂਕਿ ਜੋ ਸੰਦੇਸ਼ ਪਾਸਟਰ ਨੇ ਉੱਥੇ ਦਿੱਤਾ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪ੍ਰੇਜ਼ ਦ ਲਾਰਡ। ਕਿਉਂਕਿ ਬਾਈਬਲ ਕਹਿੰਦੀ ਆ ਜੋ ਕੁਝ ਵੀ ਕਰੋ ਸਮਝ ਨਾਲ ਕਰੋ। ਪ੍ਰੇਜ਼ ਦ ਲਾਰਡ। ਕਿਉਂਕਿ ਜਦੋਂ ਤੁਸੀਂ ਸਮਝ ਨਾਲ ਕਰੋਗੇ ਤਾਂ ਉਹਦਾ ਇੰਪੈਕਟ ਜ਼ਿਆਦਾ ਹੋਏਗਾ। ਤੁਹਾਡੀ ਆਤਮਾ ਉਹਦੇ ਵਿੱਚ ਇਨਵੋਲਵ ਹੋਏਗੀ। ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਕਹਾਂ, ਬੋਲੋ ਨੀ ਹਾਓ, ਨੀ ਹਾਓ, ਔਰ ਤੁਹਾਨੂੰ ਇਹਦਾ ਮਤਲਬ ਨਹੀਂ ਪਤਾ ਤਾਂ ਕੀ ਹੋਏਗਾ ਕਿ ਤੁਹਾਡੀ ਆਤਮਾ ਉਹਨਾਂ ਨਾਲ ਜੁੜੀ ਹੋਈ ਨਹੀਂ ਆ, ਕਿਉਂਕਿ ਤੁਹਾਨੂੰ ਪਤਾ ਨਹੀਂ ਹੈ ਤੁਸੀਂ ਕੀ ਬੋਲਿਆ। ਸੋ ਪਰਮੇਸ਼ਰ ਕਹਿੰਦਾ ਜੋ ਕਰੋ ਉਹ ਸਮਝ ਨਾਲ ਕਰੋ। ਜੋ ਕਰ ਰਹੇ ਹੋ, ਕੀ ਕਰ ਰਹੇ ਹੋ, ਤਾਂ ਕਿ ਤੁਸੀਂ ਉਹਦਾ ਫਾਇਦਾ ਉਠਾ ਸਕੋ। ਔਰ ਇਹੀ ਕਾਰਨ ਹੈ ਕਿ ਜਦੋਂ ਪਰਮੇਸ਼ਰ ਦਾ ਵਚਨ ਸਾਡੇ ਕੋਲ ਆਂਦਾ, ਤੁਹਾਨੂੰ ਉਹਦੇ ਉੱਪਰ ਬੈਠ ਕੇ ਮਨਨ ਕਰਨ ਦੀ ਜ਼ਰੂਰਤ ਹੈ ਕਿ ਉਪਦੇਸ਼ ਸਿਰਫ ਕੋਈ ਪ੍ਰਵਚਨ ਨਹੀਂ ਆ ਜੋ ਆਪਣੇ ਆਪ ਕੰਮ ਕਰੇਗਾ। ਇਹਦੇ ਵਿੱਚ ਸਾਡੀ ਔਰ ਤੁਹਾਡੀ ਇੱਕ ਭਾਗੀਦਾਰੀ ਆ। ਪ੍ਰੇਜ਼ ਦ ਲਾਰਡ। ਔਰ ਇਹ ਜੋ ਸਾਲ ਦਾ ਸੰਦੇਸ਼ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਬਹੁਤ ਸਾਰੀ ਵਾਰੀ ਲੋਕਾਂ ਨੂੰ ਲੱਗਦਾ ਕਿ ਇਹ ਸਾਲ ਕੁਝ ਲੈ ਕੇ ਆਏਗਾ। ਇਹ ਗੱਲ ਅਸੀਂ ਬਾਰ-ਬਾਰ ਐਮਫਸਾਈਜ਼ ਕੀਤੀ ਆ ਕਿ ਸਾਲ ਕੁਝ ਲੈ ਕੇ ਨਹੀਂ ਆਉਂਦਾ। ਅਸੀਂ ਆ ਜੋ ਸਾਲ ਵਿੱਚ ਅਸੀਂ ਕੁਝ ਲੈ ਕੇ ਆਉਂਦੇ ਆ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਆਸ਼ਾ ਪੂਰੀ ਨਹੀਂ ਹੁੰਦੀ ਕਿ ਨਵਾਂ ਸਾਲ ਕੁਝ ਲੈ ਕੇ ਆਏਗਾ, ਪਰ ਸਾਲ ਕੁਝ ਲੈ ਕੇ ਨਹੀਂ ਆਉਂਦਾ। ਇਹ ਜੋ ਸਾਲ ਹੈ ਇਹ ਮੇਰੇ ਔਰ ਤੁਹਾਡੇ ਨਾਲ 2022 ਆ, ਲੇਕਿਨ ਪਾਸਟਰ ਨੇ ਦੱਸਿਆ ਕਿ ਬਹੁਤਿਆਂ ਦੇ ਹਿਸਾਬ ਨਾਲ 2022 ਨਹੀਂ ਆ। ਹੁਣ ਅਸੀਂ ਬੋਲਦੇ ਹਾਂ ਨਵਾਂ ਸਾਲ ਹੋ ਗਿਆ, 2022 ਆ ਗਿਆ। ਕੁਝ ਦੇਸ਼ ਹੈ ਜਿਨ੍ਹਾਂ ਵਿੱਚ ਨਵਾਂ ਸਾਲ 1 ਤਰੀਕ ਨੂੰ ਨਹੀਂ ਮਨਾਇਆ ਜਾਂਦਾ, ਉਹਨਾਂ ਨੂੰ ਕਿਸੇ ਹੋਰ ਦਿਨ ਮਨਾਇਆ ਜਾਂਦਾ। ਬਹੁਤ ਸਾਰੇ ਦੇਸ਼ ਹੈ, ਬਹੁਤ ਸਾਰੇ ਦੇਸ਼ ਹੈ, ਜਿਸ ਤਰ੍ਹਾਂ ਇਥੋਪੀਆ, ਉੱਥੇ 2014। ਔਰ ਮੈਂ ਕਹਿੰਦਾ ਅਸੀਂ ਦੂਰ ਕਿਉਂ ਜਾ ਰਹੇ ਹਾਂ? ਭਾਰਤ ਵਿੱਚ ਹੀ ਅਸੀਂ ਓਫੀਸ਼ਲੀ ਅਸੀਂ ਨਹੀਂ ਬੋਲਦੇ, ਲੇਕਿਨ ਪੰਜਾਬ ਦਾ ਇੱਕ ਕੈਲੰਡਰ ਹੁੰਦਾ ਵਾ ਜਿਹਦੇ ਵਿੱਚ ਜੋ ਸੰਵਤ ਚੱਲਦੀ ਆ, ਵਿਕਰਮ ਸੰਵਤ ਚੱਲਦੀ ਆ, ਜੋ ਦੇਸੀ ਕੈਲੰਡਰ ਹੈ, ਉਹਦੇ ਹਿਸਾਬ ਨਾਲ 2078 ਚੱਲ ਰਿਹਾ। ਇਸ ਕਰਕੇ ਗੱਲ ਸਾਲ ਦੀ ਨਹੀਂ ਆ ਕਿ 2022 ਇੱਕ ਆਸ਼ੀਸ਼ ਲੈ ਕੇ ਆਏਗਾ। ਗੱਲ ਇਹ ਆ ਕਿ ਪਰਮੇਸ਼ਵਰ ਦੀ ਟਾਈਮਿੰਗ, ਇਹ ਪਰਮੇਸ਼ਵਰ ਦਾ ਸਮੇਂ ਆ, ਪਰਮੇਸ਼ਵਰ ਦਾ ਸਮੇਂ ਆ। ਪਰਮੇਸ਼ਵਰ ਨੇ ਉਸ ਸਮੇਂ ਦੇ ਅਨੁਸਾਰ ਸਾਨੂੰ ਬੋਲਿਆ ਕਿ ਇਹ ਕਿਹੜਾ ਸਾਲ ਹੈ ਬੱਦਲਾਂ ਦੇ ਇਕੱਠਾ ਹੋਣ ਦਾ। ਪਰਮੇਸ਼ਵਰ ਨੇ ਇਹ ਨਹੀਂ ਬੋਲਿਆ ਕਿ 2022 ਐਜ਼ ਪਰ, ਪਰਮੇਸ਼ਵਰ ਨੇ ਬੋਲਿਆ ਇਹ ਉਸ ਸਮੇਂ ਆ। ਅਸੀਂ ਤੁਹਾਡੀ ਸਮਝ ਵਾਸਤੇ ਬੋਲ ਰਹੇ ਹਾਂ ਕਿ 2022 ਸਾਡਾ ਸਾਲ ਹੈ ਬੱਦਲਾਂ ਦੇ ਇਕੱਠੇ ਹੋਣ ਦਾ। ਲੇਕਿਨ ਪਰਮੇਸ਼ਰ ਇਦਾਂ ਨਹੀਂ ਬੋਲ ਰਿਹਾ। ਪਰਮੇਸ਼ਰ ਬੋਲ ਰਿਹਾ ਕਿ ਇਹ ਸਮਾਂ ਹੈ, ਇਹ ਸਾਲ ਹੈ, ਇਹ ਸਮਾਂ ਹੈ ਬੱਦਲਾਂ ਦੇ ਇਕੱਠੇ ਹੋਣ ਦਾ। ਤਾਂ ਇਫੈਸਸ 2022 ਦੇ ਵਿੱਚ ਨਾ ਰੱਖੋ। ਤੁਸੀਂ ਧਿਆਨ 2022 ਤੇ ਨਹੀਂ ਦੇਣਾ, ਤੁਸੀਂ ਧਿਆਨ ਦੇਣਾ ਇਸ ਸਮੇਂ ਤੇ। ਇਹ ਸਾਲ, ਇਹ ਸਮਾਂ 2022 ਨਹੀਂ, ਇਹ ਸਮੇਂ। ਹੁਣ ਕੁਝ ਵੀ ਹੋ ਸਕਦਾ, ਕਿਸੇ ਵਾਸਤੇ 2014 ਹੋ ਸਕਦਾ ਵਾ, ਕਿਸੇ ਵਾਸਤੇ 2078 ਹੋ ਸਕਦਾ, ਕਿਸੇ ਵਾਸਤੇ ਕੁਝ ਹੋ ਸਕਦਾ। ਉਹ ਮੈਟਰ ਨਹੀਂ ਕਰਦਾ। ਮੈਟਰ ਕੀ ਕਰਦਾ? ਇਹ ਜੋ ਸਮੇਂ ਆ ਔਰ ਸਾਲ ਵੀ ਕੀ ਆ, ਅਸੀਂ ਉਹਨੂੰ ਸਾਲ ਬੋਲ ਰਹੇ ਹਾਂ, ਲੇਕਿਨ ਪਰਮੇਸ਼ਰ ਦੇ ਨਾਲ ਹਿਸਾਬ ਨਾਲ ਕੀ ਆ, ਇਹ ਸਮੇਂ ਆ, ਇੱਕ ਯੁੱਗ ਹੈ। ਔਰ ਪਰਮੇਸ਼ਰ ਨੇ ਕੀ ਕਿਹਾ? ਇਹ ਜੋ ਯੁੱਗ ਹੈ, ਇਹ ਸਮਾਂ ਕਿਹਦਾ ਵਾ? ਬੱਦਲਾਂ ਦੇ ਇਕੱਠੇ ਹੋਣ ਦਾ। ਪ੍ਰੇਜ਼ ਦ ਲਾਰਡ। ਸੁਣ ਲਿਓ ਤੁਸੀਂ, ਧਿਆਨ ਨਾਲ ਸਮਝੋ, ਨਹੀਂ ਤਾਂ ਤੁਹਾਡੀ ਆਸ਼ਾ ਕਿੱਥੇ ਰਹੇਗੀ 2022 ਸਾਲ ਤੇ।
ਤੁਸੀਂ ਸੋਚੋਗੇ ਇੱਕ ਮਹੀਨਾ ਹੋ ਗਿਆ ਕੁਛ ਨਹੀਂ ਬਦਲਿਆ, 2 ਮਹੀਨੇ ਹੋ ਗਏ ਕੁਛ ਨਹੀਂ ਬਦਲਿਆ। ਇਸ ਸਮੇਂ ਕੀ ਆ, ਬਦਲਾਂ ਦੇ ਇਕੱਠੇ ਹੋਣ ਦਾ। ਪ੍ਰੇਜ਼ ਦ ਲਾਰਡ। ਜੋ ਵਚਨ ਤੁਹਾਡੇ ਕੋਲ ਆਂਦਾ ਤਾਂ ਤੁਹਾਨੂੰ ਵਚਨ ਦੇ ਅਨੁਸਾਰ ਦੇਖਣ ਦੀ ਜ਼ਰੂਰਤ ਹੈ। ਵਚਨ ਆਂਦਾ ਹੀ ਇਸ ਤਰੀਕੇ ਨਾਲ ਹੈ ਕਿ ਤੁਹਾਨੂੰ ਉਹ ਦੇਖਣ ਵਾਸਤੇ ਮਦਦ ਕਰੇ, ਕਿਉਂਕਿ ਨਿਯਮ ਇਹ ਆ ਕਿ ਜੋ ਤੁਸੀਂ ਦੇਖੋਗੇ ਉਹੀ ਤੁਸੀਂ ਪਾਓਗੇ। ਚਲੋ ਕੁਝ ਵਚਨ ਪੜ੍ਹਦੇ ਹਾਂ। ਉਤਪਤ 15ਵਾਂ ਅਧਿਆਇ ਪੜਾਂਗੇ। ਪਹਿਲਾ ਵਚਨ ਬਹੁਤ ਵਧੀਆ। ਉਤਪਤੀ 15ਵਾਂ ਅਧਿਆਇ ਪਹਿਲਾ ਵਚਨ। ਇਹਨਾਂ ਗੱਲਾਂ ਦੇ ਪਛਾਤ ਯਹੋਵਾ ਦਾ ਇਹ ਵਚਨ, ਬੋਲੋ ਯਹੋਵਾ ਦਾ ਇਹ ਵਚਨ। ਇਨ ਗੱਲਾਂ ਦੇ ਬਾਅਦ ਯਹੋਵਾ ਦਾ ਇਹ ਵਚਨ ਦਰਸ਼ਨ ਵਿੱਚ ਅਬਰਾਹਮ ਦੇ ਕੋਲ ਪਹੁੰਚਿਆ। ਹੇ ਅਬਰਾਹਮ, ਨਾ ਡਰ, ਤੇਰੀ ਢਾਲ ਔਰ ਤੇਰਾ ਅਤਿਅੰਤ ਵੱਡਾ ਫਲ ਮੈਂ ਹਾਂ। ਅਬਰਾਹਮ ਨੇ ਕਿਹਾ, ਹੇ ਪ੍ਰਭੂ ਯਹੋਵਾ, ਮੈਂ ਤਾਂ ਨਿਰਵੰਸ਼ ਹਾਂ ਔਰ ਮੇਰੇ ਘਰ ਦਾ ਵਾਰਿਸ ਦਮਿਸ਼ਕ ਵਾਸੀ ਐਲੀਐਜ਼ਰ ਹੋਏਗਾ, ਅਤੇ ਤੂੰ ਮੈਨੂੰ ਕੀ ਦੇਂਗਾ। ਨੈਕਸਟ, ਅਬਰਾਹਮ ਨੇ ਕਿਹਾ, ਮੈਨੂੰ ਤਾਂ ਤੂੰ ਵੰਸ਼ ਨਹੀਂ ਦਿੱਤਾ ਔਰ ਮੈਂ ਕੀ ਦੇਖਦਾ ਹਾਂ। ਪੜੋਸੀ ਨੂੰ ਬੋਲੋ, ਦੇਖਦਾ ਹੂੰ। ਪਹਿਲਾਂ ਉਹਨੇ ਕੀ ਬੋਲਿਆ? ਯਹੋਵਾ ਦਾ ਵਚਨ। ਹੁਣ ਉਹਨੇ ਕੀ ਬੋਲਿਆ? ਮੈਂ ਦੇਖਦਾ ਵਾ ਕਿ ਮੇਰੇ ਘਰ ਵਿੱਚ ਉਤਪਨ ਹੋਇਆ ਇੱਕ ਜਨ ਮੇਰਾ ਵਾਰਿਸ ਹੋਏਗਾ। ਤਦ ਯਹੋਵਾ ਦਾ ਇਹ ਵਚਨ। ਬੋਲੋ, ਤਦ ਯਹੋਵਾ ਦਾ ਇਹ ਵਚਨ। 15:1 ਵਿੱਚ ਕੀ ਆਇਆ? ਯਹੋਵਾ ਦਾ ਇਹ ਵਚਨ। 15:1 ਧਿਆਨ ਦੇਣਾ ਸ਼ੁਰੂ ਕਰੋ। ਇਹਨਾਂ ਗੱਲਾਂ ਦੇ ਬਾਅਦ ਯਹੋਵਾ ਦਾ ਇਹ ਵਚਨ। ਬੋਲੋ, ਯਹੋਵਾ ਦਾ ਇਹ ਵਚਨ। ਦਿਖਿਆ ਤੁਹਾਨੂੰ? ਯਹੋਵਾ ਦਾ ਇਹ ਵਚਨ। 4 ਵਿੱਚ ਚੱਲਾਂਗੇ, ਧਿਆਨ ਨਾਲ ਦੇਖੋ। ਤਦ ਯਹੋਵਾ ਦਾ ਇਹ ਵਚਨ ਉਹਦੇ ਕੋਲ ਪਹੁੰਚਿਆ। ਯਹੋਵਾ ਦਾ ਵਚਨ ਉਹਦੇ ਕੋਲ ਪਹੁੰਚਿਆ ਕਿ ਇਹ ਤੇਰਾ ਵਾਰਿਸ ਨਾ ਹੋਵੇਗਾ, ਤੇਰਾ ਜੋ ਨਿਜ ਪੁੱਤਰ ਹੋਏਗਾ ਉਹੀ ਤੇਰਾ ਵਾਰਿਸ ਹੋਏਗਾ। ਇੱਥੇ ਇੱਕ ਬਹੁਤ ਵੱਡੀ ਚੀਜ਼ ਪਰਮੇਸ਼ਰ ਕਰ ਰਿਹਾ ਸੀਗਾ ਔਰ ਅਬਰਾਹਮ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਬਰਾਹਮ ਦਾ ਰੋਲ ਕੀ ਸੀ। ਉੱਥੇ ਯਹੋਵਾ ਨੇ ਉਹਨੂੰ ਆਪਣਾ ਵਚਨ ਦਿੱਤਾ। ਚੌਥੇ ਅਧਿਆਇ ਦੇ ਵਿੱਚ ਵੀ ਯਹੋਵਾ ਦਾ ਵਚਨ ਆਇਆ। ਆਖਿਰ ਪਰਮੇਸ਼ਰ ਦੇ ਵਚਨ ਉਹਨੂੰ ਕਿਉਂ ਦਿੱਤਾ? 5ਵਾਂ, ਔਰ ਉਹਨੇ ਉਹਨੂੰ ਬਾਹਰ ਲੈ ਜਾ ਕੇ ਕਿਹਾ, ਆਕਾਸ਼ ਦੇ ਵੱਲ ਦ੍ਰਿਸ਼ਟੀ ਕਰਕੇ ਤਾਰਿਆਂ ਨੂੰ ਗਿਣ, ਕੀ ਤੂੰ ਉਹਨਾਂ ਨੂੰ ਗਿਣ ਸਕਦਾ? ਯਹੋਵਾ ਦਾ ਵਚਨ ਉਹਦੇ ਕੋਲ ਕਿਉਂ ਆਇਆ? ਕਿਉਂਕਿ ਵਚਨ ਦੇ ਹਿਸਾਬ ਦੇ ਨਾਲ ਉਹ ਦੇਖ ਸਕੇ। ਪਰ ਅਬਰਾਹਮ ਨੇ ਵਚਨ ਦੇ ਅਨੁਸਾਰ ਨਹੀਂ ਦੇਖਿਆ। ਚਲੋ ਆਪਾਂ ਫਿਰ ਦੇਖਦੇ ਹਾਂ। ਇੱਕ ਤੋਂ ਸ਼ੁਰੂ ਕਰਦੇ ਹਾਂ। ਥੋੜਾ ਬਹੁਤ ਸਮਝਣਾ ਸ਼ੁਰੂ ਹੋਇਆ ਤੁਹਾਨੂੰ। 2-4 ਵਾਰ ਪੜ੍ਹੋਗੇ ਤਾਂ ਤੁਹਾਨੂੰ ਪੂਰੀ ਕਹਾਣੀ ਸਮਝ ਆਏ। ਪ੍ਰੇਜ਼ ਦ ਲਾਰਡ। ਇਹਨਾਂ ਗੱਲਾਂ ਦੇ ਬਾਅਦ ਯਹੋਵਾ ਦਾ ਇਹ ਵਚਨ ਦਰਸ਼ਨ ਦੇ ਉਹਦੇ ਕੋਲ ਆਇਆ। ਵਚਨ ਅਬਰਾਹਮ ਦੇ ਕੋਲ ਆਇਆ ਔਰ ਵਚਨ ਨੇ ਕੀ ਕਿਹਾ? ਹੇ ਅਬਰਾਹਮ, ਨਾ ਡਰ, ਤੇਰੀ ਢਾਲ ਔਰ ਤੇਰਾ ਵੱਡਾ ਪ੍ਰਤੀਫਲ ਮੈਂ ਵਾ। ਜਦੋਂ ਵਚਨ ਉਹਦੇ ਕੋਲ ਆਇਆ, ਪਰਮੇਸ਼ਰ ਤੋਂ ਕੀ ਆਸ਼ਾ ਕਰ ਰਿਹਾ ਸੀਗਾ ਕਿ ਉਹ ਵਚਨ ਦੇ ਅਨੁਸਾਰ ਦੇਖੇ। ਲੇਕਿਨ ਅਬਰਾਹਮ ਕੀ ਦੇਖ ਰਿਹਾ ਸੀ? ਅਬਰਾਹਮ ਨੇ ਕਿਹਾ, ਬੋਲੋ, ਅਬਰਾਹਮ ਨੇ ਕਿਹਾ, ਤੁਸੀਂ ਕਿਹੜੇ ਕੱਪੜੇ ਪਹਿਨੇ ਹੋ? ਕਿਹੜਾ ਆਪਣੇ ਕੱਪੜੇ ਦਾ ਰੰਗ ਦੱਸ ਸਕਦਾ? ਪਰਪਲ। ਤੁਸੀਂ ਕਿਹੜਾ ਕਲਰ ਪਾਇਆ? ਯੈਲੋ। ਤੁਸੀਂ ਕਿਹੜਾ ਪਾਇਆ? ਬਰਾਊਨ। ਓਕੇ। ਔਰ ਤੁਸੀਂ ਕਿਹੜਾ ਪਾਇਆ? ਮੈਰੂਨ। ਓਕੇ। ਯਾਨੀ ਕਿ ਉਹਨੇ ਕੀ ਬੋਲਿਆ? ਜੋ ਉਹਨੇ ਦੇਖਿਆ। ਮੇਰੇ ਨਾਲ ਗੱਲ ਕਰੋ ਪਲੀਜ਼। ਤੁਸੀਂ ਕਿਹੜੇ ਕਲਰ ਦੀ ਸ਼ਰਟ ਪਾਈ ਆ? ਆਪਣੇ ਕਲਰ ਸ਼ਰਟ ਦਾ ਰੰਗ ਬਤਾਓ। ਤੁਸੀਂ ਕੀ ਬੋਲ ਰਹੇ ਹੋ? ਜੋ ਤੁਸੀਂ ਦੇਖ ਰਹੇ ਹੋ। ਤਾਂ ਅਬਰਾਹਮ ਨੇ ਕਿਹਾ, ਅਬਰਾਹਮ ਨੇ ਉਹੀ ਕਿਹਾ ਜੋ ਉਹਨੇ ਦੇਖਿਆ ਹੋਏਗਾ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ? ਔਰ ਪਰਮੇਸ਼ਵਰ ਨੇ ਕੀ ਕਿਹਾ? ਇਹਨਾਂ ਗੱਲਾਂ ਦੇ ਬਾਅਦ ਯਹੋਵਾ ਦਾ ਇਹ ਵਚਨ ਦਰਸ਼ਨ ਵਿੱਚ ਅਬਰਾਹਮ ਦੇ ਕੋਲ ਆਇਆ। ਹੇ ਅਬਰਾਹਮ, ਨਾ ਡਰ। ਬੋਲੋ, ਮਤ ਡਰ, ਨਾ ਡਰ, ਤੇਰੀ ਢਾਲ ਔਰ ਤੇਰਾ ਵੱਡਾ ਪ੍ਰਤੀਫਲ ਮੈਂ ਵਾਂ। ਨੈਕਸਟ, ਅਬਰਾਹਮ ਨੇ ਕਿਹਾ, ਹੇ ਪ੍ਰਭੂ ਯਹੋਵਾ, ਮੈਂ ਤਾਂ ਨਿਰਵੰਸ਼ ਹਾਂ ਔਰ ਮੇਰੇ ਘਰ ਦਾ ਵਾਰਿਸ ਦਮਿਸ਼ਕ ਵਾਸੀ ਐਲੀਐਜ਼ਰ ਹੋਏਗਾ, ਅਤੇ ਤੂੰ ਮੈਨੂੰ ਕੀ ਦੇਂਗਾ? ਅਬਰਾਹਮ ਕੁਝ ਹੋਰ ਹੀ ਦੇਖ ਰਿਹਾ ਸੀ। ਪਰਮੇਸ਼ਰ ਉਹਨੂੰ ਕੁਝ ਹੋਰ ਦਿਖਾ ਰਹੀ ਸੀ। ਸੁਣ ਲਿਓ ਤੁਸੀਂ? ਪਰਮੇਸ਼ਰ ਕੀ ਕਹਿ ਰਿਹਾ ਸੀ? ਨਾ ਡਰ, ਤੇਰਾ ਵੱਡਾ ਪ੍ਰਤੀਫਲ ਮੈਂ ਵਾਂ। ਅਬਰਾਹਮ ਆਪਣਾ ਹੀ ਦੇਖ ਰਿਹਾ ਸੀ। ਔਰ ਦੇਖੋ ਤੀਸਰੇ ਵਿੱਚ ਕੀ ਰਹਾ? ਅਬਰਾਹਮ ਨੇ ਕੀ ਕਿਹਾ? ਅਜੇ ਵੀ ਅਬਰਾਹਮ ਕੀ ਕਹਿ ਰਿਹਾ? ਤੂੰ ਤਾਂ ਮੈਨੂੰ ਵੰਸ਼ ਨਹੀਂ ਦਿੱਤਾ। ਔਰ ਪਰਮੇਸ਼ਰ ਕਹਿ ਰਿਹਾ ਵਾ ਤੇਰੇ ਕੋਲ ਇਹ ਆ, ਔਰ ਇਹ ਕੀ ਕਹਿ ਰਿਹਾ? ਮੇਰੇ ਕੋਲ ਇਹ ਵਾ। ਤੂੰ ਤਾਂ ਮੈਨੂੰ ਵੰਸ਼ ਨਹੀਂ ਦਿੱਤਾ ਔਰ ਮੈਂ ਕੀ ਦੇਖਦਾ ਕਿ ਮੇਰੇ ਘਰ ਵਿੱਚ ਉਤਪਨ ਹੋਇਆ ਇੱਕ ਜਨ ਮੇਰਾ ਵਾਰਿਸ ਹੋਏਗਾ। ਅਬਰਾਹਮ ਕਿਹਨੂੰ ਵਾਰਿਸ ਸਮਝ ਰਿਹਾ ਸੀ? ਕਿਹਨੂੰ ਵਾਰਿਸ ਦੇਖ ਰਿਹਾ ਸੀ? ਨੌਕਰ ਨੂੰ। ਔਰ ਪਰਮੇਸ਼ਰ ਨੂੰ ਕੀ ਕਹਿ ਰਿਹਾ ਸੀ? ਕੁਝ ਹੋਰ। ਚੌਥਾ ਵਚਨ, ਤਦ ਯਹੋਵਾ ਦਾ ਇਹ ਵਚਨ ਉਹਦੇ ਕੋਲ ਪਹੁੰਚਿਆ, ਇਹ ਤੇਰਾ ਵਾਰਿਸ ਨਹੀਂ ਹੋਵੇਗਾ, ਤੇਰਾ ਜੋ ਨਿਜ ਪੁੱਤਰ ਹੋਏਗਾ ਉਹੀ ਤੇਰਾ ਵਾਰਿਸ ਹੋਏਗਾ।
ਅਗਰ ਤੁਸੀਂ ਉਹਨੂੰ ਹੋਰ ਚੰਗੇ ਤਰੀਕੇ ਨਾਲ ਸਮਝਣਾ ਚਾਹੁੰਦੇ ਆ ਤਾਂ ਤੁਸੀਂ ਪੜ੍ਹੋਗੇ ਹੋਰ, ਤੁਸੀਂ ਪੜ੍ਹੋਗੇ ਕਿ ਕਹਾਣੀ ਕਿੱਥੋਂ ਆ ਰਹੀ ਆ, ਕਿ ਪਰਮੇਸ਼ਰ ਅਬਰਾਹਮ ਦੇ ਵਿੱਚ ਪਹਿਲਾਂ ਵੀ ਗੱਲਬਾਤ ਹੋ ਚੁੱਕੀ ਆ। ਜਦੋਂ ਇਹ ਪਹਿਲਾਂ ਵੀ ਹੋ ਚੁੱਕਾ ਸੀ, ਜਦੋਂ ਪਰਮੇਸ਼ਰ ਨੇ ਅਬਰਾਹਮ ਨਾਲ ਇਹ ਗੱਲ ਕੀਤੀ ਸੀ, ਤਦ ਲੂਤ ਉਹਨਾਂ ਅਲੱਗ ਹੋ ਗਿਆ ਤਾਂ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਕਿ ਅੱਖ ਉਠਾ ਕੇ ਦੇਖ, ਜਿੱਥੋਂ ਤੱਕ ਤੁਸੀਂ ਦੇਖਦੇ ਹੋ, ਜਿੱਥੋਂ ਤੱਕ ਤੂੰ ਦੇਖ ਸਕਦਾ, ਚਾਰੋਂ ओर ਦ੍ਰਿਸ਼ਟੀ ਕਰ। ਪਰਮੇਸ਼ਰ ਅਬਰਾਹਮ ਨੂੰ ਸਿਖਾ ਚੁੱਕਾ ਸੀਗਾ ਕਿ ਕਿੱਦਾਂ ਜੀਣਾ, ਕਿ ਤੂੰ ਕੀ ਕਰਨਾ, ਜਿੱਥੋਂ ਹੈ ਉੱਥੋਂ ਦੇਖਣਾ ਸ਼ੁਰੂ ਕਰ। ਪਰਮੇਸ਼ਰ ਇਸ ਸਿਧਾਂਤ ਨੂੰ ਸਿਖਾ ਚੁੱਕਾ ਸੀਗਾ। ਤਾਂ ਅਬਰਾਹਮ ਨੇ ਇੱਥੇ ਸਹੀ ਕੀਤਾ, ਉਹਨੇ ਕੀ ਕੀਤਾ, ਦੇਖਿਆ। ਬੋਲੋ, ਅਬਰਾਹਮ ਨੇ ਦੇਖਿਆ। ਤਦ ਲੂਤ ਅਬਰਾਹਮ ਤੋਂ ਅਲੱਗ ਹੋ ਗਿਆ। ਤਦ ਉਸ ਤੋਂ ਪਛਾਤ ਯਹੋਵਾ ਨੇ ਅਬਰਾਹਮ ਨੂੰ ਕਿਹਾ, ਜਿੱਥੇ ਤੂੰ ਖੜਾ ਉੱਥੋਂ ਦੇਖ, ਚਾਰੋਂ ओर ਦ੍ਰਿਸ਼ਟੀ ਕਰਕੇ ਦੇਖ, ਕਿਉਂਕਿ ਜਿੰਨੀ ਜ਼ਮੀਨ ਤੈਨੂੰ ਦਿਖਾਈ ਦਿੰਦੀ ਆ, ਹੈਲੋ ਬੋਲੋ, ਜਿੰਨੀ ਜ਼ਮੀਨ ਤੈਨੂੰ ਦਿਖਾਈ ਦਿੰਦੀ ਆ, ਬੋਲੋ, ਜਿੰਨੀ ਜ਼ਮੀਨ ਤੈਨੂੰ ਦਿਖਾਈ ਦਿੰਦੀ ਆ। ਪਰਮੇਸ਼ਰ ਨੇ ਅਬਰਾਹਮ ਨੂੰ ਪੂਰਾ ਵਿਸ਼ਵ ਨਹੀਂ ਦਿੱਤਾ। ਬੋਲੋ, ਪਰਮੇਸ਼ਰ ਨੇ ਅਬਰਾਹਮ ਨੂੰ ਪੂਰਾ ਵਿਸ਼ਵ ਨਹੀਂ ਦਿੱਤਾ। ਅਬਰਾਹਮ ਨੇ ਪੂਰਾ ਵਿਸ਼ਵ ਲੈ ਲਿਆ। ਹੈਲੋ, ਦੋਨਾਂ ਵਿੱਚ ਬਹੁਤ ਵੱਡਾ ਅੰਤਰ ਹੈ, ਦੋਨੋਂ ਲਾਈਨਾਂ ਵਿੱਚ ਬਹੁਤ ਵੱਡਾ ਅੰਤਰ ਹੈ। ਪਰਮੇਸ਼ਰ ਨੇ ਅਬਰਾਹਮ ਨੂੰ ਪੂਰੀ ਦੁਨੀਆ ਨਹੀਂ ਦਿੱਤੀ। ਪਰਮੇਸ਼ਰ ਨੇ ਬੋਲਿਆ ਜਿੰਨੀ ਜ਼ਮੀਨ ਤੈਨੂੰ ਦਿਖਾਈ ਦਿੰਦੀ ਆ, ਪਰ ਅਬਰਾਹਮ ਬੁੱਧੀਮਾਨ ਸੀ, ਉਹਨੇ ਬੋਲਿਆ ਜਿੰਨੀ ਦਿਖਾਈ ਦਿੰਦੀ ਆ ਮੈਂ ਪੂਰੀ ਦੁਨੀਆ ਦੇਖ ਲੈਣਾ। ਔਰ ਬਹੁਤ ਸਾਰੇ ਲੋਕ ਕਹਿੰਦੇ ਆ ਪ੍ਰਭੂ ਨੇ ਜਿੰਨਾ ਦਿੱਤਾ। ਗੱਲ ਇਹ ਨਹੀਂ ਹੈ ਕਿ ਪ੍ਰਭੂ ਨੇ ਕਿੰਨਾ ਦਿੱਤਾ, ਗੱਲ ਇਹ ਹੈ ਕਿ ਤੁਸੀਂ ਕਿੰਨਾ ਲਿਆ। ਤਾਂ ਤੁਹਾਡੇ ਅਗਰ 500 ਹੈ ਤਾਂ ਪ੍ਰਭੂ ਨੇ ਦੁਨੀਆ ਦਿੱਤੀ ਆ, ਉਹਨਾਂ ਵਿੱਚ ਤੁਸੀਂ ਕੀ ਲਿਆ, 500, ਔਰ ਤੁਸੀਂ ਬਾਅਦ ਚ ਰੋ ਰਹੇ ਹੋ 500 ਦਿੱਤਾ। ਗੱਲ ਪ੍ਰਭੂ ਦੀ ਨਹੀਂ ਹੈ, ਗੱਲ ਤੁਹਾਡੀ ਆ ਕਿ ਤੁਸੀਂ 500 ਲਿਆ। ਅਬਰਾਹਮ ਬੁੱਧੀਮਾਨ ਸੀ, ਕਿਉਂਕਿ ਜਿੰਨੀ ਭੂਮੀ ਤੈਨੂੰ ਦਿਖਾਈ ਦਿੰਦੀ ਆ ਉਸ ਸਭ ਨੂੰ ਮੈਂ ਤੈਨੂੰ ਔਰ ਤੇਰੇ ਵੰਸ਼ ਨੂੰ ਯੁੱਗ ਯੁੱਗ ਵਾਸਤੇ ਦਿੰਨਾ। ਪ੍ਰੇਜ਼ ਦ ਲਾਰਡ। ਪਰ ਅਬਰਾਹਮ ਦਾ ਕੰਮ ਕੀ ਸੀਗਾ, ਜੋ ਅਸੀਂ ਚੌਥੇ ਵਚਨ ਚ ਪੜ੍ਹਿਆ, ਚੌਥਾ ਵਚਨ, ਜਬ ਲੂਤ ਅਬਰਾਹਮ ਨਾਲ ਅਲੱਗ ਹੋ ਗਿਆ, ਉਹਦੇ ਬਾਅਦ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ, ਓ ਹਾਲੇਲੂਇਆ, ਇਹੀ ਕਾਰਨ ਹੈ ਕਿ ਤੁਹਾਨੂੰ ਸਹੀ ਲੋਕਾਂ ਨਾਲ ਜੀਣਾ ਪਏਗਾ। ਜਦੋਂ ਜਿੰਨੀ ਦੇਰ ਤੱਕ ਤੁਸੀਂ ਗਲਤ ਲੋਕਾਂ ਦੇ ਕੋਲ ਹੈ, ਤੁਸੀਂ ਸਹੀ ਚੀਜ਼ ਨਹੀਂ ਦੇਖ ਸਕਦੇ। ਇਹੀ ਕਾਰਨ ਹੈ ਕਿ ਤੁਸੀਂ ਗਲਤ ਦੋਸਤ ਨਹੀਂ ਬਣਾ ਸਕਦੇ। ਲਿਖਿਆ ਉੱਥੇ, ਜਦੋਂ ਲੂਤ ਅਬਰਾਹਮ ਅਲੱਗ ਹੋ ਗਏ, ਹੁਣ ਅਬਰਾਹਮ ਸਹੀ ਦੇਖ ਰਿਹਾ ਸੀ। ਬਹੁਤ ਸਾਰੀ ਵਾਰੀ ਸਾਡੇ ਦੋਸਤ ਸਾਨੂੰ ਸਹੀ ਦੇਖਣ ਨਹੀਂ ਦਿੰਦੇ। ਅਸੀਂ ਵੱਡੇ ਬਣਨਾ ਚਾਹੁੰਦੇ ਆ, ਉਹ ਕਹਿੰਦੇ ਛੱਡੋ ਯਾਰ, ਅਸੀਂ ਜ਼ਿਆਦਾ ਮਿਹਨਤ ਕਰਨਾ ਚਾਹੁੰਦੇ ਆ, ਅਸੀਂ ਕਹਿੰਦੇ ਕੀ ਯਾਰ ਤੂੰ ਆਪਣੀ ਜ਼ਿੰਦਗੀ ਬਕਾ ਰਿਹਾ, ਚਲੋ ਅਸੀਂ ਸਟਾਫ ਲੋਕ ਕਰ ਲੂਗੇ ਸਰ, ਅਸੀਂ ਨਿਕਲਦੇ। ਬਹੁਤ ਸਾਰੀ ਵਾਰੀ ਅਸੀਂ ਜਿਹਨਾਂ ਸ਼ਾਦੀ ਕਰਦੇ ਆ ਉਹ ਬਹੁਤ ਇੰਪੋਰਟੈਂਟ ਹੈ। ਜੋ ਸਾਡੇ ਦੋਸਤ ਹੈ ਉਹ ਬਹੁਤ ਇੰਪੋਰਟੈਂਟ ਹੈ। ਜਿਹਨਾਂ ਨਾਲ ਅਸੀਂ ਉੱਠਦੇ ਬੈਠਦੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੱਦਾਂ ਤਾਂ ਨਹੀਂ ਕਿ ਤੁਹਾਡੇ ਨਾਲ ਕੋਈ ਲੂਤ ਚਿਪਕਿਆ ਪਿਆ ਜੋ ਤੁਹਾਡੇ ਦਰਸ਼ਨ ਨੂੰ ਕੀ ਕਰ ਰਿਹਾ, ਛੋਟਾ ਕਰ ਰਿਹਾ। ਇੱਦਾਂ ਹੁੰਦਾ। ਜਦੋਂ ਲੂਤ ਅਬਰਾਹਮ ਨਾਲ ਅਲੱਗ ਹੋਇਆ, ਉਸ ਤੋਂ ਬਾਅਦ ਬਹੁਤ ਵਾਰੀ ਅਸੀਂ ਵੱਡੀਆਂ ਚੀਜ਼ਾਂ ਕਰਨਾ ਚਾਹੁੰਦੇ ਆ ਤਾਂ ਪਰਮੇਸ਼ਰ ਸਾਨੂੰ ਕਹਿੰਦਾ ਇਹਨਾਂ ਨੂੰ ਛੱਡ, ਇਸ ਆਦਮੀ ਨੂੰ ਛੱਡ। ਔਰ ਅਸੀਂ ਉਹਨੂੰ ਨਹੀਂ ਛੱਡਣਾ ਚਾਹੁੰਦੇ, ਕਿਉਂਕਿ ਅਸੀਂ ਇਮੋਸ਼ਨ ਨਾਲ ਜੁੜੇ ਹੋਏ ਹਾਂ, ਇਮੋਸ਼ਨ ਨਾਲ ਜੀਂਦੇ ਹਾਂ। ਸੋਚ ਕੇ ਦੇਖੋ, ਲੂਤ ਅਬਰਾਹਮ ਦਾ ਕੀ ਸੀ, ਭਤੀਜਾ, ਜਿਹਨੂੰ ਅਬਰਾਹਮ ਨੇ ਪਾਲਿਆ ਪੋਸਿਆ ਸੀਗਾ। ਲੇਕਿਨ ਪਰਮੇਸ਼ਰ ਨੂੰ ਪਤਾ ਸੀਗਾ ਜਦੋਂ ਅਬਰਾਹਮ ਕਦੋਂ ਅੱਗੇ ਵਧੇਗਾ, ਜਦੋਂ ਲੂਤ ਤੋਂ ਅਲੱਗ ਹੋ ਜਾਏਗਾ। ਪ੍ਰੇਜ਼ ਦ ਲਾਰਡ। ਜਦੋਂ ਲੂਤ ਅਬਰਾਹਮ ਤੋਂ ਅਲੱਗ ਹੋ ਗਿਆ, ਪੜੋਸੀ ਨੂੰ ਬੋਲੋ, ਜਦੋਂ ਅਲੱਗ ਹੋ ਗਿਆ, ਮੈਨੂੰ ਨਹੀਂ ਪਤਾ ਪਰਮੇਸ਼ਰ ਨੇ ਤੁਹਾਨੂੰ ਕਿਹੜੀ ਚੀਜ਼ ਆਪਣੇ ਤੋਂ ਅਲੱਗ ਕਰਨ ਵਾਸਤੇ ਕਿਹਾ, ਪਰ ਸਵਾਲ ਇਹ ਹੈ ਕਿ ਕੀ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਤੋਂ ਅਲੱਗ ਕਰ ਸਕਦੇ ਹੋ। ਮੇਰੇ ਨਾਲ ਬਹੁਤ ਵਾਰੀ ਹੋਇਆ, ਪਰਮੇਸ਼ਰ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਅਲੱਗ ਕਰਨ ਵਾਸਤੇ ਕਿਹਾ। ਮੈਂ ਬੁੱਧੀਮਾਨ ਹਾਂ। ਜਦੋਂ ਪਰਮੇਸ਼ਰ ਨੇ ਕਿਹਾ ਚੀਜ਼ ਛੱਡ ਦੇ ਤਾਂ ਮੈਂ ਛੱਡ ਦਿੱਤੀ। ਮੈਨੂੰ ਪਤਾ, ਮੈਂ ਫਟਾਫਟ ਉਸ ਚੀਜ਼ ਨੂੰ ਛੱਡ ਦਿੱਤਾ। ਮੈਨੂੰ ਪਤਾ ਸੀ ਜਿੰਨੀ ਦੇਰ ਤੱਕ ਮੈਂ ਉਸ ਚੀਜ਼ ਨੂੰ ਛੱਡੂੰਗਾ ਮੈਂ ਉਸ ਚੀਜ਼ ਨੂੰ ਨਹੀਂ ਦੇਖ ਸਕਦਾ ਜਿਹੜੀ ਮੈਂ ਦੇਖ ਸਕਦਾ। ਮੇਰੇ ਦੋਸਤ ਮੈਨੂੰ ਗਲਤ ਦਿਖਾ ਸਕਦੇ, ਮੇਰੇ ਪਰਿਵਾਰ ਵਾਲੇ ਮੈਨੂੰ ਗਲਤ ਦਿਖਾ ਸਕਦੇ ਆ। ਪ੍ਰੇਜ਼ ਦ ਲਾਰਡ। ਸੁਣਦੇ ਹੋ ਤੁਸੀਂ? ਕਮ ਔਨ, ਇੱਥੇ ਹੈ ਹੋ ਤੁਸੀਂ? ਕਿਉਂਕਿ ਜਦੋਂ ਅਸੀਂ ਸਹੀ ਜੀ ਰਹੇ ਹਾਂ ਤਾਂ ਲੋਕ ਸਾਨੂੰ ਗਲਤ ਦਿਖਾਉਂਦੇ ਆ। ਸਾਨੂੰ ਕੀ ਲੱਗਦਾ ਸਾਡਾ ਭਲਾ ਕਰ ਰਹੇ ਆ, ਲੇਕਿਨ ਨਹੀਂ। ਬੀ ਕੇਅਰਫੁਲ। ਧਿਆਨ ਦੇਵੋ ਤੁਸੀਂ ਕਿਹਦੇ ਨਾਲ ਜੀਨੇ ਆ, ਕਿਹਨਾਂ ਨਾਲ ਉੱਠਦੇ ਬੈਠਦੇ ਹੋ, ਕੀ ਦੇਖਦੇ ਹੋ, ਕੀ ਸੁਣਦੇ ਹੋ, ਕੀ ਤੁਹਾਡੀਆਂ ਅਭਿਲਾਸ਼ਾਵਾਂ ਵਾ। ਕਿਤੇ ਤੁਹਾਡੇ ਦਰਸ਼ਨ ਨੂੰ ਛੋਟਾ ਨਾ ਕਰ ਦੇਣਾ ਹੋ। ਪ੍ਰੇਜ਼ ਦ ਲਾਰਡ। ਉਹਨੇ ਕਿਹਾ ਅੱਖ ਉਠਾ ਕੇ ਦੇਖ ਜਿਸ ਸਥਾਨ ਤੇ ਤੂੰ ਹੈ। ਤੁਸੀਂ ਉਹ ਨਹੀਂ ਦੇਖਣਾ ਜਿੱਥੇ ਤੁਸੀਂ ਹੋ, ਜਿੱਥੇ ਤੁਸੀਂ ਹੋ ਉੱਥੋਂ ਦੇਖਣਾ ਜਿੱਥੇ ਤੁਸੀਂ ਆ। ਅਗਰ ਤੁਸੀਂ ਸੜਕ ਤੇ ਰਹਿ ਰਹੇ ਹੋ ਤਾਂ ਸੜਕ ਨਾ ਦੇਖੋ, ਸੜਕ ਤੋਂ ਦੇਖੋ। ਸਮਝ ਆ ਗਿਆ ਤੁਹਾਨੂੰ? ਬਹੁਤ ਸਾਰੇ ਲੋਕ ਸੜਕ ਨੂੰ ਦੇਖ ਰਹੇ ਆ,
ਉਹ ਦੇਖ ਰਹੇ ਪਰਮੇਸ਼ਰ ਅਸੀਂ ਸੜਕ ਤੇ ਰਹਿੰਦੇ ਹਾਂ। ਪਰਮੇਸ਼ਰ ਨੇ ਨਹੀਂ ਕਿਹਾ ਸੜਕ ਨੂੰ ਦੇਖੋ, ਉਹਨੇ ਕਿਹਾ ਸੜਕ ਤੇ ਆ ਤਾਂ ਸੜਕ ਤੋਂ ਦੇਖੋ। ਜਿੱਥੇ ਜਾਣਾ ਚਾਹੁੰਦੇ ਆ ਉਹਨੂੰ ਦੇਖੋ, ਜਿੱਥੇ ਹੈਗੇ ਆ ਉਹਨੂੰ ਨਾ ਦੇਖੋ। ਹੈਲੋ, ਸੁਣਿਓ ਤੁਸੀਂ? ਕਿੰਨੇ ਮੇਰੀ ਗੱਲ ਸਮਝ ਰਹੇ ਆ? ਜਿੱਥੇ ਹੋ ਉਹਨੂੰ ਨਾ ਦੇਖੋ, ਜਿੱਥੇ ਹੈਗੇ ਆ ਉਹਨੂੰ ਨਾ ਦੇਖੋ, ਜਿੱਥੇ ਜਾਣਾ ਚਾਹੁੰਦੇ ਆ ਉਹਨੂੰ ਦੇਖੋ। ਅਬਰਾਹਮ ਕੀ ਕਰ ਰਿਹਾ ਸੀਗਾ? ਅਬਰਾਹਮ ਉਹਨੂੰ ਦੇਖ ਰਿਹਾ ਸੀ ਜੋ ਉਹਦੇ ਆਸ-ਪਾਸ ਹੈ, ਲੇਕਿਨ ਪਰਮੇਸ਼ਰ ਅਬਰਾਹਮ ਨੂੰ ਸਿਖਾ ਰਿਹਾ ਉੱਥੋਂ ਦੇਖ, ਉੱਥੋਂ ਦੇਖ। ਪ੍ਰੇਜ਼ ਦ ਲਾਰਡ। 15ਵਾਂ ਅਧਿਆਇ। ਉਹਨੇ ਬੋਲਿਆ ਜਿੰਨੀ ਜ਼ਮੀਨ। ਤਾਂ ਪਰਮੇਸ਼ਰ ਨੇ ਅਬਰਾਹਮ ਨੂੰ ਪੂਰਾ ਵਿਸ਼ਵ ਦਿੱਤਾ ਜਾਂ ਅਬਰਾਹਮ ਨੇ ਪੂਰਾ ਵਿਸ਼ਵ ਲਿਆ? ਹੈਲੋ, ਪਰਮੇਸ਼ਰ ਨੇ ਅਬਰਾਹਮ ਨੂੰ ਪੂਰਾ ਵਿਸ਼ਵ ਦਿੱਤਾ ਜਾਂ ਅਬਰਾਹਮ ਨੇ ਪੂਰਾ ਵਿਸ਼ਵ ਲਿਆ? ਫਿਰ ਤੋਂ ਬੋਲੋ, ਪਰਮੇਸ਼ਰ ਨੇ ਅਬਰਾਹਮ ਨੂੰ ਦਿੱਤਾ ਜਾਂ ਅਬਰਾਹਮ ਨੇ ਲਿਆ? ਅਗਰ ਤੁਹਾਡੇ ਬੈਂਕ ਅਕਾਊਂਟ ਵਿੱਚ ਕੁਝ ਨਹੀਂ ਆ, ਤੁਸੀਂ ਕੁਝ ਨਹੀਂ ਦੇ ਪਾ ਰਹੇ ਹੋ, ਤੁਸੀਂ ਇਹ ਨਹੀਂ ਲਿਆ ਤਾਂ ਪਰਮੇਸ਼ਰ ਨੇ ਬਹੁਤ ਕੁਝ ਹੈ, ਸਭ ਕੁਝ ਦਿੱਤਾ। ਪਰਮੇਸ਼ਰ ਨੇ ਤੁਹਾਨੂੰ ਕੀ ਨਹੀਂ ਦਿੱਤਾ? ਮੈਂ ਕਹਿੰਦਾ ਜਿਹੜੇ ਲੋਕ ਗਾਉਂਦੇ ਆ ਸਭ ਕੁਝ ਪਾਇਆ, ਕਿ ਧਿਆਨ ਦਿੰਦੇ ਆ ਜਾਂ ਸਿਰਫ ਗਾਣੇ ਨੂੰ ਗਾਉਂਦੇ ਆ ਕਿ ਕੀ ਨਹੀਂ ਦਿੱਤਾ? ਸਭ ਕੁਝ ਪਾਇਆ ਮੈਨੇ। ਇਸ ਗਾਣੇ ਤੋਂ ਬਾਅਦ ਕਹੋਗੇ ਪ੍ਰਭੂ 5 ਰੁਪਏ ਦੇ ਦੇ। ਮੈਂ ਕਹਿੰਦਾ ਹੁਣ ਤਾਂ ਕਹਿ ਕੇ ਆਏ ਸਭ ਕੁਝ ਪਾਇਆ। ਹੁਣੇ ਤਾਂ ਤੁਸੀਂ ਕਿਹਾ ਵਾ ਸਭ ਕੁਝ ਪਾ ਲਿਆ। ਹੁਣੇ ਤਾਂ ਗੀਤ ਗਾਇਆ ਵਾ ਕਿ ਸਭ ਕੁਝ ਪਾਇਆ। ਤਾਂ ਇਹ ਬਣੇ ਰਹੋ ਨਾ ਕਿ ਮੈਂ ਸਭ ਕੁਝ ਪਾ ਲਿਆ। ਪ੍ਰੇਜ਼ ਦ ਲਾਰਡ। ਇਸ ਤੋਂ ਦੂਰ ਕਿਉਂ ਚਲੇ ਗਏ? ਹਾਲੇਲੂਇਆ। ਉਹ ਵਚਨ ਹੈ, ਉਹ ਪਰਮੇਸ਼ਰ ਦਾ ਵਚਨ ਤੁਹਾਡੇ ਕੋਲ ਕਿਉਂ ਆਇਆ? ਤੁਹਾਡੀ ਦੇਖਣ ਵਿੱਚ ਮਦਦ ਕਰੇ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ? ਦੇਖਣ ਵਿੱਚ ਮਦਦ ਕਰੇ। ਸੇਬ ਕੀ ਦਿਖਾਈ ਦਿੱਤਾ? ਅਗਰ ਮੈਂ ਬੋਲਾਂ ਸੇਬ, ਤੁਸੀਂ ਬੋਲਣਾ ਨਹੀਂ ਆ। ਦਿਮਾਗ ਵਿੱਚ ਕੀ ਆਇਆ? ਕਿੰਨੇ ਦੇ ਦਿਮਾਗ ਵਿੱਚ ਸੇਬ ਆਇਆ? ਮੈਂ ਕਿਉਂ ਬੋਲਿਆ? ਤਾਂ ਕਿ ਤੁਹਾਡੇ ਦਿਮਾਗ ਵਿੱਚ ਕੀ ਆ ਜਾਵੇ? ਸੇਬ। ਉਸੇ ਤਰ੍ਹਾਂ ਜਦੋਂ ਪਰਮੇਸ਼ਰ ਦਾ ਵਚਨ ਆਂਦਾ, ਪਰਮੇਸ਼ਰ ਕੀ ਚਾਹੁੰਦਾ? ਤੁਸੀਂ ਦੇਖੋ। ਪ੍ਰੇਜ਼ ਦ ਲਾਰਡ। ਵਚਨ ਬੇਕਾਰ ਵਿੱਚ ਨਹੀਂ ਆਂਦਾ। ਪ੍ਰੇਜ਼ ਦ ਲਾਰਡ। ਪਰ ਬਹੁਤਿਆਂ ਨੂੰ ਨਹੀਂ ਸਮਝ ਆਂਦਾ। ਅਗਰ ਵਚਨ ਕਹਿੰਦਾ ਤੁਸੀਂ ਸਫਲਤਾ ਹੋ, ਤਾਂ ਤੁਸੀਂ ਕੀ ਦੇਖਦੇ ਹੋ? ਮੈਂ ਸਫਲਤਾ ਹਾਂ। ਪ੍ਰੇਜ਼ ਦ ਲਾਰਡ। ਤੁਸੀਂ ਨਹੀਂ ਕਹਿੰਦੇ ਪ੍ਰਭੂ ਮੈਂ ਸਫਲਤਾ ਨਹੀਂ ਹਾਂ। ਮੈਂ ਪ੍ਰਭੂ ਮੇਰੇ ਕੋਲ ਤਾਂ ਘਰ ਵੀ ਨਹੀਂ ਹੈ ਪ੍ਰਭੂ, ਵੱਡੀ ਗੱਡੀ ਵੀ ਨਹੀਂ ਹੈ ਪ੍ਰਭੂ। ਕਿੰਨੀ ਕਿਹਾ ਹੈ ਸਫਲਤਾ? ਜਿਨ੍ਹਾਂ ਦੇ ਵਿੱਚ ਵੱਡੀਆਂ ਗੱਡੀਆਂ, ਵੱਡੇ ਘਰ ਵਾ, ਉਹਨਾਂ ਦੇ ਵਿੱਚ ਦੇਖੋ ਜਾ ਕੇ, ਉਹਨਾਂ ਨੂੰ ਬਿਮਾਰੀ ਆ। ਉਹ ਸਾਰੇ ਪੈਸੇ ਨਾਲ ਆਪਣੀ ਬਿਮਾਰੀ ਸਹੀ ਨਹੀਂ ਕਰ ਸਕਦੇ। ਬੱਚੇ ਡਰੱਗ ਐਡਿਕਟ ਹੈ, ਪੂਰੇ ਪੈਸੇ ਨਾਲ ਬੱਚੇ ਦੀ ਡਰੱਗ ਨਹੀਂ ਛੁਡਾ ਸਕਦੇ। ਖੁਦ ਦਾ 4 ਲੜਕੀਆਂ ਨਾਲ ਚੱਕਰ ਹੈ, ਬੀਵੀ ਦਾ 4 ਮਰਦ ਨਾਲ ਚੱਕਰ, ਕੁਛ ਨਹੀਂ ਕਰ ਪਾ ਰਹੇ। ਉਹ ਸਫਲਤਾ ਹੈ? ਉਹ ਸਫਲਤਾ? ਤਾਂ ਨਾ ਕਹੋ ਜਦੋਂ ਵੱਡੀ ਗੱਡੀ ਆਊਗੀ, ਜਦੋਂ ਵੱਡਾ ਘਰ ਆਏਗਾ। ਇਹ ਸਫਲਤਾ ਨਹੀਂ ਆ। ਇਹ ਕਦੋਂ ਤੋਂ ਸਫਲਤਾ ਹੋਣ ਲੱਗੀ? ਤੁਸੀਂ ਸਫਲ ਉਦੋਂ ਹੈ ਜਦੋਂ ਤੁਹਾਨੂੰ ਪਰਮੇਸ਼ਰ ਕਵੇ। ਪਰਮੇਸ਼ਰ ਕਹਿੰਦਾ ਤੁਸੀਂ ਸਫਲਤਾ ਹੋ। ਪਾਸਟਰ ਨੇ ਬੋਲਿਆ ਕਿ ਬਹੁਤ ਸਾਰੇ ਲੋਕਾਂ ਨੇ ਪਰਮੇਸ਼ਰ ਦੇ ਵਚਨ ਨੂੰ ਆਪਣੇ ਫਾਇਦੇ ਵਾਸਤੇ ਯੂਜ਼ ਕੀਤਾ। ਮੈਂ ਜਦੋਂ ਤੋਂ ਮਸੀਹ ਹੋਇਆ, ਮੈਂ ਪਹਿਲੇ ਦਿਨ ਤੋਂ ਅੱਜ ਤੱਕ ਪਰਮੇਸ਼ਰ ਮੇਰਾ ਗਵਾਹ। ਜਦੋਂ ਕਹਿੰਦੇ ਆ ਮੈਂ ਸਫਲ ਹਾਂ, ਤਾਂ ਮੈਂ ਸਿਰਫ ਇੱਕ ਚੀਜ਼ ਦੇਖਦਾ ਵਾਂ ਕਿ ਮੈਂ ਸਾਰੇ ਸਟੇਡੀਅਮ ਨੂੰ ਪਰਮੇਸ਼ਰ ਦੇ ਵਚਨ ਨਾਲ ਭਰ ਰਿਹਾ, ਲੋਕਾਂ ਨਾਲ ਭਰ ਰਿਹਾ। ਜਦੋਂ ਮੈਂ ਬੋਲਦਾ, ਮੈਂ ਦੇਖਦਾ ਮੈਂ ਕਦੋਂ ਮੈਂ ਆਪਣਾ $1 ਅਰਬ ਦੇ ਪਾਊਂਗਾ ਯੀਸ਼ੂ ਮਸੀਹ ਨਾਮ ਦੇ ਵਿੱਚ। ਕਦੋਂ ਮੈਂ 6 ਘੰਟੇ ਜ਼ਮੀਨ ਤੇ ਲੇਟ ਕੇ ਅਨਿਆ ਭਾਸ਼ਾ ਬੋਲ ਸਕਦਾ। ਪਰ ਮੈਂ ਚਾਹੁੰਦਾ ਮੇਰੀ ਜ਼ਿੰਦਗੀ ਵਿੱਚ ਸਮੇਂ ਹੋ ਮੈਂ 100 ਦਿਨ ਲਗਾਤਾਰ 6 ਘੰਟੇ ਪਰਮੇਸ਼ਰ ਨਾਲ ਗੈਰ ਭਾਸ਼ਾ ਵਿੱਚ ਗੱਲਾਂ ਕਰਾਂ। ਕਦੋਂ ਮੈਂ ਆਪਣੀ ਬਾਈਬਲ ਨੂੰ ਹੋਰ ਗਹਿਰਾਈ ਨਾਲ ਸਮਝ ਸਕਾਂ, ਜਦੋਂ ਜਿਸ ਤਰ੍ਹਾਂ ਪਾਸਟਰ ਕ੍ਰਿਸ ਸਮਝਦੇ ਆ। ਮੇਰੀ ਸਫਲਤਾ ਮਾਪਦੰਡ ਅਲੱਗ ਹੈ। ਮੇਰੇ ਵਾਸਤੇ ਵੱਡੀ ਗੱਡੀ, ਵੱਡਾ ਘਰ ਸਫਲਤਾ ਨਹੀਂ ਆ, ਕਿਉਂਕਿ ਇੱਦਾਂ ਦੇ ਲੋਕਾਂ ਵਾਸਤੇ ਮੈਂ ਰੋਜ਼ ਪ੍ਰਾਰਥਨਾ ਕਰਦਾ। ਜਿਹੜੇ ਪਰੇਸ਼ਾਨ ਹੈ ਮੇਰੇ ਕੋਲ ਆਉਂਦੇ ਆ, ਪਾਸਟਰ ਮੇਰੀ ਹੈਲਪ ਕਰੋ। ਸਮਝ ਆ ਰਿਹਾ ਤੁਹਾਨੂੰ? ਮੈਂ ਇੱਦਾਂ ਦੇ ਬਹੁਤ ਲੋਕਾਂ ਦਾ ਪਾਸਟਰ ਹੈ ਜਿਨ੍ਹਾਂ ਦੇ ਕੋਲ ਬਹੁਤ ਵੱਡੇ ਘਰ ਔਰ ਬਹੁਤ ਵੱਡੀ ਗੱਡੀ ਹੈ, ਲੇਕਿਨ ਉਹਨਾਂ ਦੇ ਜੀਵਨ 'ਚ ਸ਼ਾਂਤੀ ਨਹੀਂ ਆ। ਮੈਨੂੰ ਪਤਾ ਸਫਲਤਾ ਉਹ ਨਹੀਂ ਆ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ? ਬੋਲੋ ਮੈਂ ਸਫਲਤਾ। ਤੁਹਾਡੀ ਸਫਲਤਾ ਕੀ ਆ? ਤੁਹਾਡਾ ਸੈੱਲ ਵੱਧ ਰਿਹਾ, ਤੁਹਾਡੀ ਆਫਰਿੰਗ ਵੱਧ ਰਹੀ ਆ। ਹਾਲੇਲੂਇਆ। ਇਹ ਨਾ ਦੇਖੋ ਆਪਣੀ ਨੌਕਰੀ ਨੂੰ ਕਿ ਮੇਰੀ ਨੌਕਰੀ ਤੋਂ ਆਏਗਾ। ਅਬਰਾਹਮ ਦੇ ਕੋਲ ਕੁਛ ਨਹੀਂ ਸੀ। ਅਬਰਾਹਮ ਨੂੰ ਪਰਮੇਸ਼ਰ ਨੇ ਪੂਰੀ ਦੁਨੀਆ ਨਹੀਂ ਦਿੱਤੀ।
ਅਬਰਾਹਮ ਨੇ ਲੈ ਲਈ। ਬੋਲੋ ਅਬਰਾਹਮ ਨੇ ਲੈ ਲਈ। ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਕੀ ਲੈਣੇ। ਪ੍ਰੇਜ਼ ਦ ਲਾਰਡ। ਤੁਸੀਂ ਪਹਿਲਾਂ ਦੇਖਣਾ, ਕੀ ਦੇਖਣਾ ਉਹ ਵੀ ਪਰਮੇਸ਼ਰ ਦੱਸ ਰਿਹਾ। ਤੁਸੀਂ ਉਹ ਨਹੀਂ ਦੇਖ ਸਕਦੇ ਜੋ ਦੁਨੀਆ ਤੁਹਾਨੂੰ ਦਿਖਾ ਰਹੀ ਆ। ਤੁਸੀਂ ਉਹ ਦੇਖਣਾ ਜੋ ਵਚਨ ਤੁਹਾਨੂੰ ਦਿਖਾ ਰਿਹਾ। ਤਾਂ ਬੁੱਧੀਮਾਨ ਹੋ ਜਾਓ। ਤੁਸੀਂ ਸਫਲਤਾ ਦੀ ਗਲਤ ਪਿਕਚਰ ਨਹੀਂ ਬਣਾ ਸਕਦੇ। ਬਹੁਤ ਸਾਰੇ ਲੋਕ ਉਹ ਸਫਲਤਾ ਦੇ ਪਿੱਛੇ ਭੱਜਦੇ ਆ। ਮੇਰਾ ਘਰ ਨਹੀਂ, ਮੈਂ ਸਫਲ ਨਹੀਂ। ਕਿਉਂ ਏਦਾਂ ਸੋਚਦੇ ਹੋ? ਅਗਰ ਤੁਹਾਡੇ ਕੋਲ 1000 ਲੋਕ ਹੈ ਤੁਹਾਡੇ ਸਾਲ ਵਿੱਚ, ਤਾਂ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਸਫਲ ਹੋ। ਤੁਸੀਂ ਸੜਕ ਵਿੱਚ ਰਹਿ ਕੇ ਵੀ ਸਫਲ ਹੋ। ਅਗਰ ਤੁਹਾਡੇ ਸਾਲ ਵਿੱਚ ਕਿੰਨੇ ਲੋਕ ਹੈ? 1000 ਲੋਕ। ਮੈਂ ਤੁਹਾਨੂੰ ਦੱਸ ਰਿਹਾ ਪਰਮੇਸ਼ਰ ਤੁਹਾਨੂੰ ਕੀ ਕਹੇਗਾ। ਤੁਸੀਂ ਕੀ ਕਹੋਗੇ? ਸਫਲ। ਪਰਮੇਸ਼ਰ ਤੁਹਾਨੂੰ ਅਸਫਲ ਨਹੀਂ ਦੇਖੇਗਾ। ਤੁਹਾਡੇ ਬੈਂਕ ਵਿੱਚ 100 ਰੁਪਏ ਨਹੀਂ ਹੋ, ਲੇਕਿਨ ਤੁਸੀਂ ਪਾਰਟਨਰਸ਼ਿਪ ਕਿੰਨੀ ਕੀਤੀ ਹੈ? 10 ਲੱਖ। ਪਰਮੇਸ਼ਰ ਤੁਹਾਨੂੰ ਕੀ ਕਹੇਗਾ? ਸਫਲ। ਇਹ ਪਰਮੇਸ਼ਰ ਦੇ ਉੱਪਰ ਹੈ। ਪਰਮੇਸ਼ਰ ਡਿਸਾਈਡ ਕਰੇਗਾ ਕਿ ਕੌਣ ਸਫਲਤਾ ਨਹੀਂ ਆ। ਹਾਲੇਲੂਇਆ। ਹੈਲੋ, ਤੁਸੀਂ ਇੱਥੇ ਹੀ ਹੋ? ਕਿੰਨੇ ਲੋਕ ਹੈ? ਬੋਲੋ ਮੈਂ ਸਫਲਤਾ। ਬੋਲੋ ਜੋ ਦੇਖੋਗੇ ਉਹ ਦਿਖੇਗਾ। ਹੁਣ ਸਮਝ ਆਇਆ ਮੈਂ ਕੀ ਕਿਹਾ? ਤੁਸੀਂ ਬੋਲੋ ਇਹ ਕੀ ਹੋ ਗਿਆ? ਜੋ ਦੇਖੋਗੇ ਉਹ ਦਿਖੇਗਾ। ਜਦੋਂ ਵਚਨ ਆਂਦਾ ਤਦ ਤੁਸੀਂ ਜੋ ਦੇਖਦੇ ਹੋ ਉਹੀ ਤੁਹਾਨੂੰ ਦਿਖੇਗਾ। ਜੋ ਦੁਨੀਆ ਵਿੱਚ ਤੁਸੀਂ ਦਿਖਾਈ ਦੇਣਾ, ਪਹਿਲਾਂ ਤੁਸੀਂ ਕਿੱਥੇ ਦੇਖਣਾ? ਆਤਮਾ ਵਿੱਚ। ਤੁਹਾਨੂੰ ਫਿਰ ਕੀ ਦਿਖਾਈ ਦੇਗੀ? ਭੌਤਿਕਤਾ। ਅਗਰ ਤੁਸੀਂ ਵਿਸ਼ਵਾਸ ਕੀਤਾ ਤਾਂ ਅਗਰ ਤੁਹਾਡਾ ਵਿਸ਼ਵਾਸ ਦੋ ਚੀਜ਼ਾਂ ਨਾਲ ਦਿਖਿਆ ਜਾਂਦਾ, ਤੁਹਾਡੇ ਸ਼ਬਦਾਂ ਨਾਲ ਔਰ ਤੁਹਾਡੇ ਕੰਮਾਂ ਨਾਲ। ਸਿੰਪਲ। ਅਗਰ ਤੁਸੀਂ ਕਦੀ ਚੈੱਕ ਕਰਨਾ ਤੁਸੀਂ ਵਿਸ਼ਵਾਸ ਕੀਤਾ ਕਿ ਨਹੀਂ ਕੀਤਾ, ਤੁਸੀਂ ਆਪਣੇ ਸ਼ਬਦਾਂ ਨੂੰ ਚੈੱਕ ਕਰ ਸਕਦੇ ਹੋ, ਆਪਣੇ ਕੰਮਾਂ ਨੂੰ ਚੈੱਕ ਕਰ ਸਕਦੇ ਹੋ। ਸੋਚ ਕੇ ਦੇਖੋ, ਇੱਕ ਪਤੀ ਪਤਨੀ ਆ ਔਰ ਡਾਕਟਰ ਦੇ ਕੋਲ ਗਏ ਔਰ ਭੱਜ ਕੇ ਜਾ ਰਹੇ ਆ, ਸੀੜੀਆਂ ਚੜ੍ਹ ਰਹੇ ਆ, ਪੌੜੀਆਂ ਚੜ੍ਹ ਰਹੇ ਆ। ਨਵੀਂ ਸ਼ਾਦੀ ਹੋਈ ਆ। ਚਲੋ ਮੇਰੀ ਪਤਨੀ ਨੂੰ ਚੈੱਕ ਕਰ ਲਓ ਭਾਈ। ਡਾਕਟਰ ਨੇ ਪਤਨੀ ਨੂੰ ਚੈੱਕ ਕੀਤਾ ਔਰ ਡਾਕਟਰ ਨੇ ਬੋਲਿਆ ਤੁਹਾਡੀ ਪਤਨੀ ਤਾਂ ਪ੍ਰੈਗਨੈਂਟ ਹੈ। ਜਦੋਂ ਉਹ ਜਾ ਰਹੇ ਸੀ, ਕਿੱਦਾਂ ਜਾ ਰਹੇ ਸੀ? ਦੌੜ ਕੇ ਜਾ ਰਹੇ ਸੀਗੇ। ਜਦੋਂ ਇਹ ਪਤਾ ਲੱਗਾ ਪ੍ਰੈਗਨੈਂਟ ਹੈ, ਕਿੱਦਾਂ ਉਤਰੇਗੀ? ਹੌਲੀ। ਕਿੰਨੇ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਆ ਰਹੀ ਸਮਝ? ਉਹਨੇ ਕੀ ਮੰਨ ਲਿਆ ਕਿ ਮੈਂ ਪ੍ਰੈਗਨੈਂਟ ਹੈ। ਹੁਣ ਉਹਦਾ ਦੌੜਨਾ ਭੱਜਣਾ ਬੰਦ। ਪਤੀ ਵੀ ਕਹੇਗਾ ਹੌਲੀ ਆਰਾਮ ਨਾਲ। ਦੌੜ ਭੱਜ ਬੰਦ। ਪ੍ਰੇਜ਼ ਦ ਲਾਰਡ। ਅਗਰ ਅੰਦਰ ਜਾਣ ਤੋਂ ਪਹਿਲਾਂ ਉਹਨਾਂ ਦਾ ਚਾਈਨੀਜ਼ ਬੇਲ ਖਾਣ ਦਾ ਪ੍ਰੋਗਰਾਮ ਸੀਗਾ ਤਾਂ ਪਤਨੀ ਕੀ ਬੋਲੇਗਾ? ਨਹੀਂ ਭਾਈ, ਆਪਾਂ ਘਰ ਜਾਂਦੇ ਆ ਔਰ ਕੱਚਾ ਅੰਡਾ ਖਾਂਦੇ ਆ। ਚਾਈਨੀਜ਼ ਬੇਲ ਬੰਦ। ਹੁਣ ਕੀ ਹੋ ਗਿਆ? ਪ੍ਰੈਗਨੈਂਟ ਹੋ ਗਈ। ਪ੍ਰੇਜ਼ ਦ ਲਾਰਡ। ਤਾਂ ਜਦੋਂ ਤੁਸੀਂ ਵਿਸ਼ਵਾਸ ਕਰਦੇ ਹੋ, ਵਿਸ਼ਵਾਸ ਕਿੱਥੋਂ ਆਉਂਦਾ? ਤੁਹਾਡੇ ਸ਼ਬਦਾਂ ਦੇ ਦੁਆਰਾ ਔਰ ਤੁਹਾਡੇ ਕੰਮਾਂ ਦੇ ਦੁਆਰਾ। ਸਫਲ ਆਦਮੀ ਦੇ ਸ਼ਬਦ ਹੁੰਦੇ ਆ, ਸਫਲ ਆਦਮੀ ਦੇ ਕੰਮ ਕਰਨ ਦੇ ਤਰੀਕੇ ਹੁੰਦੇ ਆ। ਪ੍ਰੇਜ਼ ਦ ਲਾਰਡ। ਸੁਣਦੇ ਹੋ ਤੁਸੀਂ? ਸਫਲ ਆਦਮੀ ਕਿਸੇ ਵੀ ਚੀਜ਼ ਨੂੰ ਹਲਕੇ ਵਿੱਚ ਨਹੀਂ ਲੈਂਦਾ। ਸਫਲ ਆਦਮੀ ਵਾਸਤੇ ਹਰ ਚੀਜ਼ ਜ਼ਰੂਰੀ ਆ। ਸਫਲ ਆਦਮੀ ਵਾਸਤੇ ਹਰ ਚੀਜ਼ ਜ਼ਰੂਰੀ ਆ। ਕੋਈ ਕਹਿੰਦਾ ਹਰ ਚੀਜ਼ ਜ਼ਰੂਰੀ ਕਿੱਦਾਂ ਹੋ ਸਕਦੀ ਹੈ? ਮੈਂ ਕਹਿੰਦਾ ਕਮਾਨ। ਅਗਰ ਤੁਸੀਂ ਬਾਈਬਲ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਕਿ ਹਰ ਚੀਜ਼ ਜ਼ਰੂਰੀ ਆ। ਇਨਫੈਕਟ ਤੁਸੀਂ ਕਿੰਨੇ ਵੀ ਅਮੀਰ ਕਿਉਂ ਨਾ ਹੋਵੇ, ਅਗਰ ਮੈਂ ਤੁਹਾਨੂੰ ਕਹਾਂ ਇੱਕ ਆਦਮੀ ਰੱਖੋ, ਤੁਸੀਂ ਅਰਬਪਤੀ ਹੋ, ਕੋਈ ਵੀ ਕਿਉਂ ਨਾ ਹੋਵੇ, ਮੈਂ ਕਹਿੰਦਾ ਤੁਸੀਂ ਹਰ ਦਿਨ ਮੈਨੂੰ ਦੱਸਣਾ ਕਿ ਤੁਹਾਡੇ ਕਿੰਨੇ ਬਾਲ ਗਿਰੇ। ਅਰਬਪਤੀ ਵੀ ਨਹੀਂ ਗਿਣ ਪਾਏਗਾ ਉਹਦੇ ਕਿੰਨੇ ਬਾਲ ਡਿੱਗੇ ਆ। ਗਿਣ ਪਾਏਗਾ? ਅਗਰ ਗਿਣਵਾ ਵੀ ਲਏਗਾ, ਪਹਿਲੀ ਗੱਲ ਤਾਂ ਗਿਣ ਨਹੀਂ ਸਕਦਾ। ਅਗਰ ਉਹ ਗਿਣਨ ਦੀ ਕੋਸ਼ਿਸ਼ ਵੀ ਕਰੇਗਾ ਤਾਂ ਨਹੀਂ ਹੋਏਗਾ। ਜਦੋਂ ਨਹਾ ਜਾਏਗਾ ਕਿ ਆਪਣੇ ਨਾਲ ਇਨਸਾਨ ਨੂੰ ਲੈ ਕੇ ਜਾਏਗਾ? ਨਹੀਂ। ਹੈਲੋ, ਬਾਈਬਲ ਦੱਸਦੀ ਆ ਕਿ ਪਰਮੇਸ਼ਰ ਤੁਹਾਡੇ ਬਾਲਾਂ ਤੱਕ ਦੀ ਗਿਣਤੀ ਕਰਦਾ। ਬਹੁਤਿਆਂ ਵਾਸਤੇ ਚੀਜ਼ਾਂ ਜ਼ਰੂਰੀ ਨਹੀਂ ਆ। ਆਪਣਾ ਬੈਗ ਖੁੱਲਾ ਹੋ ਛੋੜ ਦਿਓ। ਮੈਂ ਆਪਣੀ ਜ਼ਿੰਦਗੀ ਦੇ ਕੇ ਦੱਸ ਸਕਦਾ ਤੁਸੀਂ ਮੇਰੇ ਵਾਸਤੇ ਤਿਆਰ ਨਹੀਂ ਹੋ, ਕਿਉਂਕਿ ਮੇਰੇ ਵਾਸਤੇ ਹਰ ਚੀਜ਼ ਜ਼ਰੂਰੀ ਆ। ਫੋਨ ਡਿੱਗ ਗਿਆ, ਸਕਰੀਨ ਟੁੱਟ ਗਈ, ਮੈਂ ਕਹੂੰਗਾ ਤੁਸੀਂ ਅਜੇ ਤੱਕ ਵੀ ਤਿਆਰ ਨਹੀਂ ਵੱਡੀ ਚੀਜ਼ਾਂ ਵਾਸਤੇ, ਕਿਉਂਕਿ ਉਹਨਾਂ ਵਾਸਤੇ ਤਿਆਰੀ ਲੱਗਦੀ ਆ। ਇਸ ਜੀਣ ਦਾ ਤਰੀਕਾ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਵਿਸ਼ਵਾਸ ਕਿੱਥੋਂ ਦਿਖਾਈ ਦਿੰਦਾ? ਸ਼ਬਦਾਂ ਤੋਂ ਔਰ ਗੱਲਾਂ ਤੋਂ, ਕਾਰਿਆਂ ਤੋਂ, ਕੰਮਾਂ ਤੋਂ। ਪੜੋਸੀ ਨੂੰ ਬੋਲੋ ਹਰ ਚੀਜ਼ ਜ਼ਰੂਰੀ ਆ। ਹਰ ਚੀਜ਼ ਜ਼ਰੂਰੀ ਹੈ। ਹਰ ਚੀਜ਼ ਜ਼ਰੂਰੀ ਹੈ। ਹਾਲੇਲੂਇਆ। ਆਈ ਡੋਂਟ ਟੇਕ ਇਟ ਲਾਈਟਲੀ। ਵਿਸ਼ਵਾਸ ਕਿੱਥੋਂ ਦਿਖਾਈ ਦਿੰਦਾ? ਤੁਹਾਡੀਆਂ ਗੱਲਾਂ ਤੋਂ ਔਰ ਤੁਹਾਡੇ ਕੰਮਾਂ ਤੋਂ। ਸ਼ਬਦਾਂ ਵਿੱਚ ਔਰ ਤੁਹਾਡੇ ਕੰਮਾਂ ਵਿੱਚ। ਪ੍ਰੇਜ਼ ਦ ਲਾਰਡ। ਜੋ ਤੁਸੀਂ ਵਿਸ਼ਵਾਸ ਕਰਦੇ ਹੋ ਤੁਸੀਂ ਸਫਲਤਾ ਹੋ, ਤੁਸੀਂ ਉਸ ਹਿਸਾਬ ਨਾਲ ਜੀਨੇ ਹੋ। ਤੁਸੀਂ ਕਿਸੇ ਨਾਲ ਲੜ ਨਹੀਂ ਸਕਦੇ।
ਤੁਹਾਨੂੰ ਸਭ ਦੇ ਕੀ ਚਾਹੀਦਾ? ਉਧਾਰ। ਸੁਣਦੇ ਹੋ ਤੁਸੀਂ? ਕੋਈ ਵੀ ਮੌਕਾ ਤੁਸੀਂ ਛੱਡਦੇ ਨਹੀਂ ਆ ਲੋਕਾਂ ਨੂੰ ਸੁਸਮਾਚਾਰ ਸੁਣਾਉਣ ਦਾ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਹੈ ਕਿ ਤੁਸੀਂ ਇੱਥੇ? ਇਹ ਕਿਹੜਾ ਸਾਲ ਹੈ ਬਦਲਾਂ ਦੀ ਇਕੱਠਾ ਹੋਣ ਦਾ? ਕਿਹੜਾ ਸਾਲ ਹੈ ਬਦਲਾਂ ਦੀ ਇਕੱਠਾ ਹੋਣ ਦਾ? ਇਹ ਬਹੁਤ ਇੰਪੋਰਟੈਂਟ ਮੈਸੇਜ ਹੈ, ਤੁਹਾਨੂੰ ਸਮਝਣਾ ਚਾਹੀਦਾ। ਉਪਦੇਸ਼ਕ ਦੀ ਪੋਥੀ 11:3। ਅਗਰ ਬੱਦਲਾਂ ਵਿੱਚ ਪਾਣੀ ਭਰਿਆ ਵਾ ਤਾਂ ਉਹ ਭੂਮੀ ਤੇ ਉੜੇਲਿਆ ਜਾਂਦਾ। ਗਲੋਰੀ। ਅਗਰ ਬੱਦਲ ਪਾਣੀ ਨਾਲ ਭਰੇ ਹੋਏ ਆ ਤਾਂ ਉਹਨਾਂ ਨੂੰ ਭੂਮੀ ਤੇ ਉੜੇਲਦੇ ਆ। ਇਹਦਾ ਮਤਲਬ ਕੀ ਆ? ਤੁਸੀਂ ਕਦੀ ਆਸਮਾਨ ਦੇਖਿਆ? ਜਦੋਂ ਤੁਸੀਂ ਬਾਹਰ ਜਾਓਗੇ ਤਾਂ ਤੁਹਾਨੂੰ ਪੂਰਾ ਨੀਲਾ ਆਸਮਾਨ ਨਜ਼ਰ ਆਏਗਾ ਕਿ ਛੋਟੇ ਛੋਟੇ ਬੱਦਲ ਨਜ਼ਰ ਆਉਣਗੇ? ਤੁਸੀਂ ਪਰੇਸ਼ਾਨ ਹੋ? ਤੁਸੀਂ ਛਤਰੀ ਲੈ ਕੇ ਆਓਗੇ? ਇਸ ਸਮੇਂ ਆਓਗੇ ਜਨਵਰੀ ਵਿੱਚ ਤੁਹਾਨੂੰ ਛੋਟੇ ਛੋਟੇ ਬੱਦਲ ਦਿਖਾਈ ਦੇ ਰਿਹਾ, ਤੁਸੀਂ ਛਤਰੀ ਲੈ ਕੇ ਨਹੀਂ ਆਓਗੇ। ਪਰ ਇਹੀ ਅਗਰ ਤੁਸੀਂ ਜੂਨ ਵਿੱਚ ਮੁੰਬਈ ਵਿੱਚ ਦਿਖਾਈ ਦੇਣਗੇ ਤਾਂ ਤੁਹਾਨੂੰ ਪਤਾ ਹੋਏਗਾ ਕਿ ਇਹ ਛੋਟਾ ਬੱਦਲ ਹੈ ਔਰ ਬੱਦਲ ਕੀ ਹੋਣ ਵਾਲੇ ਆ? ਇਕੱਠੇ ਹੋਣ ਵਾਲੇ ਆ। ਬੋਲਿਆ ਤੁਸੀਂ ਕਦੀ ਕਿ ਬੱਦਲ ਇਕੱਠੇ ਹੋ ਰਹੇ ਆ? ਬੋਲੋ, ਬਾਦਲ ਇਕੱਠੇ ਹੋ ਰਹੇ ਆ। ਕਦੀ ਸ਼ਬਦ ਯੂਜ਼ ਕੀਤਾ? ਬੱਦਲ ਇਕੱਠੇ ਹੋਣ ਦਾ ਮਤਲਬ ਕੀ ਆ? ਕਿ ਛੋਟੇ ਵਾਲਾ ਉਧਰ ਜਾ ਰਿਹਾ, ਇਹ ਛੋਟਾ ਵਾਲਾ ਇੱਧਰ ਆ ਰਿਹਾ ਔਰ ਸਾਰਾ ਬੱਦਲ ਕੀ ਹੋ ਰਿਹਾ? ਇਕੱਠੇ ਹੋ ਰਹੇ ਆ। ਬੱਦਲ ਇਕੱਠੇ ਹੋ ਰਹੇ। ਔਰ ਇਹ ਸਾਲ ਕੀ ਆ? ਬੱਦਲਾਂ ਦੇ ਇਕੱਠੇ ਹੋਣ ਦਾ। ਪ੍ਰੇਜ਼ ਦ ਲਾਰਡ। ਆਕਾਸ਼ ਵਾਲੇ ਬਾਦਲ ਨਹੀਂ, ਉਹ ਸਫਲਤਾ ਦੇ ਸ਼ਬਦ ਜਿਹੜੇ ਤੁਸੀਂ ਬੋਲੇ ਸੀਗੇ ਉਹ ਸਾਰੇ ਇਕੱਠੇ ਹੋ ਰਹੇ ਆ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਇੱਧਰੋਂ ਜੋ ਤੁਸੀਂ 4 ਸਾਲ ਪਹਿਲਾਂ ਬੋਲਿਆ, ਉਹ ਤੁਸੀਂ ਜੋ ਸ਼ਬਦ ਬੋਲੇ ਆ ਉਹ ਤੁਸੀਂ ਕੀ ਹੋ ਰਹੇ ਆ? ਇਕੱਠੇ ਹੋ ਰਹੇ ਆ। ਕੱਲ ਤੁਸੀਂ ਬੋਲਿਆ ਮੈਂ ਸਫਲਤਾ ਵਾਂ, ਇਹ ਸਾਰੇ ਬੱਦਲ ਕੀ ਆ? ਇਕੱਠੇ ਹੋ ਰਹੇ ਆ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਸਮਝ ਆ ਰਿਹਾ ਤੁਹਾਨੂੰ? ਜਨਵਰੀ ਵਿੱਚ ਉਹ ਬੱਦਲ ਇਕੱਠੇ ਹੋਣ ਵਾਲੇ ਨਹੀਂ ਆ। ਉਹ ਬੱਦਲ ਇਕੱਠੇ ਹੋਣਗੇ ਕਦੋਂ? ਇਕੱਠੇ ਹੋਣਗੇ ਜੂਨ ਦੇ ਵਿੱਚ। ਉਸੇ ਤਰ੍ਹਾਂ ਆਤਮਾ ਦੇ ਸਤਰ ਵਿੱਚ ਇਹ ਕਿਹੜਾ ਸਮੇਂ ਆ ਬਾਦਲਾਂ ਦੇ ਇਕੱਠੇ ਹੋਣ ਦਾ? ਜੋ ਅਸੀਂ ਬੋਲ ਰਹੇ ਹਾਂ, ਜੋ ਅਸੀਂ ਪ੍ਰਾਰਥਨਾ ਅਸੀਂ ਕਰ ਰਹੇ ਹਾਂ, ਜੋ ਵਿਸ਼ਵਾਸ ਅਸੀਂ ਦਿਖਾ ਰਹੇ ਹਾਂ, ਜੋ ਸਾਡੀ ਆਸ਼ਾ, ਉਹ ਸਾਰਿਆਂ ਦੇ ਬੱਦਲ ਕੀ ਹੋ ਰਹੇ ਆ? ਇਕੱਠੇ ਹੋ ਰਹੇ ਆ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਸੁਣ ਰਹੇ ਹੋ ਤੁਸੀਂ ਉਹਨਾਂ ਨੂੰ ਦੇਖ ਰਹੇ ਹੋ ਕਿ ਮੇਰੇ ਬੱਦਲ ਇਕੱਠੇ ਹੋ ਰਹੇ ਆ। ਪ੍ਰੇਜ਼ ਦ ਲਾਰਡ। ਮੈਂ ਸਫਲਤਾ। ਬੋਲੋ, ਮੈਂ ਸਫਲਤਾ। ਮੈਂ ਅੱਗੇ ਵਧ ਰਿਹਾ। ਮੈਂ ਅਨੁਗ੍ਰਹਿ ਨਾਲ ਭਰਿਆ ਹੋਇਆ। ਮੈਂ ਆਸ਼ੀਸ਼ਿਤ ਹਾਂ। ਤੁਹਾਨੂੰ ਪਤਾ ਤੁਸੀਂ ਕੀ ਕਰ ਰਹੇ ਹੋ? ਤੁਸੀਂ ਆਪਣੇ ਬਾਦਲਾਂ ਨੂੰ ਅਜੇ ਤੱਕ ਇੱਧਰ ਉੱਧਰ ਫੈਲ ਰਹੇ ਸੀਗੇ। ਹੁਣ ਤੁਹਾਨੂੰ ਕੀ ਪਤਾ ਲੱਗ ਰਿਹਾ ਕਿ ਤੁਹਾਡੇ ਬੱਦਲ ਭਰ ਰਹੇ ਆ, ਇਕੱਠੇ ਹੋ ਰਹੇ ਆ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਤਾਂ ਸਾਡੀ ਪ੍ਰਾਰਥਨਾ ਕੀ ਆ? ਸਾਡੀ ਪ੍ਰਾਰਥਨਾ ਖਰਾਬ ਨਹੀਂ ਹੋਈ ਕਿਉਂਕਿ ਬੱਦਲਾਂ ਨੂੰ ਇਕੱਠਾ ਹੋਣਾ ਪੈਂਦਾ ਤਾਂ ਕਿ ਬੱਦਲ ਕੀ ਕਰ ਪਾਏ? ਬਾਰਿਸ਼ ਕਰ ਪਾਏ। ਅਗਰ ਤੁਸੀਂ ਫਿਜ਼ਿਕਸ ਪਤਾ ਤੁਹਾਨੂੰ ਸਮਝ ਆਏਗੀ ਕਿ ਉੱਥੇ ਇੱਕ ਐਟਮੋਸਫੇਅਰ ਚੇਂਜ ਹੁੰਦਾ ਵਾ, ਇੱਕ ਵਾਤਾਵਰਨ ਵਿੱਚ ਬਦਲਾਵ ਹੋਣਾ ਪੈਂਦਾ ਵਾ, ਇੱਕ ਪ੍ਰੈਸ਼ਰ ਕ੍ਰੀਏਟ ਹੁੰਦਾ ਵਾ। ਕੋਈ ਹੈ ਇੱਥੇ ਸਟੂਡੈਂਟ ਫਿਜ਼ਿਕਸ ਦਾ? ਤੁਹਾਨੂੰ ਪਤਾ ਉੱਥੇ ਇੱਕ ਐਟਮੋਸਫੇਅਰ ਚੇਂਜ ਹੁੰਦਾ ਵਾ ਤਾਂ ਕਿ ਬਾਰਿਸ਼ ਹੋਵੇ। ਤਾਂ ਜਦੋਂ ਤੁਸੀਂ ਬੋਲ ਰਹੇ ਆ ਤੁਹਾਡੇ ਬੱਦਲ ਇਕੱਠਾ ਹੋ ਰਹੇ ਆ। ਪ੍ਰੇਜ਼ ਦ ਲਾਰਡ। ਔਰ ਅਸੀਂ ਆਤਮਾ ਦੇ ਵਿੱਚ ਉਸ ਸਮੇਂ ਵਿੱਚੋਂ ਗਲੋਰੀ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ? ਤਾਂ ਤੁਸੀਂ ਕੀ ਬੋਲ ਰਹੇ ਹੋ? ਮੈਂ ਸਫਲਤਾ, ਮੈਂ ਅੱਗੇ ਵਧ ਰਿਹਾ। ਪਰ ਤੁਸੀਂ ਧਿਆਨ ਦੇਖਣਾ, ਇਹ ਸਫਲਤਾ ਕਿਹਦੇ ਹਿਸਾਬ ਨਾਲ ਹੋਣੀ ਆ? ਪਰਮੇਸ਼ਵਰ ਦੇ ਹਿਸਾਬ ਨਾਲ। ਪ੍ਰੇਜ਼ ਦ ਲਾਰਡ। ਗਲਤ ਨਾ ਦੇਖੋ। ਸੁਣ ਰਹੇ ਹੋ ਤੁਸੀਂ ਕਿ ਸਫਲਤਾ ਦਾ ਮਤਲਬ 4 ਮੰਜ਼ਿਲ ਦਾ ਘਰ ਔਰ ਲਿਮੋਜ਼ਿਨ। ਅਗਰ ਤੁਸੀਂ ਉਹ ਦੇਖਿਆ ਤਾਂ ਤੁਸੀਂ ਪਰੇਸ਼ਾਨੀ ਵਿੱਚ। ਮੈਨੂੰ ਪਹਿਲੀ ਵਾਰ ਕਿਸੇ ਨੇ ਰੋਲੈਕਸ ਦੀ ਘੜੀ ਗਿਫਟ ਕੀਤੀ। ਮੈਂ ਜਾ ਕੇ ਆਪਣੇ ਸਪਿਰਚੁਅਲ ਫਾਦਰ ਨੂੰ, ਪਾਸਟਰ ਨੂੰ ਗਿਫਟ ਕਰ ਦਿੱਤੀ। ਬਹੁਤ ਮਹਿੰਗੀ ਹੁੰਦੀ ਉਹ, ਕਰੀਬ 1.5 ਲੱਖ ਦੀ ਘੜੀ ਸੀ ਉਹ। 7-8 ਸਾਲ ਹੋ ਗਏ। 7-8 ਸਾਲ ਪਹਿਲਾਂ ਕਿਸੇ ਨੇ ਮੈਨੂੰ ਗਿਫਟ ਦਿੱਤੀ ਰੋਲੈਕਸ ਦੀ ਘੜੀ। ਮੈਂ ਜਾ ਕੇ ਪਾਸਟਰ ਨੂੰ ਦੇ ਦਿੱਤੀ ਕਿ ਪਾਸਟਰ ਜੀ ਮੈਂ ਯਾਨੀ ਜੋਗਾ ਨਹੀਂ ਹੈ ਕਿ ਮੈਂ ਰੋਲੈਕਸ ਦੀ ਘੜੀ ਯੂਜ਼ ਕਰਾਂ, ਕਿਉਂਕਿ ਮੇਰੇ ਵਾਸਤੇ ਸਫਲਤਾ ਨਹੀਂ ਹੈ। ਕੋਈ ਦੂਸਰਾ ਹੁੰਦਾ ਖੁਸ਼ ਹੁੰਦਾ, ਉਹ ਮੈਨੂੰ ਕੀ ਮਿਲੀ? ਰੋਲੈਕਸ ਦੀ ਘੜੀ। ਮੈਂ ਉਹਨਾਂ ਵਿੱਚ ਨਹੀਂ ਹਾਂ। ਮੈਂ ਇਹਨਾਂ ਚੀਜ਼ਾਂ ਨਾਲ ਕਦੀ ਵੀ ਆਪਣੀ ਸਫਲਤਾ ਮਾਪਦਾ ਨਹੀਂ ਹਾਂ। ਮੈਂ ਜਾ ਕੇ ਕੀ ਕਰਦੀ? ਉਹ ਗਿਫਟ ਦੇ ਦਿੱਤੀ। ਕਿ ਮੈਨੂੰ ਕੀ ਲੱਗਾ ਕਿ ਮੇਰਾ ਦਿਮਾਗ ਖਰਾਬ ਕਰੇਗੀ? ਮੈਂ ਇਹਨੂੰ ਗਿਫਟ ਕਰ ਦਿੰਦਾ। ਮੈਂ ਉਹਨੂੰ ਸਫਲਤਾ ਦਾ ਮਾਪਦੰਡ ਨਹੀਂ ਮੰਨਦਾ। ਓਹੋ ਕਿਸੇ ਨੇ ਮੈਨੂੰ ਰੋਲੈਕਸ ਦੀ ਘੜੀ ਦਿੱਤੀ, ਹੁਣ ਮੈਂ ਸਫਲ ਹਾਂ। ਮੈਂ ਸਫਲਤਾ ਇਹਨਾਂ ਚੀਜ਼ਾਂ ਨਾਲ ਨਹੀਂ ਨਾਪਦਾ। ਮੈਂ ਇਹਨਾਂ ਬੇਵਕੂਫ ਨਹੀਂ ਹਾਂ। ਪ੍ਰੇਜ਼ ਦ ਲਾਰਡ। ਤੁਹਾਡੀ ਸਫਲਤਾ ਇਹਦਾ ਨਹੀਂ ਹੈ ਕਿ ਤੁਸੀਂ ਬ੍ਰਾਂਡਡ ਕੱਪੜੇ ਪਾ ਰਹੇ ਹੋ, ਬ੍ਰਾਂਡਡ ਸ਼ੂਜ਼ ਪਾ ਰਹੇ ਹੋ। ਤੁਹਾਡੀ ਸਫਲਤਾ ਕੀ ਆ? ਜਦੋਂ ਤੁਸੀਂ ਪਾਰਟਨਰਸ਼ਿਪ ਦੇ ਵਿੱਚ ਵਧ ਰਹੇ ਹੋ, ਪਰਮੇਸ਼ਰ ਨਾਲ ਪਾਰਟਨਰਸ਼ਿਪ ਦੇ ਵਿੱਚ ਵਧ ਰਹੇ ਹੋ। ਇਹ ਨਹੀਂ ਹੈ ਕਿ ਤੁਸੀਂ ਚੰਗੇ ਕੱਪੜੇ ਪਾ ਰਹੇ ਹੋ ਤਾਂ ਟੌਪ 100 ਵਿੱਚ ਤੁਹਾਡਾ ਨਾਮ ਨਹੀਂ ਹੈ, ਸਾਰਾ ਮੇਕਅਪ ਕਰਕੇ ਵੀ ਤੁਹਾਡਾ ਟੌਪ 100 ਵਿੱਚ ਨਾਮ ਨਹੀਂ ਹੈ। ਇੱਦਾਂ ਨਹੀਂ ਹੈ। ਆਪਣੀ ਸਫਲਤਾ ਨੂੰ ਸਹੀ ਜਗ੍ਹਾ ਨਾਲ ਰੱਖੋ। ਆਪਣੀ ਸਫਲਤਾ ਨੂੰ ਸਹੀ ਜਗ੍ਹਾ 'ਤੇ ਰੱਖੋ। ਸਹੀ ਬੱਦਲ ਭਰੋ।
ਸਹੀ ਬੱਦਲ ਭਰੋ। ਪਰਮੇਸ਼ਰ ਨੇ ਯੀਸ਼ੂ ਮਸੀਹ ਦਾ ਨਾਮ ਕਾਰ ਪਾਉਣ ਵਾਸਤੇ ਨਹੀਂ ਦਿੱਤਾ। ਉਨੀ ਤੱਕ ਤੁਸੀਂ ਹੁਣ ਤੱਕ ਤੁਸੀਂ ਇਸਤੇਮਾਲ ਕੀਤਾ ਕਾਰ ਪਾਉਣ ਵਾਸਤੇ। ਹੁਣ ਤੁਸੀਂ ਕਦਾ ਸੈੱਲ ਨੂੰ ਵਧਾਉਣ ਵਾਸਤੇ ਪਰਮੇਸ਼ਰ ਯੀਸ਼ੂ ਮਸੀਹ ਦਾ ਨਾਮ ਇਸਤੇਮਾਲ ਕਰੋ। ਪ੍ਰੇਜ਼ ਦ ਲਾਰਡ। ਹੈਲੋ, ਸੁਣ ਰਹੇ ਹੋ ਤੁਸੀਂ? ਯੀਸ਼ੂ ਮਸੀਹ ਦਾ ਨਾਮ ਪਰਮੇਸ਼ਰ ਨੇ ਤੁਹਾਡਾ ਘਰ ਵੱਡਾ ਕਰਨ ਵਾਸਤੇ ਨਹੀਂ ਦਿੱਤਾ ਕਿ ਯੀਸ਼ੂ ਮਸੀਹ ਦਾ ਨਾਮ ਤੁਹਾਨੂੰ ਨਈ ਗੱਡੀ ਪਾਉਣ ਵਾਸਤੇ ਆ। ਯੀਸ਼ੂ ਮਸੀਹ ਨਾਮ ਤੁਹਾਨੂੰ ਕਿਉਂ ਦਿੱਤਾ ਵਾ? ਉਹ ਪੜੋਸੀ ਜਿਹੜਾ ਯੀਸ਼ੂ ਮਸੀਹ ਨੂੰ ਨਹੀਂ ਜਾਣਦਾ, ਉਹਦੀ ਆਤਮਾ ਨੂੰ ਸ਼ੈਤਾਨ ਦੀਆਂ ਹੱਥਾਂ ਤੋਂ ਬਚਾਉਣ ਵਾਸਤੇ ਔਰ ਪਰਮੇਸ਼ਰ ਦੇ ਰਾਜ ਵਿੱਚ ਲਿਆਉਣ ਵਾਸਤੇ ਦਿੱਤਾ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ? ਉਹਨੇ ਬੋਲਿਆ ਤੁਸੀਂ ਮੇਰੇ ਨਾਮ ਦੇ ਵਿੱਚ ਸ਼ੈਤਾਨੀਆਂ ਨੂੰ ਖਦੇੜੋਗੇ, ਸ਼ੈਤਾਨਾਂ ਨੂੰ ਭਜਾਉਣਗੇ। ਉਹਨੇ ਇਹ ਨਹੀਂ ਕਿਹਾ ਤੁਸੀਂ ਮੇਰੇ ਨਾਮ ਦੇ ਵਿੱਚ ਵੱਡਾ ਘਰ ਬਣਾਓਗੇ। ਬੋਲੋ, ਸਵਰਗ ਔਰ ਧਰਤੀ ਦਾ ਸਾਰਾ ਅਧਿਕਾਰ ਮੇਰੇ ਦਿੱਤਾ, ਸਵਰਗ ਔਰ ਧਰਤੀ ਦਾ ਸਾਰਾ ਅਧਿਕਾਰ ਤੁਹਾਨੂੰ ਦਿੱਤਾ ਗਿਆ ਵਾ। ਤੁਸੀਂ ਬਿਮਾਰਾਂ ਨੂੰ ਚੰਗਾ ਕਰੋ, ਸ਼ੈਤਾਨਾਂ ਨੂੰ ਭਜਾਓ, ਇਸ ਵਾਸਤੇ ਤੁਹਾਨੂੰ ਨਾਮ ਦਿੱਤਾ ਗਿਆ ਵਾ। ਏਦਾਂ ਥੋੜੀ ਆ ਤੁਸੀਂ ਯੀਸ਼ੂ ਮਸੀਹ ਨਾਮ ਦੇ ਬਾਬਾ ਚ ਆ ਕੇ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਵੱਡਾ ਘਰ ਗ੍ਰਹਿਣ ਕਰਦਾ। ਨਹੀਂ, ਇਹ ਕਿਹੜੀ ਬਾਈਬਲ ਚ ਲਿਖਿਆ? ਇਹ ਕਿਹੜੀ ਬਾਈਬਲ ਹੈ? ਇਹ ਤਿਆਰੀ ਦਾ ਸਮਾਂ ਹੈ। ਇਹ ਚਰਚ ਨੂੰ ਬੁੱਧੀ ਆਉਣੀ ਚਾਹੀਦੀ ਆ। ਪ੍ਰੇਜ਼ ਦ ਲਾਰਡ। ਚਰਚ ਨੂੰ ਕੀ ਆਉਣੀ ਚਾਹੀਦੀ ਆ? ਬੁੱਧੀ। ਅਸੀਂ ਉਸ ਚੀਜ਼ ਵਾਸਤੇ ਇਸਤੇਮਾਲ ਕਰਨਾ ਜਿਸ ਕੰਮ ਵਾਸਤੇ ਉਹ ਦਿੱਤਾ ਗਿਆ। ਪ੍ਰੇਜ਼ ਦ ਲਾਰਡ। ਯੀਸ਼ੂ ਮਸੀਹ ਨਾਮ ਦੇ ਕਿਉਂ ਦਿੱਤਾ ਗਿਆ? ਸ਼ੈਤਾਨਾਂ ਨੂੰ ਖਦੇੜਨ ਵਾਸਤੇ। ਕਿ ਮੈਂ ਬਾਈਬਲ ਚ ਬੋਲ ਰਿਹਾ ਕਿ ਬਾਈਬਲ ਚ ਬਾਹਰ ਜਾ ਰਿਹਾ? ਯੀਸ਼ੂ ਮਸੀਹ ਕਹਿੰਦਾ ਮੇਰੇ ਨਾਮ ਦੇ ਵਿੱਚ ਸ਼ੈਤਾਨਾਂ ਨੂੰ ਕੱਢੋ, ਮਰਿਆ ਹੋਇਆ ਨੂੰ ਜੀਣਾ ਕਰੋ, ਬਿਮਾਰਾਂ ਨੂੰ ਚੰਗਾ ਕਰੋ। ਬਾਕੀ ਤੁਸੀਂ ਕਿੱਥੋਂ ਸਿੱਖ ਲਿਆ? ਯੀਸ਼ੂ ਮਸੀਹ ਨਾਮ ਦੇ ਵਿੱਚ ਮੈਂ ਜਿੱਤੂੰਗਾ ਔਰ ਮੈਨੂੰ ਲੜਕੀ ਪਸੰਦ ਆ ਗਈ ਆ, ਮੈਂ ਉਹਨੂੰ ਆਪਣੀ ਪਤਨੀ ਬਣਾਉਂਗਾ, ਉਹਦੇ ਵਾਸਤੇ ਪ੍ਰਾਰਥਨਾ ਕਰੂੰਗਾ। ਮੈਂ ਬੋਲੂੰਗਾ ਯਾਰ ਕਿੱਥੇ ਲਿਖਿਆ? ਕਿੱਥੇ ਹੋ ਤੁਸੀਂ ਭਰਾ? ਤੁਸੀਂ ਕਿੱਥੇ ਹੋ? ਕਿਹੜਾ ਨਾਮ ਕਿੱਥੇ ਇਸਤੇਮਾਲ ਕਰ ਰਹੇ ਹੋ ਤੁਸੀਂ? ਪ੍ਰੇਜ਼ ਦ ਲਾਰਡ। ਬਹੁਤ ਸਾਰੇ ਜਵਾਨ ਹੈ, ਉਹਨਾਂ ਨੇ ਯੀਸ਼ੂ ਮਸੀਹ ਨੂੰ ਇਸੇ ਤਰੀਕੇ ਨਾਲ ਇਸਤੇਮਾਲ ਕੀਤਾ ਪਿਆ। ਪ੍ਰੇਜ਼ ਦ ਲਾਰਡ। ਤੁਹਾਨੂੰ ਪਤਾ ਮੈਂ ਕੀ ਕਰ ਰਿਹਾ? ਇੱਕ ਲੜਕਾ ਦੇਖਿਆ, ਚੰਗਾ ਮਿਲਿਆ, ਇੰਨੀ ਮੇਰਾ ਸ਼ਾਦੀ ਹੋਵੇਗੀ, ਪਰਮੇਸ਼ਰ ਮੈਂ ਇਸ ਲੜਕੇ ਨੂੰ ਆਪਣੇ ਪਤੀ ਰੂਪ ਦੇ ਗ੍ਰਹਿਣ ਕਰਦੀ ਹਾਂ। ਮੈਂ ਕਹਿੰਦਾ ਪਹਿਲੇ ਮਸੀਹ ਦਾ ਬਣਿਆ ਨਹੀਂ ਗਾ, ਇਹਨੂੰ ਪਤੀ ਰੂਪ ਚ ਕਿੱਦਾਂ ਗ੍ਰਹਿਣ ਕਰ ਸਕਦਾ? ਇਹ ਤਾਂ ਲੀਡਰ ਬਣਿਆ ਹੀ ਨਹੀਂ ਗਾ। ਲੜਕੀ ਉਸ ਨੂੰ ਕਿੱਦਾਂ ਦਿਖ ਰਹੀ ਆਪਣੇ ਪਤੀ ਦੇ ਰੂਪ ਦੇ ਵਿੱਚ, ਔਰ ਪਤੀ ਬਣ ਗਿਆ। ਪਤੀ ਬਣ ਕੇ ਲੀਡਰ ਵੀ ਨਹੀਂ ਹੈ। ਉਹ ਕਿੱਦਾਂ? ਉਹ ਕਾਹਦਾ ਪਤੀ? ਅਗਰ ਮੈਂ ਪਤਨੀ ਆ, ਮੇਰਾ ਪਤੀ ਲੀਡਰ ਨਹੀਂ ਹੈ ਤੇ ਮੇਰੀ ਬੇਇੱਜ਼ਤੀ ਹੈ। ਮੈਂ ਆਪਣੇ ਪਤੀ ਨੂੰ ਕੀ ਕਹੂੰਗੀ? ਲੀਡਰ ਬਣੋ। ਪ੍ਰੇਜ਼ ਦ ਲਾਰਡ। ਹੈਲੋ, ਕਦੀ ਦੇਖਿਆ ਰਾਜਾ ਮਹਾਰਾਜਾ ਦੀ ਫਿਲਮ? ਰਾਣੀ ਕੀ ਕਹਿੰਦੀ ਆ? ਸਾਡਾ ਹੀ ਲੜਕਾ ਰਾਜਕੁਮਾਰ ਬਣੇਗਾ, ਸਾਡਾ ਲੜਕਾ। ਤੁਸੀਂ ਪਤਨੀ ਹੋ ਕੇ ਆਪਣੇ ਪਤੀ ਨੂੰ ਕੀ ਕਹਿੰਦੇ ਆ? ਕੰਮ ਕਾਰ ਕਰ ਲਓ, ਇਹ ਧੰਦਾ ਸਾਡੀ ਬਸ ਦਾ ਨਹੀਂ ਹੈ। ਥੋੜਾ ਬੁੱਧੀਮਾਨ ਹੋ ਜਾਓ। ਪ੍ਰੇਜ਼ ਦ ਲਾਰਡ। ਪਤੀ ਨੂੰ ਕੀ ਬਣਾਓ? ਚਰਚ ਵਿੱਚ ਲੀਡਰ। ਰੋਜ਼ ਸਵੇਰੇ ਸ਼ਾਮ ਕੀ ਬਣਿਆ? ਲੀਡਰ ਬਣਿਆ ਕਿ ਨਹੀਂ ਬਣਿਆ? ਭਾਈ ਅੱਜ ਦਾ ਖਾਣਾ ਮਿਲ ਰਿਹਾ, ਕੱਲ ਤੋਂ ਨਹੀਂ ਮਿਲੇਗਾ। ਪਹਿਲਾਂ ਲੀਡਰ ਬਣ ਕੇ ਦਿਖਾਓ। ਇਹ ਕੀ ਆ? ਅਸਲੀ ਪਤਨੀ। ਇਹ ਆ ਪਤਨੀ ਜਿਹੜੀ ਪਤੀ ਦਾ ਧਿਆਨ ਰੱਖਦੀ ਆ। ਪ੍ਰੇਜ਼ ਦ ਲਾਰਡ। ਇੱਦਾਂ ਨਹੀਂ ਹੈ ਕਿ ਆਪਣੇ ਪਤੀ ਨੂੰ ਖਿਲਾ ਕੇ ਮੋਟਾ ਕਰ ਦਿੱਤਾ। ਪਤਨੀ ਕੀ ਆ? ਆਪਣੇ ਪਤੀ ਨੂੰ ਕੀ ਬਣਾ ਰਹੀ ਆ? ਲੀਡਰ। ਪ੍ਰੇਜ਼ ਦ ਲਾਰਡ। ਤਾਂ ਬੋਲੋ ਸਹੀ ਜਗ੍ਹਾ, ਨਾਮ ਨੂੰ ਸਹੀ ਜਗ੍ਹਾ ਇਸਤੇਮਾਲ ਕਰੋ। ਸੁਣਦੇ ਹੋ ਤੁਸੀਂ? ਤਾਂ ਬੱਦਲ ਕੀ ਹੋਏਗਾ? ਜਦੋਂ ਭਰ ਜਾਣਗੇ ਤਾਂ ਆਪਣੇ ਆਪ ਨੂੰ ਖਾਲੀ ਕਰਨਗੇ। ਤਾਂ ਤੁਹਾਡੀਆਂ ਆਸ਼ਾਵਾਂ, ਪ੍ਰੇਜ਼ ਦ ਲਾਰਡ, ਹਾਲੇਲੂਇਆ, ਤੁਹਾਡੀਆਂ ਆਸ਼ਾਵਾਂ, ਜਿੱਦਾਂ ਮੈਂ ਕਿਹਾ, ਵਿਸ਼ਵਾਸ ਕਿੱਦਾਂ ਦਿਖਾਈ ਦਿੱਤਾ? ਸ਼ਬਦਾਂ ਵਿੱਚ ਔਰ ਐਕਸ਼ਨ ਵਿੱਚ। ਜਿਸ ਤਰ੍ਹਾਂ ਹੁਣ ਤੁਸੀਂ ਖਾਨ ਸਾਹਿਬ ਨੂੰ ਬੋਲੋ, ਖਾਨ ਸਾਹਿਬ ਨੂੰ ਬੋਲਿਆ ਗਿਆ ਤੁਸੀਂ ਕੀ ਆ? ਕਰੁਣ ਅਰਜੁਨ। ਔਰ ਦੋਨੋਂ ਖਾਨ ਸਾਹਿਬ ਕੀ ਬਣ ਗਏ? ਕਰੁਣ ਅਰਜੁਨ। ਉਹ ਕਿਹਦੇ ਵਿੱਚ ਵੜ ਗਏ? ਆਪਣੇ ਕਰੈਕਟਰ ਵਿੱਚ ਵੜ ਗਏ। ਪਤਾ ਨਾ ਫਿਲਮ ਕਰਨ ਅਰਜੁਨ, ਮੇਰੇ ਕਰਨ ਅਰਜੁਨ ਆਉਣਗੇ। ਔਰ ਕਰਨ ਅਰਜੁਨ ਕਿਹੜੇ ਆ? ਸਲਮਾਨ ਖਾਨ ਔਰ ਸ਼ਾਹਰੁਖ ਖਾਨ। ਔਰ ਜਿਸ ਤਰ੍ਹਾਂ ਡਾਇਰੈਕਟਰ ਨੇ ਬੋਲਿਆ ਫਿਲਮ ਵਿੱਚ ਤੁਸੀਂ ਕੀ ਆ? ਕਰਨ ਅਰਜੁਨ। ਔਰ ਦੋਨੋਂ ਮੀਆਂ ਬਾਈ ਨਹੀਂ ਲੱਗ ਰਹੇ ਆ। ਦੋਨਾਂ ਨੇ ਆਪਣੀ ਬੋਡੀ ਲੈਂਗੁਏਜ ਬਦਲ ਲਈ, ਆਪਣਾ ਹੁਲੀਆ ਚੇਂਜ ਕਰ ਲਿਆ। ਉਹ ਸ਼ਕਲ ਤੋਂ ਕੀ ਲੱਗ ਰਹੇ ਸੀਗੇ? ਕਰਨ ਅਰਜੁਨ। ਆਪਣੇ ਕਰੈਕਟਰ ਵਿੱਚ ਵੜ ਗਏ। ਔਰ ਕੋਈ ਉਹਨਾਂ ਨੂੰ ਦੇਖ ਕੇ ਕੀ ਕਹਿ ਰਿਹਾ ਸੀਗਾ? ਇਹ ਕਰਨ ਅਰਜੁਨ ਹੈ। ਉਹਨਾਂ ਨੂੰ ਕੋਈ ਮੀਆਂ ਨਹੀਂ ਕਹਿ ਰਿਹਾ ਸੀ, ਉਹਨਾਂ ਨੂੰ ਕੀ ਕਹਿ ਰਹੇ ਸੀ? ਕਰਨ ਅਰਜੁਨ। ਉਹਨਾਂ ਨੇ ਆਪਣੇ ਆਪ ਨੂੰ ਕਨਵਿੰਸਿੰਗ ਕਰ ਲਿਆ। ਐਕਟਿੰਗ ਉਹੀ ਅੱਛੀ ਆ ਜਿਹੜੀ ਐਕਟਿੰਗ ਨਾ ਲੱਗੇ। ਪ੍ਰੇਜ਼ ਦ ਲਾਰਡ। ਕਿਹਨਾਂ ਨੂੰ ਮੇਰੀ ਗੱਲ ਸਮਝ ਆ ਰਹੀ ਆ? ਐਕਟਿੰਗ ਉਹੀ ਚੰਗੀ ਆ ਜਿਹੜੀ ਐਕਟਿੰਗ ਨਾ ਲੱਗੇ, ਜਿਹੜੇ ਰੀਅਲ ਲੱਗੇ।
ਜਦੋਂ ਪਰਮੇਸ਼ਰ ਕਹਿੰਦਾ ਤੁਸੀਂ ਸਫਲ ਹੋ ਤਾਂ ਤੁਸੀਂ ਆਪਣੇ ਉਸ ਕਰੈਕਟਰ ਵਿੱਚ ਵੜ ਜਾਂਦੇ ਹੋ। ਤੁਸੀਂ ਕੀ ਕਹਿੰਦੇ ਆ, ਮੈਂ ਸਫਲ ਹਾਂ। ਤੁਹਾਡੇ ਪੂਰੇ ਜੀਵਨ 'ਚ ਕੀ ਦਿਖਾਈ ਦਿੰਦੀ ਹੈ? ਸਫਲਤਾ। ਹਾਲੇਲੂਇਆ। ਹੁਣ ਤੁਸੀਂ ਦਿਖਾਈ ਨਹੀਂ ਦਿੰਦੇ। ਬਾਈਬਲ ਇਹੀ ਕਹਿੰਦੀ ਆ ਕਿ ਅਸੀਂ ਜਿਉਂਦੇ ਨਹੀਂ ਆ, ਸਾਡਾ ਜੀਵਨ ਵਿੱਚ ਕਿਹਦੇ ਵਿੱਚ ਛੁਪਿਆ ਹੁੰਦਾ? ਮਸੀਹ ਵਿੱਚ। ਅਸੀਂ ਤੁਹਾਡੇ ਅੰਦਰੋਂ ਕੌਣ ਦਿਖਾਈ ਦਿੰਦਾ? ਮਸੀਹ। ਪ੍ਰੇਜ਼ ਦ ਲਾਰਡ। ਤੁਸੀਂ ਕਿਹਦੇ ਵਿੱਚ ਵੜ ਗਏ? ਆਪਣੇ ਕਰੈਕਟਰ ਦੇ ਵਿੱਚ। ਤੁਸੀਂ ਕੀ ਦਿਖਾਈ ਦਿੰਦੇ ਆ? ਮਸੀਹ ਵਿੱਚ। ਤੁਸੀਂ ਤੁਹਾਨੂੰ ਕਿਸੇ ਨਾਲ ਨਫ਼ਰਤ ਨਹੀਂ ਆ, ਤੁਸੀਂ ਕਿਸੇ ਨਾਲ ਬੁਰਾ ਨਹੀਂ ਚਾਹ ਸਕਦੇ। ਤੁਹਾਡੇ ਦਿਮਾਗ ਵਿੱਚ ਕੀ ਆ? ਸੈੱਲ ਵਧਾਉਣਾ, ਪਾਰਟਨਰਸ਼ਿਪ ਵਧਾਉਣਾ। ਤੁਹਾਡੇ ਦਿਮਾਗ ਵਿੱਚ ਕੀ ਆ? ਹਰ ਇਨਸਾਨ ਨੂੰ ਯਿਸੂ ਮਸੀਹ ਤੱਕ ਪਹੁੰਚ ਲਾਉਣਾ। ਤੁਸੀਂ ਆਪਣੇ ਕਰੈਕਟਰ ਵਿੱਚ ਵੜ ਗਏ ਹੋ। ਗਲੋਰੀ। ਸੁਣ ਰਹੇ ਹੋ ਤੁਸੀਂ ਆਪਣੇ ਕਰੈਕਟਰ ਵਿੱਚ ਚਲੇ ਗਏ। ਤੁਸੀਂ 24 ਘੰਟੇ ਆਪਣੇ ਕਰੈਕਟਰ ਵਿੱਚ ਰਹਿੰਦੇ ਆ, ਕਿਉਂਕਿ ਤੁਸੀਂ ਕੀ ਹੋ? ਮਸੀਹ। ਔਰ ਮਸੀਹ ਨੂੰ ਇਹੀ ਕੰਮ ਦਿੱਤਾ ਗਿਆ। ਮਸੀਹ ਆਪਣੇ ਕਰੈਕਟਰ ਦੇ ਵਿੱਚ ਵਾ। ਚਲੋ ਪੜਾਂਗੇ 2 ਕੁਰਿੰਥੀਆਂ 5:17। यदि कोई मसीह ਵਿੱਚ ਹੈ ਤਾਂ ਨਵੀਂ ਸ੍ਰਿਸ਼ਟੀ ਆ, ਪੁਰਾਣੀਆਂ ਗੱਲਾਂ ਬੀਤ ਗਈਆਂ। ਦੇਖੋ, ਬੋਲੋ ਦੇਖੋ। ਫਿਰ ਕਿਹਦੀ ਗੱਲ ਆ ਗਈ? ਦੇਖੋ। ਇੱਥੇ ਮਸੀਹ ਦੀ ਗੱਲ ਚੱਲ ਰਹੀ ਆ। ਹੈਲੋ, ਮੈਂ ਤੁਹਾਨੂੰ ਕੀ ਦਿਖਾ ਰਿਹਾ? ਸਕ੍ਰਿਪਟ। ਔਰ ਤੁਹਾਡਾ ਡਾਇਰੈਕਟਰ ਦੱਸ ਰਿਹਾ ਕਿ ਕਿਸ ਤਰ੍ਹਾਂ ਐਕਟਿੰਗ ਕਰਨੀ ਆ। ਕਿੰਨੇ ਲੋਕ ਮੇਰੇ ਨਾਲ ਹੈ? ਦੇਖ ਸਕਦੇ ਹੋ ਫਿਲਮ ਦੀ ਸਕ੍ਰਿਪਟ। ਐਕਟਰ ਦਾ ਸ਼ੌਂਕ, ਐਕਟਰ ਬਣਨ ਦਾ ਸ਼ੌਂਕ ਨਾ। ਅੱਜ ਦੇਖੋ ਮੈਂ ਤੁਹਾਨੂੰ ਦਿਖਾਊਂਗਾ। ਯਦੀ ਕੋਈ ਮਸੀਹ ਵਿੱਚ ਆ ਤਾਂ ਉਹ ਨਵੀਂ ਸ੍ਰਿਸ਼ਟੀ ਆ। ਬੋਲੋ, ਮੈਂ ਨਵੀਂ ਸ੍ਰਿਸ਼ਟੀ ਆ। ਮੈਂ ਨਵੀਂ ਸ੍ਰਿਸ਼ਟੀ ਆ। ਪੁਰਾਣੀਆਂ ਗੱਲਾਂ ਬੀਤ ਗਈਆਂ। ਪੁਰਾਣੀਆਂ ਗੱਲਾਂ ਬੀਤ ਗਈਆਂ। ਦੇਖੋ ਸਾਰੀਆਂ ਗੱਲਾਂ ਨਵੀਆਂ ਹੋ ਗਈਆਂ। ਦੇਖੋ ਸਾਰੀਆਂ ਗੱਲਾਂ ਨਵੀਆਂ ਹੋ ਗਈਆਂ। ਸਮਝ ਰਹੇ ਹੋ ਤੁਸੀਂ? ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹ ਥੋੜ੍ਹੀ ਆ ਕਿ ਤੁਸੀਂ ਮਸੀਹ ਹੋ ਕੇ ਵੀ 17 ਸਾਲ ਦੀ ਲੜਕੀ ਨਾਲ ਗਾਂਵ 'ਚ ਸ਼ਾਦੀ ਕਰ ਲਈ। ਇਹ ਤੁਸੀਂ ਕਿਹੜਾ ਜੀਵਨ ਜੀ ਰਹੇ ਹੋ? ਮੁੰਬਈ ਵਿੱਚ ਰਹਿ ਕੇ ਤੁਸੀਂ ਆਪਣੇ ਪਿੰਡ ਦੇ ਘਰ ਦੀ ਘਰ ਬਾਰੇ ਸੋਚ ਰਹੇ ਹੋ। ਇਹ ਪੁਰਾਣੀਆਂ ਗੱਲਾਂ ਤੁਸੀਂ ਕਦੋਂ ਛੱਡੋਗੇ? ਤੁਸੀਂ ਨਵੀਂ ਸ੍ਰਿਸ਼ਟੀ ਹੋ। ਤੁਸੀਂ ਸਮਾਜ ਦੀ ਤਰ੍ਹਾਂ ਨਹੀਂ ਸੋਚ ਸਕਦੇ, ਆਪਣੇ ਖਾਨਦਾਨ ਦੀ ਤਰ੍ਹਾਂ ਨਹੀਂ ਸੋਚ ਸਕਦੇ। ਜੋ ਦੁਨੀਆ ਨੇ ਤੁਸੀਂ ਬੋਲਿਆ ਸਫਲਤਾ ਦੇ ਮਾਪਦੰਡ ਹੁਣ ਤੁਹਾਡੇ ਦਿਮਾਗ ਵਿੱਚ ਨਹੀਂ ਆਉਂਦੇ, ਕਿਉਂਕਿ ਤੁਸੀਂ ਕੀ ਆ? ਨਵੀਂ ਸ੍ਰਿਸ਼ਟੀ। ਤੁਸੀਂ ਆਪਣੀ ਸੱਸ ਆਪਣੀ ਬਹੂ ਨਾਲ ਨਹੀਂ ਕਹਿੰਦੀ ਇਹ ਬਹੂ ਮੈਨੂੰ ਇੱਕ ਪੋਤਾ ਦੇ ਦੇ। ਪੋਤੀ ਕਿਉਂ ਨਹੀਂ ਨਿਕਲਿਆ? ਪੋਤੀ ਕਿਉਂ ਨਹੀਂ ਨਿਕਲਿਆ ਮੂੰਹ ਵਿੱਚੋਂ? ਪੋਤੀ ਕਿਉਂ ਨਹੀਂ ਨਿਕਲਿਆ ਮੂੰਹ ਵਿੱਚੋਂ? ਸਾਰੀਆਂ ਗੱਲਾਂ ਨੂੰ ਨਵਾਂ ਹੋਣਾ ਪਵੇਗਾ। ਪ੍ਰੇਜ਼ ਦ ਲਾਰਡ। ਬੋਲੋ ਕਰੈਕਟਰ। ਕਰੈਕਟਰ। ਕਿਉਂਕਿ ਅਸੀਂ ਕਿਹਦੇ ਵਿੱਚ ਹੈ? ਨਵੀਂ ਸ੍ਰਿਸ਼ਟੀ। ਨਵੀਂ ਸ੍ਰਿਸ਼ਟੀ ਦਾ ਮਤਲਬ ਕੀ ਆ? ਨਵਾਂ ਕਰੈਕਟਰ। ਪ੍ਰੇਜ਼ ਦ ਲਾਰਡ। ਹੈਲੋ। ਇਸ ਲਈ ਅਗਰ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਆ। ਪੁਰਾਣੀਆਂ ਗੱਲਾਂ ਬੀਤ ਗਈਆਂ। ਦੇਖੋ ਸਾਰੀਆਂ ਗੱਲਾਂ ਨਵੀਆਂ ਹੋ ਗਈਆਂ। ਨੈਕਸਟ। ਹਾ। ਔਰ ਇਹ ਸਾਰੀਆਂ ਗੱਲਾਂ ਸਾਡੇ ਖਾਨਦਾਨ ਦੇ ਵੱਲੋਂ ਆ। ਬੋਲੋ, ਸਾਡੇ ਖਾਨਦਾਨ ਵਿੱਚ ਐਸਾ ਹੁੰਦਾ। ਹੁਣ ਅਸੀਂ ਕੀ ਕਰੀਏ? ਹੁਣ ਸਾਡਾ ਕਰੈਕਟਰ ਬਦਲ ਗਿਆ। ਪ੍ਰੇਜ਼ ਦ ਲਾਰਡ। ਹੁਣ ਇਹ ਸਾਰੀਆਂ ਗੱਲਾਂ ਕਿੱਥੋਂ ਆ? ਪਰਮੇਸ਼ਰ ਦੇ ਵੱਲੋਂ ਆ। ਖਾਨਦਾਨ ਵਾਲੀ ਗੱਲਾਂ ਇੱਥੇ ਕੰਮ ਨਹੀਂ ਕਰਨਗੀਆਂ। ਇਹ ਨਵਾਂ ਕਰੈਕਟਰ। ਬੋਲਾ, ਸਾਡੇ ਘਰ ਵਿੱਚ ਭਾਈ ਇਹ ਨਵਾਂ ਕਰੈਕਟਰ ਹੈ। ਸਾਰੇ ਹਾਵ ਭਾਵ ਕਿਹਦੇ ਹੋਣੇ ਆ? ਪਰਮੇਸ਼ਰ ਦੇ। ਇਹ ਨਵੀਂ ਸਕ੍ਰਿਪਟ ਹੈ। ਬੋਲੋ, ਨਵੀਂ ਸਕ੍ਰਿਪਟ। ਇਹ ਸਾਰੀਆਂ ਗੱਲਾਂ, ਬੋਲੋ, ਇਹ ਸਾਰੀਆਂ ਗੱਲਾਂ ਸਾਡੇ ਬੌਸ ਦੀ ਵੱਲੋਂ ਆ। ਇਹ ਸਾਡੀ ਨੌਕਰੀ ਵਿੱਚ ਕਿਹਾ ਵਾ ਕਿ ਏਦਾਂ ਹੋਣਾ। ਸਾਡੀ ਨੌਕਰੀ ਵਿੱਚ ਕਿਹਾ ਕਿ ਮਾਸਕ ਨਹੀਂ ਪਾਉਂਗੇ ਤਾਂ ਐਂਟਰੀ ਨਹੀਂ ਮਿਲੂਗੀ। ਮੈਂ ਕਹਿੰਦਾ, ਤੁਸੀਂ ਕਹਿੰਦੇ ਭਾਈ ਮੈਂ ਨੌਕਰੀ ਛੱਡ ਰਿਹਾ। ਤੁਸੀਂ ਆ ਕੇ, ਪਾਸਟਰ ਜੀ ਅਸੀਂ ਕੀ ਕਰੀਏ? ਮੈਂ ਗੱਲ ਦੱਸਿਆ ਸੀਗਾ ਚਰਚ ਵਿੱਚ ਕੀ ਕਰਾਂ। ਫਿਰ ਵੀ ਤੁਹਾਡੇ ਮੂੰਹ ਵਿੱਚ ਸੁਣਨਾ ਸੀ। ਭਾਈ ਮੈਸੇਜ ਦੁਬਾਰਾ ਸੁਣ ਲਓ। ਪ੍ਰੇਜ਼ ਦ ਲਾਰਡ। ਕਿਉਂਕਿ ਸਾਰੀਆਂ ਗੱਲਾਂ ਕਿਹਦੇ ਵੱਲੋਂ ਆ? ਪਰਮੇਸ਼ਰ ਦੇ ਵੱਲੋਂ। ਹੈਲੋ। ਸੁਣ ਰਹੇ ਹੋ? ਸਕ੍ਰਿਪਟ ਸਮਝ ਆ ਰਹੀ ਹੈ? ਤੁਸੀਂ ਨਵੀਂ ਸ੍ਰਿਸ਼ਟੀ ਹੋ ਔਰ ਸਾਰੀਆਂ ਗੱਲਾਂ ਕਿਹਦੇ ਵੱਲੋਂ ਆ? ਪਰਮੇਸ਼ਰ ਦੇ ਵੱਲੋਂ। ਤੋ ਖਾਨਦਾਨ ਬਾਰੇ ਨਹੀਂ ਕਹਿਣਾ ਕਿ ਸਾਡੇ ਪਿੰਡ ਵਿੱਚ ਐਦਾਂ ਹੁੰਦਾ। ਖਾਨਦਾਨ ਭੁੱਲ ਜਾਓ ਭਾਈ, ਆਪਣਾ ਪਿੰਡ ਭੁੱਲ ਜਾਓ। ਇਹ ਗੱਲਾਂ ਕਿਹਦੇ ਵੱਲੋਂ ਆ? ਪਰਮੇਸ਼ਰ ਦੇ ਵੱਲੋਂ। ਦੁਨੀਆ ਦਾ ਸਾਡੇ ਕੋਲ ਕੁਛ ਵੀ ਨਹੀਂ ਆ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ?
ਤਾਂ ਮੈਨੂੰ ਨਾ ਪੁੱਛੋ ਨਾ ਉਹ ਕਿ ਸਾਡੇ ਖਾਨਦਾਨ ਵਿੱਚ ਐਦਾਂ ਹੁੰਦਾ, ਪਰਮੇਸ਼ਰ ਕੀ ਕਰੇ। ਮੈਂ ਕਹਿੰਦਾ ਭਾਈ ਜੋ ਪਰਮੇਸ਼ਰ ਕਹਿੰਦਾ ਉਹ ਕਰੋ ਭਾਈ। ਤੁਹਾਡਾ ਖਾਨਦਾਨ ਮੈਨੂੰ ਦਿਖਾਈ ਨਹੀਂ ਦਿੰਦਾ। ਬੋਲਿਆ ਨਾ ਸ਼ਾਹਰੁਖ ਖਾਨ ਦਾ ਡਾਇਲੌਗ ਚੱਕ ਦੇ ਵਿੱਚ, ਮੈਂ ਝਾਰਖੰਡ 'ਚ, ਮੈਂ ਛੱਤੀਸਗੜ੍ਹ 'ਚ। ਉਹਨੇ ਕਿਹਾ ਮੈਨੂੰ ਰਾਜਿਆਂ ਦੇ ਨਾਮ ਨਾਲ ਸੁਣਾਈ ਦਿੰਦੇ ਨਾ ਦਿਖਾਈ ਦਿੰਦੇ ਆ, ਮੈਂ ਜਾਤੀ ਨਾਲ ਸੁਣਾਈ ਦਿੰਦੀ ਆ ਦਿਖਾਈ ਦਿੰਦੀ ਆ, ਮੈਨੂੰ ਖਾਨਦਾਨ ਦੇ ਨਿਯਮ ਸੁਣਾਈ ਨਹੀਂ ਦਿੰਦੇ। ਮੈਨੂੰ ਕੀ ਦਿਖਾਈ ਦਿੰਦਾ? ਪਰਮੇਸ਼ਰ। ਪ੍ਰੇਜ਼ ਦ ਲਾਰਡ। ਮੈਂ ਕਰੈਕਟਰ ਵਿੱਚ ਹੈ, ਮੈਂ ਕਰੈਕਟਰ ਦੇ ਵਿੱਚ ਹੈ ਤਾਂ ਦਿਖਾਊਂਗਾ ਨਾ ਕਰੈਕਟਰ ਬਾਹਰ ਜਾ ਕੇ। ਅਸੀਂ ਅੱਗੇ ਵਧ ਰਹੇ ਹਾਂ। ਇਹ ਸਾਰੀਆਂ ਗੱਲਾਂ ਪਰਮੇਸ਼ਰ ਦੀ ਵੱਲੋਂ, ਜਿਹਨੇ ਮਸੀਹ ਨਾਲ ਸਾਡਾ ਮੇਲ ਮਿਲਾਪ ਕਰ ਲਿਆ। ਪਹਿਲਾ ਕੰਮ ਉਹਨੇ ਕੀ ਕੀਤਾ? ਮੇਲ ਮਿਲਾਪ ਕਰ ਲਿਆ। ਅਸੀਂ ਪਰਮੇਸ਼ਰ ਦੇ ਨਜ਼ਰਾਂ ਵਿੱਚ ਕੀ ਹੋ ਗਏ? ਅਚੰਗੇ ਹੋ ਗਏ। ਪਰਮੇਸ਼ਰ ਨੇ ਸਾਡੇ ਨਾਲ ਪ੍ਰੇਮ ਕੀਤਾ। ਸਾਡੇ ਔਰ ਪਰਮੇਸ਼ਰ ਦੇ ਵਿੱਚ ਜੋ ਲੜਾਈ ਸੀ ਉਹ ਖਤਮ ਹੋ ਗਈ ਆ। ਉਸਨੇ ਸਾਡੇ ਨਾਲ ਕੀ ਕੀਤਾ? ਮੇਲ ਮਿਲਾਪ। ਅਗਲਾ ਕੰਮ ਕੀ ਦਿੱਤਾ? ਮੇਲ ਮਿਲਾਪ ਦੀ ਸੇਵਾ ਸਾਨੂੰ ਸੌਂਪ ਦਿੱਤੀ। ਉਹਨੇ ਨਹੀਂ ਕਿਹਾ ਆਪਣੀ ਚਰਚ ਵਿੱਚ ਜਾਓ ਔਰ ਯੀਸ਼ੂ ਦਾ ਨਾਮ ਮਿਲੇ ਤਾਂ ਬਾਹਰ ਨਿਕਲੇ ਔਰ ਕਾਰ ਵਿੱਚ ਕਰੋ, ਕਾਰ ਮੇਰੀ ਯੀਸ਼ੂ ਮਸੀਹ ਨਾਮ ਦੇ ਵਿੱਚ। ਕਮ ਔਨ। ਉਹਨੇ ਪਹਿਲਾ ਕੰਮ ਕੀ ਦਿੱਤਾ? ਮੇਲ ਮਿਲਾਪ ਦੀ ਸੇਵਾ। ਇਹ ਤੁਹਾਡੀ ਸੇਵਕਾਈ ਆ। ਉਹਨੇ ਆਪਾਂ ਨੂੰ ਇਹ ਕੰਮ ਕਰਨ ਵਾਸਤੇ ਭੇਜਿਆ। ਪ੍ਰੇਜ਼ ਦ ਲਾਰਡ। ਤੁਹਾਡਾ ਨਵਾਂ ਚਰਿੱਤਰ, ਨਵਾਂ ਜੀਣ ਦਾ ਤਰੀਕਾ। ਪ੍ਰੇਜ਼ ਦ ਲਾਰਡ। ਇਹ ਸਾਰੀਆਂ ਗੱਲਾਂ ਪਰਮੇਸ਼ਰ ਦੇ ਵੱਲੋਂ ਆ, ਜਿਹਨੇ ਮਸੀਹ ਦੇ ਨਾਲ ਸਾਡਾ ਮੇਲ ਮਿਲਾਪ ਕਰ ਲਿਆ ਔਰ ਮੇਲ ਮਿਲਾਪ ਦੀ ਸੇਵਾ ਸਾਨੂੰ ਸੌਂਪ ਦਿੱਤੀ। ਯਾਦ ਹੈ ਤੁਹਾਨੂੰ? ਇਹੀ ਪਹਿਲਾ ਕੰਮ ਰਸੂਲਾਂ ਦੇ ਕਰਤੱਵ ਦੇ ਬੁੱਕ ਕਿਤਾਬ 'ਚ ਹੋਇਆ। ਉਹਨੇ ਕਿਹਾ ਜਦੋਂ ਤੁਸੀਂ ਪਵਿੱਤਰ ਆਤਮਾ ਗ੍ਰਹਿਣ ਕਰੋਗੇ ਤਾਂ ਤੁਸੀਂ ਸਾਰੇ ਯਰੂਸ਼ਲਮ ਵਿੱਚ ਪ੍ਰਚਾਰ ਕਰੋਗੇ ਔਰ ਮੇਲੇ ਮਿਲਾਪ ਦਾ ਕੰਮ ਕਰੋਗੇ। ਇਹ ਉਹ ਕੰਮ ਆ ਜਿਹੜੀ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਜਦੋਂ ਬੱਚਾ ਪੈਦਾ ਹੁੰਦਾ, ਤੁਸੀਂ ਉਹਨਾਂ ਕੀ ਆਸ਼ਾ ਕਰਦੇ ਹੋ ਕਿ ਪੈਦਾ ਹੋਣ ਤੋਂ ਬਾਅਦ ਉਹ ਕੀ ਕਰੇ? ਰੋਏ। ਅਗਰ ਬੱਚਾ ਨਹੀਂ ਰੋ ਰਿਹਾ ਤਾਂ ਪਰੇਸ਼ਾਨੀ ਆ। ਪਰਮੇਸ਼ਰ ਆਸ਼ਾ ਕਰਦਾ ਜਿੱਦਾਂ ਤੁਸੀਂ ਚਰਚ ਵਿੱਚ ਆਓ, ਤੁਸੀਂ ਮਸੀਹ ਹੋ ਗਏ ਔਰ ਤੁਸੀਂ ਦੂਜਿਆਂ ਤੱਕ ਪਹੁੰਚਣਾ ਸ਼ੁਰੂ ਕਰ ਦਿਓ। ਪ੍ਰੇਜ਼ ਦ ਲਾਰਡ। ਆਪਣੀਆਂ ਪਰੇਸ਼ਾਨੀਆਂ ਸੁਲਝਾਉਣਾ ਸ਼ੁਰੂ ਨਾ ਕਰੋ, ਦੂਜਿਆਂ ਤੱਕ ਪਹੁੰਚਣਾ ਸ਼ੁਰੂ ਕਰ ਦਿਓ। ਤੁਹਾਡੀਆਂ ਪਰੇਸ਼ਾਨੀਆਂ ਖੁਦ ਬ ਖੁਦ ਸੁਲਝ ਜਾਣਗੀਆਂ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ ਉਹ ਕਰੋ ਜੋ ਪਰਮੇਸ਼ਰ ਨੇ ਤੁਹਾਨੂੰ ਕਰਨ ਵਾਸਤੇ ਕਿਹਾ। ਬਹੁਤ ਸਾਰੇ ਲੋਕ ਕਹਿੰਦੇ ਪਾਸਟਰ ਜੀ ਮੇਰੇ ਕੋਲ ਕਰਜ਼ਾ, ਪਾਸਟਰ ਜੀ ਮੇਰੇ ਸਿਰ ਤੇ ਕਰਜ਼ਾ। ਮੈਂ ਉਹਨਾਂ ਨੂੰ 2 ਨਿਯਮ ਦੱਸਦਾ। ਪਹਿਲਾ ਨਿਯਮ, ਅਗਲਾ ਕਰਜ਼ਾ ਨਾ ਲਈ। ਪਹਿਲਾ ਨਿਯਮ। ਔਰ ਦੂਸਰਾ ਕੀ ਆ? ਜੋ ਕਮਾ ਸਕਦੇ ਹੋ ਕਰੋ, ਤਦ ਚਾਹ ਕੇ ਕਰਜ਼ਾ ਉਤਰੇਗਾ। ਲੇਕਿਨ ਬਹੁਤ ਸਾਰੇ ਲੋਕਾਂ ਨੂੰ ਦੋ ਗੱਲਾਂ ਸਮਝ ਨਹੀਂ ਆਉਂਦੀਆਂ। ਪ੍ਰੇਜ਼ ਦ ਲਾਰਡ। ਉਹ ਕਹਿੰਦੇ ਆ ਭਾਈ ਭਿਖਾਰੀ ਖੜੇ ਆ, ਉਹ 100 ਰੁਪਏ ਦਾ ਨੋਟ ਮਿਲਿਆ, ਚੱਲ ਕੋਲਡ ਡਰਿੰਕ ਪੀਨੇ ਆ। ਪ੍ਰੇਜ਼ ਦ ਲਾਰਡ। ਬੋਲੋ ਸਾਰੀਆਂ ਗੱਲਾਂ ਪਰਮੇਸ਼ਰ ਦੇ ਵੱਲੋਂ ਆ। ਤੁਹਾਡਾ ਚਰਿੱਤਰ ਬਦਲਣਾ। ਸੁਣ ਰਹੇ ਹੋ ਤੁਸੀਂ? ਤਾਂ ਲੋਨ ਵਾਸਤੇ ਖੁਸ਼ੀ ਨਾ ਮਨਾਓ। ਲੋਨ ਮਿਲ ਗਿਆ, ਅਸੀਂ ਸਾਨੂੰ ਲੋਨ ਮਿਲ ਗਿਆ, ਪੂਰੀ ਦੁਨੀਆ ਲਗਾ ਰਹੇ ਆ। ਔਰ ਕਈ ਕਹਿੰਦੇ ਪਾਸਟਰ ਜੀ ਮੈਂ 3 ਸਾਲ ਤੋਂ ਪ੍ਰਾਰਥਨਾ ਕਰ ਰਿਹਾ ਕਿ ਘਰ ਵਾਸਤੇ ਲੋਨ ਮਿਲ ਜਾਏ। ਕੀ ਪਰਮੇਸ਼ਰ ਸੁਣਦਾ ਨਹੀਂ ਹੈ? ਕਿਉਂ ਉਹਨੂੰ ਸਾਡਾ ਦੁੱਖ ਨਜ਼ਰ ਨਹੀਂ ਆਉਂਦਾ? ਲੋਨ ਮੰਗ ਰਹੇ ਹੋ। ਪ੍ਰੇਜ਼ ਦ ਲਾਰਡ। ਲੋਨ ਮੰਗ ਵੀ ਕੀ ਰਹੇ ਹੋ? ਲੋਨ। ਪ੍ਰੇਜ਼ ਦ ਲਾਰਡ। ਮੈਨੂੰ ਨਹੀਂ ਪਤਾ ਕਿਹਨਾਂ ਪਾਸਟਰ ਤੁਸੀਂ ਕੋਲ ਗਏ ਆ ਔਰ ਉਹਨਾਂ ਵਾਸਤੇ ਲੋਨ ਵਾਸਤੇ ਪ੍ਰਾਰਥਨਾ ਕੀਤੀ ਔਰ ਮੇਰੇ ਕੋਲ ਹੈ ਤਾਂ ਮੈਂ ਫਾਈਲ ਫਾੜ ਕੇ ਸੁੱਟ ਦੇਣੀ ਆ। ਬਹੁਤ ਸਾਰੇ ਲੋਕ ਹੈ ਪਾਸਟਰ ਲੋਨ ਵਾਸਤੇ, ਮੈਨੂੰ ਫਾਈਲ ਫੜਾਓ ਪਹਿਲਾਂ। ਲੋਨ ਵਾਸਤੇ ਪ੍ਰਾਰਥਨਾ। ਪ੍ਰੇਜ਼ ਦ ਲਾਰਡ। ਮੈਂ ਪਾਗਲ ਹੋ ਗਿਆ ਲੋਨ ਵਾਸਤੇ ਪ੍ਰਾਰਥਨਾ ਕਰਾਂ? ਜਦੋਂ ਮੈਂ ਪ੍ਰਾਰਥਨਾ ਕਰ ਸਕਦਾ ਕਿ ਪੂਰੀ ਦੁਨੀਆ ਤੁਹਾਡੇ ਕੋਲ ਆ ਜਾਏ। ਪ੍ਰੇਜ਼ ਦ ਲਾਰਡ। ਮੈਂ ਗਰੀਬੀ ਦੀ ਸਾਮਰਥ ਨੂੰ ਤੁਹਾਡੇ ਜੀਵਨ 'ਚ ਤੋੜ ਸਕਦਾ। ਪ੍ਰੇਜ਼ ਦ ਲਾਰਡ। ਔਰ ਮੈਂ ਤੁਹਾਨੂੰ ਹੋਰ ਗਰੀਬ ਬਣਾਉਣ ਵਾਸਤੇ ਧੱਕਾ ਦੇਵਾਂ। ਤੁਸੀਂ ਬੇਵਕੂਫੀ ਕਰਦੇ, ਮੈਂ ਵੀ ਬੇਵਕੂਫ ਪਾਸਟਰ ਬਣ ਜਾਵਾਂ? ਨਹੀਂ। ਬਾਈਬਲ ਕੀ ਕਹਿੰਦੀ ਆ? ਹਾਏ ਉਸ ਦੇਸ਼ ਤੇ ਜਿਹਦਾ ਲੀਡਰ ਕੀ ਆ? ਬੱਚਾ। ਮੈਨੂੰ ਪਤਾ ਮੈਂ ਕੀ ਕਰਨਾ ਕੀ ਨਹੀਂ ਕਰਨਾ, ਕਿਉਂਕਿ ਮੈਂ ਲੋਕਾਂ ਨੂੰ ਗਲਤ ਸਲਾਹ ਦੇ ਫਿਰਾਂ। ਹਾਲੇਲੂਇਆ। ਸੁਣਦੇ ਹੋ ਤੁਸੀਂ? ਬੋਲੋ ਸਾਰੀਆਂ ਗੱਲਾਂ ਪਰਮੇਸ਼ਰ ਦੇ ਵੱਲੋਂ ਆ। ਮੇਰਾ ਨਵਾਂ ਚਰਿੱਤਰ ਹੈ, ਨਵਾਂ ਕੰਮ ਹੈ, ਨਈ ਸਕ੍ਰਿਪਟ ਹੈ। ਔਰ ਸਕ੍ਰਿਪਟ 'ਚ ਕੀ ਲਿਖਿਆ? ਮੇਲ ਮਿਲਾਪ ਦੀ ਸੇਵਾ ਕੀ ਕਰੋ? ਪੂਰੀ ਕਰੋ। ਪ੍ਰੇਜ਼ ਦ ਲਾਰਡ। ਹਰ ਆਦਮੀ, ਜਿਹੜਾ ਆਦਮੀ ਸੈਲ ਵਿੱਚ ਨਹੀਂ ਆ ਰਿਹਾ, ਜਿਹੜਾ ਰਿਸ਼ਤੇ 'ਚ ਸੈਲ ਨਹੀਂ ਆ ਰਿਹਾ, ਇਹਦੇ ਵਾਸਤੇ ਪ੍ਰਾਰਥਨਾ ਕਰੋ। ਇਹਦੇ ਵਾਸਤੇ ਪ੍ਰਾਰਥਨਾ ਕੀਤੀ ਆ। ਇਹਦਾ ਬਦਲ ਮੈਂ ਅੱਜ ਹੀ ਭਰਦਾ ਵਾ।
ਇਹਦੇ ਉਧਾਰ ਦਾ ਬਦਲ ਮੈਂ ਅੱਜ ਹੀ ਭਰਦਾ, ਇਹਦੇ ਉਧਾਰ ਦਾ ਬਦਲ ਮੈਂ ਅੱਜ ਹੀ ਭਰਦਾ। ਇਹਨੂੰ ਆਉਣਾ ਪਏਗਾ ਆਪਣੇ ਮੇਰੇ ਸਾਲ ਵਿੱਚ, ਔਰ ਇਹਨੂੰ ਅਗਲੇ ਸੰਡੇ ਆਉਣਾ ਪਏਗਾ। ਪ੍ਰੇਜ਼ ਦ ਲਾਰਡ। ਔਰ ਇੱਦਾਂ ਦਾ ਭਰੇਗਾ ਕਿ ਲੀਡਰ ਵੀ ਬਣੇਗਾ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ ਕੀ ਭਰ ਰਹੇ ਹੋ? ਬੱਦਲ ਭਰ ਰਹੇ ਹੋ। ਹਾਲੇਲੂਇਆ। ਆਪਣਾ ਵੀ ਔਰ ਦੂਸਰਿਆਂ ਦਾ ਵੀ। ਸਾਡੇ ਨਾਲ ਕਿਹੜੀ ਸੇਵਾ? ਮੇਲ ਮਿਲਾਪ ਦੀ ਸੇਵਾ। ਬੋਲੋ, ਮੇਲ ਮਿਲਾਪ ਦੀ ਸੇਵਾ। ਮੇਲ ਮਿਲਾਪ ਦੀ ਸੇਵਾ। ਕਿਹਦੀ ਸੇਵਾ ਦਿੱਤੀ ਆ? ਤਾਂ ਚਰਚ ਵਿੱਚ ਨੌਕਰੀ ਦੀ ਸੇਵਾ ਨਹੀਂ ਹੈ। ਇਹ ਚਰਚ ਵਿੱਚ ਵੀਜ਼ਾ ਸੈਂਟਰ ਨਹੀਂ ਆ। ਉਹ ਪਾਸਟਰ ਜੀ ਅਸੀਂ ਵਿਦੇਸ਼ ਜਾਣਾ, ਵੀਜ਼ਾ ਵਾਸਤੇ ਪ੍ਰਾਰਥਨਾ ਕਰ ਦਿਓ। ਪਹਿਲੇ ਮੇਲ ਮਿਲਾਪ ਦੀ ਸੇਵਾ ਕੀਤੀ ਕੀ? ਤੁਸੀਂ ਕੀ ਕੀਤਾ? ਤੁਸੀਂ ਕਿੰਨੀਆਂ ਆਤਮਾਵਾਂ ਜਿੱਤੀਆਂ ਕਿ ਮੈਂ ਤੁਹਾਨੂੰ ਵਿਦੇਸ਼ ਵਿੱਚ ਭੇਜਾਂ? ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਾਂ। ਮੈਂ ਕਿਉਂ ਕਰਾਂ ਤੁਹਾਡੇ ਵਾਸਤੇ ਪ੍ਰਾਰਥਨਾ? ਕਿਹੜੀ ਬਾਈਬਲ 'ਚ ਲਿਖਿਆ? ਜੋ ਪਰਮੇਸ਼ਰ ਨੇ ਤੁਹਾਨੂੰ ਕੰਮ ਦਿੱਤਾ ਉਹ ਤੁਸੀਂ ਨਾ ਕਰੋ, ਔਰ ਮੈਂ ਤੁਹਾਡੇ ਵਾਸਤੇ ਵੀਜ਼ੇ ਵਾਸਤੇ ਪ੍ਰਾਰਥਨਾ ਕਰਾਂ? ਮੈਂ ਇੰਨਾ ਬੇਵਕੂਫ ਨਹੀਂ ਹਾਂ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਸੁਣ ਰਹੇ ਹੋ ਤੁਸੀਂ? ਬੋਲੋ, ਮੇਲ ਮਿਲਾਪ ਦੀ ਸੇਵਾ। ਮੇਲ ਮਿਲਾਪ ਦੀ ਸੇਵਾ ਸਾਨੂੰ ਸੌਂਪ ਦਿੱਤੀ ਆ। ਤਾਂ ਹਰ ਇੱਕ ਦਾ ਕੰਮ ਕੀ ਆ? ਆਤਮਾਵਾਂ ਜਿੱਤਣਾ। ਅਗਰ ਪ੍ਰਾਰਥਨਾ ਕਰ ਰਹੇ ਹਾਂ ਤਾਂ ਕਿਹਦੇ ਵਾਸਤੇ ਕਰੋ? ਆਸ ਪੜੋਸ ਵਾਸਤੇ, ਗਲੀ ਵਾਸਤੇ, ਰਿਸ਼ਤੇਦਾਰਾਂ ਵਾਸਤੇ, ਦੋਸਤਾਂ ਵਾਸਤੇ। ਉਹਨਾਂ ਦੇ ਕੀ ਹੋ ਜਾਵੇ? ਉਧਾਰ ਹੋ ਜਾਵੇ। ਔਰ ਕੀ ਬਣ ਜਾਣ? ਲੀਡਰ। ਔਰ ਕੀ ਬਣ ਜਾਣ? ਪਾਰਟਨਰ। ਉਹ ਪਰਮੇਸ਼ਰ ਦੇ ਵਚਨ ਨੂੰ ਕਰਨਾ ਸਿੱਖ ਜਾਣ। ਇਹ ਉਹ ਹੈ ਜਿਨ੍ਹਾਂ ਵਾਸਤੇ ਤੁਹਾਨੂੰ ਕੀ ਦਿੱਤੀ ਗਈ ਹੈ? ਸੇਵਕਾਈ। ਜਿਨ੍ਹਾਂ ਵਾਸਤੇ ਤੁਹਾਨੂੰ ਕੀ ਦਿੱਤਾ ਗਿਆ ਵਾ? ਯੀਸ਼ੂ ਮਸੀਹ ਦਾ ਨਾਮ। ਆਪਣੇ ਹੱਥਾਂ ਨੂੰ ਉਠਾਵਾਂਗੇ ਔਰ ਪ੍ਰਾਰਥਨਾ ਕਰਾਂਗੇ। ਰੇਸ਼ਾ ਥੇ ਲਾਰਾਬਾ ਖਾਂਦਾਰਾਬਾ ਇਲਾਰਾਬਾ ਖਾਂਦਾਰਾਬਾ ਲੀਗਰਾਮਾਂਦਾਰਾਬਾ। ਧੰਨਵਾਦ ਕਰਾਂਗੇ ਪਰਮੇਸ਼ਰ ਦਾ ਇਸ ਸੰਦੇਸ਼ ਵਾਸਤੇ। ਧੰਨਵਾਦ ਕਰਾਂਗੇ। ਤੁਹਾਨੂੰ ਪਤਾ ਕਿਹੜੇ ਬੱਦਲ ਇਕੱਠਾ ਕਰਨੇ ਆ। ਹਾ ਪ੍ਰੇਜ਼ ਦ ਲਾਰਡ। ਰੀਗਰਾਮਾਂਦਰੋਬੋ। ਇਹ ਬੋਲੋ, ਯੀਸ਼ੂ ਮਸੀਹ ਭਾਰਤ ਦਾ ਪ੍ਰਭੂ ਹੈ। ਸ਼ੈਤਾਨ ਭਾਰਤ ਵਿੱਚ ਨੂੰ ਛੱਡ ਕੇ ਚਲਾ ਗਿਆ। ਪੰਜਾਬ ਚੋਂ ਚਲਿਆ ਗਿਆ, ਮੁੰਬਈ ਚੋਂ ਚਲਿਆ ਗਿਆ, ਭਾਰਤ ਵਿੱਚੋਂ ਚਲਿਆ ਗਿਆ, ਯੂਪੀ ਵਿੱਚੋਂ ਚਲਿਆ ਗਿਆ ਯੀਸ਼ੂ ਮਸੀਹ ਦੇ ਨਾਮ ਵਿੱਚ। ਗੁਜਰਾਤ ਵਿੱਚੋਂ ਚਲੇ ਗਏ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਉਧਾਰ ਹੋ ਰਿਹਾ, ਉਧਾਰ ਹੋ ਰਿਹਾ, ਉਧਾਰ ਹੋ ਰਿਹਾ। ਹਰ ਕੋਨੇ ਵਿੱਚ, ਹਰ ਗਲੀ ਵਿੱਚ, ਹਰ ਬਿਲਡਿੰਗ ਦੇ ਵਿੱਚ ਲੋਕਾਂ ਦਾ ਉਧਾਰ ਹੋ ਰਿਹਾ। ਉਹ ਸ਼ੈਤਾਨ ਜੋ ਲੋਕਾਂ ਨੂੰ ਯੀਸ਼ੂ ਮਸੀਹ ਦੇ ਬਾਰੇ ਵਿੱਚ ਗਲਤ ਦੱਸਦੇ ਸੀਗੇ, ਉਧਾਰ ਗ੍ਰਹਿਣ ਕਰਨ ਨੂੰ ਰੋਕਦੇ ਸੀ, ਉਹਨਾਂ ਨੂੰ ਅਸੀਂ ਖਦੇੜਦੇ ਹਾਂ ਔਰ ਭਜਾਉਂਦੇ ਹਾਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਗਲੋਰੀ। ਕਹਿ ਸਕਦੇ ਹੋ ਮਹਿਮਾ, ਮਹਿਮਾ। ਮੈਂ ਅੱਗੇ ਵਧ ਰਿਹਾ, ਮੈਂ ਅੱਗੇ ਵਧ ਰਿਹਾ, ਮੈਂ ਅੱਗੇ ਵਧ ਰਿਹਾ। ਸਫਲਤਾ ਮੇਰੀ ਆ। ਮੈਂ ਗਰੀਬ ਨਹੀਂ ਹੋ ਸਕਦਾ, ਮੈਂ ਗਰੀਬ ਨਹੀਂ ਹੋ ਸਕਦਾ, ਮੈਂ ਗਰੀਬ ਨਹੀਂ ਹੋ ਸਕਦਾ। ਮੈਂ ਅਮੀਰ ਹਾਂ। ਬੋਲੋ, ਮੈਂ ਅਮੀਰ ਹਾਂ। ਮੈਂ ਦੁਨੀਆ 'ਤੇ ਜੈ ਪਾਈ ਆ। ਹਾਲੇਲੂਇਆ। ਅਗਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਅਸੀਂ ਤੁਹਾਡਾ ਸਵਾਗਤ ਕਰਨਾ ਚਾਹਾਂਗੇ। ਜ਼ੋਰ ਨਾਲ ਤਾਲੀ ਵਜਾਵਾਂਗੇ ਇਹਨਾਂ ਵਾਸਤੇ। ਸਾਨੂੰ ਖੁਸ਼ੀ ਆ ਕਿ ਤੁਸੀਂ ਸਾਡੇ ਵਿਚਕਾਰ ਹੋ। ਤਾਂ ਅੱਜ ਯੀਸ਼ੂ ਮਸੀਹ ਨੂੰ ਗ੍ਰਹਿਣ ਕਰਕੇ ਜਾਓ ਜੋ ਤੁਸੀਂ ਸੁਣਿਆ, ਤਾਂ ਕਿ ਤੁਸੀਂ ਨਵੀਂ ਸ੍ਰਿਸ਼ਟੀ ਬਣ ਸਕੋ। ਪ੍ਰੇਜ਼ ਦ ਲਾਰਡ। ਤੁਸੀਂ ਵੀ ਸ਼ੈਤਾਨਾਂ ਨੂੰ ਖਦੇੜ ਸਕੋ। ਕੀ ਕਰੋ? ਮੇਲ ਮਿਲਾਪ ਦੀ ਸੇਵਾ ਨੂੰ ਸ਼ੁਰੂ ਕਰ ਸਕੋ। ਆਪਣੀ ਅੱਖਾਂ ਨੂੰ ਬੰਦ ਕਰਾਂਗੇ ਔਰ ਇਸ ਪ੍ਰਾਰਥਨਾ ਨੂੰ ਮੇਰੇ ਪਿੱਛੇ ਕਰਾਂਗੇ, ਦਿਲ ਤੋਂ ਵਿਸ਼ਵਾਸ ਕਰਕੇ ਔਰ ਮੂੰਹ ਤੋਂ ਬੋਲ ਕੇ। ਹੇ ਪਿਆਰੇ ਪਿਤਾ ਪਰਮੇਸ਼ਵਰ, ਮੈਂ ਵਿਸ਼ਵਾਸ ਕਰਦਾ ਯੀਸ਼ੂ ਮਸੀਹ ਵਿੱਚ, ਜਿਉਂਦੇ ਪਰਮੇਸ਼ਵਰ ਦੇ ਪੁੱਤਰ ਵਿੱਚ। ਮੈਂ ਵਿਸ਼ਵਾਸ ਕਰਦਾ ਕਿ ਉਹ ਮੇਰੇ ਲਈ ਕਰੂਸ ਤੇ ਮਰਿਆ ਔਰ ਪਰਮੇਸ਼ਵਰ ਨੇ ਉਹਨੂੰ ਤੀਸਰੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਔਰ ਅੱਜ ਉਹ ਜੀਵਿਤ ਹੈ। ਮੈਂ ਆਪਣੇ ਮੂੰਹ ਨਾਲ ਘੋਸ਼ਣਾ ਕਰਦਾ ਕਿ ਯੀਸ਼ੂ ਮਸੀਹ ਜੀਵਿਤ ਪਰਮੇਸ਼ਵਰ ਦਾ ਪੁੱਤਰ ਹੁਣ ਤੋਂ ਮੇਰਾ ਪ੍ਰਭੂ ਹੈ, ਮੇਰਾ ਸਵਾਮੀ ਹੈ। ਮੈਂ ਬਚ ਗਿਆ। ਮੈਂ ਅੱਜ ਤੋਂ ਪਰਮੇਸ਼ਵਰ ਦੀ ਸੰਤਾਨ ਹੈ। ਧੰਨਵਾਦ ਪਿਤਾ ਪਰਮੇਸ਼ਵਰ, ਮੈਨੂੰ ਬਚਾਉਣ ਵਾਸਤੇ। ਮੈਂ ਵਿਸ਼ਵਾਸ ਦੇ ਦੁਆਰਾ ਆਪਣੀ ਆਤਮਾ ਵਿੱਚ ਪਰਮੇਸ਼ਵਰ ਦੇ ਜੀਵਨ ਨੂੰ ਗ੍ਰਹਿਣ ਕਰਦਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਜ਼ੋਰ ਨਾਲ ਤਾਲੀ ਵਜਾ ਸਕਦੇ ਹੋ ਵਾਸਤੇ। ਸੋ ਸਵਾਗਤ ਹੈ ਪਰਮੇਸ਼ਵਰ ਦੇ ਰਾਜ ਵਿੱਚ ਤੁਹਾਡਾ। ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਦਾ, ਧੰਨਵਾਦ ਕਰਦੇ ਪਿਤਾ ਪਰਮੇਸ਼ਵਰ ਤੁਹਾਡੇ ਹਰੇਕ ਸੰਤਾਨ ਵਾਸਤੇ ਜਿਨ੍ਹਾਂ ਨੇ ਹੁਣ ਯੀਸ਼ੂ ਮਸੀਹ ਨੂੰ ਗ੍ਰਹਿਣ ਕੀਤਾ। ਮੈਂ ਪ੍ਰਾਰਥਨਾ ਕਰਦਾ ਕਿ ਯੀਸ਼ੂ ਮਸੀਹ ਦਾ ਨਾਮ ਇਹਨਾਂ ਵਾਸਤੇ, ਇਹਨਾਂ ਦੇ ਜੀਵਨ 'ਚ ਹਮੇਸ਼ਾ ਵਾਸਤੇ ਬਣਾ ਰਹੇਗਾ ਯੀਸ਼ੂ ਮਸੀਹ ਨਾਮ ਦੇ ਵਿੱਚ। ਸ਼ੈਤਾਨ ਦੇ ਨਾਲ ਉੱਪਰ ਕੋਈ ਦਾਵਾ ਜਾਂ ਕਬਜ਼ਾ ਨਹੀਂ ਹੈ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਇਹ ਹੁਣ ਤੋਂ ਆਸ਼ੀਸ਼ਿਤ ਹੈ ਯੀਸ਼ੂ ਮਸੀਹ ਨਾਮ ਦੇ ਵਿੱਚ।
ਧੰਨਵਾਦ ਕਰਦੇ ਹਾਂ ਪ੍ਰਭੂ। ਮੈਂ ਇਹਨਾਂ ਨੂੰ ਆਸ਼ੀਸ਼ ਦੇਣਾ ਤੁਹਾਡੀ ਬੁੱਧੀ ਦੇ ਦੁਆਰਾ, ਪ੍ਰੇਮ ਦੇ ਦੁਆਰਾ, ਸਮਝ ਦੇ ਦੁਆਰਾ ਔਰ ਤੁਹਾਡੀ ਆਤਮਾ ਦੇ ਦੁਆਰਾ, ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਬੈਠ ਸਕਦੇ ਹੋ ਤੁਸੀਂ। ਪ੍ਰੇਜ਼ ਦ ਲਾਰਡ। ਇਹ ਸਮੇਂ ਆ ਆਪਣੀਆਂ ਭੇਂਟਾਂ, ਆਪਣਾ ਦਸਵੰਧ ਦੇਣ ਦਾ, ਔਰ ਕੁਆਇਰ ਸਾਡੀ ਹੈਲਪ ਕਰੇਗੀ ਭਜਨ ਗਾਉਣ ਦੇ ਵਿੱਚ। ਹਾਲੇਲੂਇਆ, हालेलुया। हम सब कर सकते हैं उस मसीह के द्वारा जो हमें सामर्थ देता है। हे! हाँ। प्रभु तेरी योग्यता मुझ में है। गाइए प्रभु तेरी योग्यता, प्रभु तेरी योग्यता, हे तेरी योग्यता मुझ में है। ये ना तो बल से ना सामर्थ से, पर तेरे आत्मा के द्वारा। ये ना तो बल से ना सामर्थ से, पर तेरे आत्मा के द्वारा। मैं सब कर सकता हूँ उस मसीह के द्वारा, उस मसीह के द्वारा जो सामर्थ देता है। कहीं अपने आप से कि मैं सब कर सकता हूँ। हाँ, हाँ। उस मसीह के द्वारा, उस मसीह के द्वारा जो सामर्थ देता है। प्रभु तेरी योग्यता, प्रभु तेरी योग्यता, हाँ, तेरी योग्यता मुझ में है। प्रभु तेरी योग्यता मुझ में है। ये ना तो बल से ना सामर्थ से, पर तेरे आत्मा के द्वारा। ये ना तो बल से ना सामर्थ से, पर तेरे आत्मा के द्वारा। मैं सब कर सकता हूँ उस मसीह के द्वारा, उस मसीह के द्वारा जो सामर्थ देता है। अपने पड़ोसी को कहिए तुम सब कर सकते हो उस मसीह के द्वारा। हाँ, उस मसीह के द्वारा, उस मसीह के द्वारा जो सामर्थ देता है। हम सब कर सकते हैं, हम सब कर सकते हैं। हाँ, उस मसीह के द्वारा, उस मसीह के द्वारा जो सामर्थ देता है, जो सामर्थ देता है। Hallelujah! Praise the Lord! महिमा, महिमा। ਅਸੀਂ ਪ੍ਰਾਰਥਨਾ ਕਰਾਂਗੇ, ਆਪਣੇ ਹੱਥਾਂ ਨੂੰ ਉੱਪਰ ਉਠਾਵਾਂਗੇ ਔਰ ਧੰਨਵਾਦ ਕਰਾਂਗੇ ਇਸ ਭੇਟ ਵਾਸਤੇ। ਧੰਨਵਾਦ ਕਰਦੇ ਹਾਂ ਪਿਤਾ ਇਸ ਭੇਟ ਵਾਸਤੇ। ਇਹ ਜੋ ਸਨਮਾਨ ਤੁਸੀਂ ਦਿੱਤਾ ਕਿ ਅਸੀਂ ਤੁਹਾਡੇ ਵਚਨਾਂ ਦੇ ਅਨੁਸਾਰ ਅਸੀਂ ਤੁਹਾਡਾ ਸਨਮਾਨ ਕਰ ਸਕੀਏ। ਤੁਹਾਡਾ ਵਚਨ ਕਹਿੰਦਾ ਕਿ ਪਰਮੇਸ਼ਰ ਦੇ ਸਾਹਮਣੇ ਕਦੀ ਖਾਲੀ ਹੱਥ ਨਾ ਜਾਓ। ਤੁਹਾਡਾ ਵਚਨ ਕਹਿੰਦਾ ਪ੍ਰਭੂ ਕਿ ਦਸਵੰਧ ਨੂੰ ਆਪਣੇ ਮੇਰੇ ਮੋਦੀਖਾਨੇ ਵਿੱਚ ਲੈ ਕੇ ਆਓ। ਤੁਹਾਡਾ ਵਚਨ ਕਹਿੰਦਾ ਭੇਂਟ ਦੇ ਵਿਸ਼ੇ ਵਿੱਚ, ਤੁਹਾਡਾ ਵਚਨ ਦੱਸਦਾ ਸਾਨੂੰ ਬੀਜਾਂ ਦੇ ਵਿਸ਼ੇ ਵਿੱਚ, ਪਾਰਟਨਰਸ਼ਿਪ ਦੇ ਵਿਸ਼ੇ ਵਿੱਚ। ਉਹ ਸਾਰੀਆਂ ਅਸੀਂ ਜੋ ਤੁਹਾਡੇ ਵਚਨ ਦੇ ਅਨੁਸਾਰ ਕੀਤੀਆਂ, ਵਚਨ ਦੇ ਅਨੁਸਾਰ ਇਹਦੀ ਵੱਡੀ ਹੋਈ ਫਸਲ ਤੇਜ਼ੀ ਨਾਲ ਆ ਰਹੀ ਹੈ ਯਿਸੂ ਮਸੀਹ ਨਾਮ ਦੇ ਵਿੱਚ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਇਹਨਾਂ ਭੇਟਾਂ ਦੇ ਉੱਪਰ ਆਸ਼ੀਸ਼ ਦਾ ਆਹਵਾਨ ਕਰਦੇ ਹਾਂ, ਮਲਟੀਪਲੀਕੇਸ਼ਨ ਦਾ ਨਿਯਮ ਨੂੰ ਬੋਲਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਔਰ ਅਸੀਂ ਕਹਿੰਦੇ ਹਾਂ ਕਿ ਅਸੀਂ ਤੁਹਾਡੇ ਰਾਜ ਨੂੰ ਵਧਾ ਰਹੇ ਹਾਂ। ਔਰ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਨਾਮ ਵਿੱਚ ਮੰਗਦੇ ਹਾਂ, ਆਮੇਨ। ਪ੍ਰੇਜ਼ ਦ ਲਾਰਡ। ਜ਼ੋਰ ਨਾਲ ਬੋਲ ਸਕਦੇ ਹੋ, ਮਹਿਮਾ, ਹਾਲੇਲੂਇਆ। ਕੁਝ ਅਨਾਉਂਸਮੈਂਟਸ ਹੈ, ਧਿਆਨ ਨਾਲ ਸੁਣੀਓ। ਸਭ ਤੋਂ ਪਹਿਲਾਂ ਹੈ, ਹਰ ਸਵੇਰੇ ਅਸੀਂ ਕੀ ਕਰ ਰਹੇ ਹਾਂ? ਕਮਿਊਨੀਅਨ ਮਸਟ ਡੂ ਦੈਟ। ਪ੍ਰੇਜ਼ ਦ ਲਾਰਡ। ਕਮਿਊਨੀਅਨ ਨੂੰ ਮਿਸ ਨਾ ਕਰੋ। ਪ੍ਰੇਜ਼ ਦ ਲਾਰਡ। ਇਸ ਤੋਂ ਬਾਅਦ ਯੋਰ ਲੈਵਲ ਸ਼ੁਰੂ ਹੈ, ਵੈਡਨਸਡੇ, ਥਰਸਡੇ, ਫਰਾਈਡੇ ਤਾਲੀਮ ਜਾ ਸਕਦੇ ਇਹਨਾਂ ਵਾਸਤੇ ਬਹੁਤ ਇੰਪੋਰਟੈਂਟ ਹੈ। ਪਾਸਟਰ ਕ੍ਰਿਸ ਦੇ ਨਾਲ ਪ੍ਰੋਗਰਾਮ ਹੈ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ। ਮਿਸ ਨਾ ਕਰਿਓ। ਨਾ ਬੋਲੋ ਰਾਤ ਵਿੱਚ ਹੈ, ਕਿਉਂਕਿ ਰਾਤ ਨੂੰ ਚੰਗੀ ਚੀਜ਼ਾਂ ਵੀ ਆਉਣ ਲੱਗੀਆਂ।
ਇਸ ਤੋਂ ਬਾਅਦ ਆਨਲਾਈਨ ਚਰਚਿਸ ਹੈ ਅਲੱਗ-ਅਲੱਗ ਭਾਸ਼ਾ ਵਿੱਚ, ਬਹੁਤ ਇੰਪੋਰਟੈਂਟ ਹੈ। ਅਸੀਂ ਬਹੁਤ ਮਿਹਨਤ ਕਰ ਰਹੇ ਹਾਂ, ਤਾਂ ਇਹਨਾਂ ਨੂੰ ਇਸਤੇਮਾਲ ਕਰੋ। साढ़े 36 ऑनलाइन चर्चिज़ है, रियली 36 है, 22 भाषावां और 14 चिल्ड्रन चर्च है। हर चीज़ उपलब्ध है, तुसी सिर्फ उन्होंने इस्तेमाल करना। इन्हां बारे गल करो, दूजे नूं दसो, दूजे नाल गलबात करो, ताकि असी और तुसी अपनी मेहनत दे नाल होर अगे वधीए। अपने नाल सेंटर बनाओ, अपने घर में सेंटर बनाओ। तुसी नवीं सृष्टि हो और मेल वाला दी सेवा तुहानूं सौंपी गई है। अगर तुहाडा फाउंडेशन स्कूल नहीं होया तो फाउंडेशन स्कूल नूं करो। उस तो बाद साडे क्रैश कोर्सेज है लीडरशिप दा, तुसी होर चंगे लीडर बनना चाहते हैं तो तुसी उन्हां नूं ज्वाइन करो। 15 ਤੋਂ 20 घंटे का लीडरशिप क्रैश कोर्स कर रहे हैं। तुसी होर सीखना, तुसी लीडर बनना चाहते हो, तुसी अपने नाम दे सकते हो। तुसी सैल लीडर है, दूसरे नूं दसो इस कोर्स बारे। और साडी ट्रेनिंग शुरू हो रही है 17 जनवरी तो और 31 जनवरी तक खत्म होएगी। इन्हां 13 दिनों में तुसी अपने नाम दे सकते हो। साडा क्रैश कोर्सेज होएगा पास्टरशिप, अगुआ बनना चाहते हो, उस तो पहले तुसी सानू लीडर बनना चाहेगा। पर हाँ, तुसी उस कोर्स नूं तुसी ज्वाइन करो। 17 जनवरी तो शुरू है। तुसी अपने आप नूं अपना नाम दर्ज करा सकते हो। प्रेज द लॉर्ड, हालेलुया। ये काम असी होर कर रहे हैं। 1 मिलियन ROR स्पॉन्सरशिप है, एक रिन कॉन्टेस्ट है, इहदे विच तुसी पार्टिसिपेट करना और वोट लाने हैं। और साडा मेन फोकस है कि इस महीने में असी इहनूं कर पावांगे। 10 लाख कॉपी असी स्पॉन्सर कर पाई है। प्रेज द लॉर्ड। बहुत आसान है, बहुत आसान है, असी बड़े आसानी नाल कर सकते हैं। प्रेज द लॉर्ड, हालेलुया। सुनदे हो तुसी साडे नाल जुड़ो। असी खड़े होवांगे, परमेश्वर का धन्नवाद करांगे, परमेश्वर का धन्नवाद करांगे। धन्नवाद, धन्नवाद, धन्नवाद। अपने दिल दी गहराइयां तो परमेश्वर का धन्नवाद करांगे, धन्नवाद करांगे। धन्नवाद करते हैं तुहाडी दया वास्ते, तुहाडे अनुग्रह वास्ते, इन्हां वचनां दे ज्ञान दे द्वारा सानूं सिखाउण वास्ते। इस प्रार्थना नूं यीशु मसीह दे नाम च मंगदे हां, आमीन। परमपिता दा प्रेम, यीशु मसीह दा अनुग्रह और पवित्र आत्मा दी सहभागिता साडे नाल हमेशा वास्ते बनी रहेगी, यीशु मसीह दे नाम दे विच, आमीन। निश्चय भलाई और करुणा सदा मेरे जीवन च निवास करेगी और मैं हमेशा वास्ते परमेश्वर के घर विच निवास करूँगा, यीशु मसीह के नाम दे विच, आमीन। आनंद मनाओ, वचन काम करदा। पड़ोसी नूं बोलो, आनंद मनाओ, वचन काम करदा। Subscribe to our channel, hit the bell icon, like, comment and share. Thank you and God bless you.